ਵਾਹਿਗੁਰੂ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗੜਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਮੂਕ ਉਚਰੈ ਸ਼ਾਸਤਰ ਖਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਹੈ ਛਾੜ ਕੋਈ ਅਵਰ ਨ ਧਿਆਊ ਜੋ ਬਰ ਚਾਹੋ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਸਮੂਹ ਗੁਰੂ ਕੀਆਂ ਸੰਗਤਾਂ ਗੁਰੂ ਕੇ ਪਿਆਰੇ ਬੱਚੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਬੱਚਿਆਂ ਨੇ ਸਰਵਣ ਕਰਾਏ ਹਨ। ਗਰੀਬ ਨਵਾਜ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਸੇਵਕਾਂ ਵਾਸਤੇ ਸੱਚਖੰਡ ਤੋਂ ਬਹੁਤ ਹੀ ਕੀਮਤੀ ਤੋਹਫਾ ਗਿਫਟ ਲਿਆਂਦਾ ਹੈ। ਉਹ ਹੈ ਗੁਰੂ ਕੀ ਬਾਣੀ ਦਾ ਕੀਰਤਨ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਪਰਮੇਸ਼ਰ ਨਾਲ ਧਿਆਨ ਜੋੜਨ ਦਾ ਵੈਸੇ ਪਹਿਲੇ ਜ਼ਮਾਨੇ 'ਚ ਬਹੁਤ ਸਾਰੇ ਹੋਰ ਵੀ ਸਾਧੂ ਮਹਾਂਪੁਰਸ਼ਾਂ ਨੇ ਰਿਸ਼ੀਆਂ ਨੇ ਸੰਤਾਂ ਭਗਤਾਂ ਨੇ ਤਰੀਕੇ ਕੱਢੇ ਸਨ। ਕੋਈ ਯੋਗ ਦੇ ਦੁਆਰਾ, ਕੋਈ ਤਪ ਦੇ ਦੁਆਰਾ, ਕੋਈ ਯਗ ਦੇ ਦੁਆਰਾ, ਕੋਈ ਤੀਰਥ ਯਾਤਰਾ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਨਾ। ਤਰੀਕੇ ਸਾਰੇ ਸਨ ਕਿ ਬੰਦੇ ਦਾ ਜਿਹੜਾ ਮਾਇੰਡ ਹੈ ਉਹ ਇਕਾਗਰ ਹੋਵੇ, ਸਾਡਾ ਧਿਆਨ ਹਟੇ ਇੱਕ ਦੂਜੇ ਪਾਸਿਓਂ, ਇੱਕ ਪਾਸੇ 'ਤੇ ਧਿਆਨ ਸਾਡਾ ਕੇਂਦਰਿਤ ਹੋਵੇ, ਸਾਡੀ ਮੁਕਤੀ ਦਾ ਸਾਧਨ ਬਣੇ। ਆਪਾਂ ਜਿੰਨੇ ਵੀ ਸੰਸਾਰ ਦੇ ਵਿੱਚ ਲੋਕ ਰਹਿੰਦੇ ਹਾਂ ਆਪਾਂ ਸਾਰੇ ਸੁੱਖ ਹੀ ਚਾਹੁੰਦੇ ਹਾਂ, ਦੁੱਖ ਤਾਂ ਨਹੀਂ ਕੋਈ ਚਾਹੁੰਦਾ। ਜਿੰਨੀ ਦੁਨੀਆ ਹੈ, ਜਿੰਨੇ ਸੰਸਾਰ ਦੇ ਜੀਵ ਨੇ, ਸਾਰਿਆਂ ਨੂੰ ਸੁੱਖ ਦੀ ਇੱਛਾ ਹੈ। ਇਨਸਾਨ ਨੂੰ ਨਹੀਂ, ਪਸ਼ੂਆਂ ਨੂੰ ਵੀ ਹੈ, ਪੰਛੀਆਂ ਨੂੰ ਵੀ ਹੈ। ਕੋਈ ਪਸ਼ੂ ਵੀ ਦੁਖੀ ਨਹੀਂ ਹੋਣਾ ਚਾਹੁੰਦਾ। ਜੰਗਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਪੰਛੀ ਅਤੇ ਪਸ਼ੂ ਉੱਥੋਂ ਦੌੜ ਜਾਂਦੇ ਨੇ। ਕਿਉਂ ਦੌੜਦੇ ਨੇ? ਉਹਨਾਂ ਨੂੰ ਪਤਾ ਹੈ ਅੱਗ ਸਾਨੂੰ ਦੁੱਖ ਦੇਵੇਗੀ, ਅਸੀਂ ਸੜ ਜਾਵਾਂਗੇ, ਮਰ ਜਾਵਾਂਗੇ। ਯਾਨੀ ਦੁੱਖ ਤੋਂ ਪਸ਼ੂ ਵੀ ਬਚਦੇ ਹਨ, ਦੂਰ ਰਹਿੰਦੇ ਹਨ ਅਤੇ ਸੁੱਖ ਵੱਲ ਜਾਂਦੇ ਹਨ। ਗਰਮੀ ਹੋਵੇ ਅਤੇ ਪਸ਼ੂ ਪੰਛੀ ਛਾਂ ਵਿੱਚ ਜਾ ਖਲੋਂਦੇ ਹਨ ਅਤੇ ਠੰਡ ਹੋਵੇ ਅਤੇ ਉਹ ਨਿੱਘੀ ਥਾਂ 'ਤੇ ਲੁੱਕ ਕੇ ਬੈਠ ਜਾਂਦੇ ਹਨ। ਇਹਦਾ ਭਾਵ ਹੈ ਵੀ ਸੁੱਖ ਦੀ ਇੱਛਾ ਅਤੇ ਦੁੱਖ ਦੀ ਨਿਰਵਿਰਤੀ
ਇਹੀ ਸਾਰਿਆਂ ਦਾ ਪ੍ਰਯੋਜਨ ਹੈ। ਜਿਤਨੀ ਸ੍ਰਿਸ਼ਟੀ ਹੈ ਸੰਸਾਰ ਭਰ ਦੇ ਵਿੱਚ, ਸਾਰਾ ਸੰਸਾਰ ਮਹਾਰਾਜ ਬਾਣੀ 'ਚ ਬਚਨ ਲਿਖਦੇ ਨੇ, ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸਾਰੇ ਸੁੱਖ ਮੰਗਦੇ ਨੇ, ਦੁੱਖ ਕੋਈ ਵੀ ਨਹੀਂ ਮੰਗਦਾ। ਤੋ ਸੁੱਖ ਦੀ ਪ੍ਰਾਪਤੀ ਹੈ ਜਦੋਂ ਸਾਡਾ ਧਿਆਨ ਇਕਾਗਰ ਹੋਵੇ। ਜਦੋਂ ਮਨ ਜੁੜਦਾ ਉਦੋਂ ਸੁੱਖ ਮਿਲਦਾ, ਜਦੋਂ ਮਨ ਖਿੰਡ ਜਾਂਦਾ ਉਦੋਂ ਦੁੱਖ ਮਿਲਦਾ। ਅਸੀਂ ਕੋਈ ਚੀਜ਼, ਮੰਨ ਲਓ ਫਰੂਟ ਖਾਂਦੇ ਹਾਂ, ਅਤੇ ਫਰੂਟ ਜਦੋਂ ਖਾਂਦੇ ਹਾਂ, ਜੇ ਤਾਂ ਸਾਡਾ ਧਿਆਨ ਹੋਵੇ ਵੀ ਫਰੂਟ ਵਿੱਚ ਹੀ, ਤਾਂ ਉਹਦਾ ਸਵਾਦ ਆਉਂਦਾ, ਇਕਾਗਰਤਾ ਹੋਵੇ। ਜਾਂ ਫਿਰ ਫਰੂਟ ਵਿੱਚ ਇੰਨੀ ਤਾਕਤ ਹੋਵੇ ਵੀ ਉਹ ਸਾਡਾ ਸਵਾਦ, ਸਾਨੂੰ ਇਤਨਾ ਸਵਾਦ ਦੇਵੇ ਵੀ ਉਸ ਵੇਲੇ ਸਾਡਾ ਮਨ ਉੱਥੇ ਜੁੜ ਜਾਂਦਾ ਕੁਝ ਸਕਿੰਟਾਂ ਲਈ, ਬੜਾ ਸਵਾਦ ਆਇਆ। ਜਦੋਂ ਸਵਾਦ ਲੈ ਰਹੇ ਹੁੰਦੇ ਉਸ ਵੇਲੇ ਸਾਡਾ ਧਿਆਨ ਹੋਰ ਕਿੱਧਰ ਨਹੀਂ ਹੁੰਦਾ, ਉਹ ਸੁੱਖ ਦੇ ਰਿਹਾ ਹੁੰਦਾ। ਪਰ ਜੇ ਧਿਆਨ ਕਿੱਧਰ ਹੋਰ ਹੋਵੇ, ਕਿਸੇ ਦੁੱਖ ਵਿੱਚ ਹੋਵੇ, ਕੋਈ ਵੱਡੀ ਘਟਨਾ ਦੁਖਦਾਈ ਵਾਪਰੀ ਹੋਵੇ, ਕੋਈ ਕਿਸੇ ਸੱਜਣ ਮਿੱਤਰ ਦੀ ਡੈਥ ਹੋ ਗਈ ਹੋਵੇ, ਜਾਂ ਕੋਈ ਸਰੀਰ ਦੇ ਵਿੱਚ ਕੋਈ ਇਹੋ ਜਿਹੀ ਜ਼ਿਆਦਾ ਤਕਲੀਫ ਹੋਵੇ, ਦਰਦ ਹੋਵੇ, ਪੇਨ ਹੋ ਰਹੀ ਹੋਵੇ, ਅਤੇ ਉਸ ਵੇਲੇ ਫਿਰ ਉਹ ਛੋਟਾ ਸੁੱਖ ਜਿਹੜਾ ਹੈ ਉਸ ਦੁੱਖ ਨੂੰ ਮਿਟਾ ਨਹੀਂ ਸਕਦਾ, ਅਤੇ ਫਿਰ ਉਸ ਸੁੱਖ ਦੇ ਵਿੱਚ ਸਾਡਾ ਧਿਆਨ ਨਹੀਂ ਜਾਂਦਾ। ਇਸ ਕਰਕੇ ਸੁੱਖ ਪਦਾਰਥ ਵਿੱਚ ਨਹੀਂ ਹੈ, ਸੁੱਖ ਤਾਂ ਸਾਡੇ ਚਿੱਤ ਦੀ ਇਕਾਗਰਤਾ ਵਿੱਚ ਹੀ ਹੈ। ਸੁਖ ਨਾਮ ਚਿੱਤ ਕੀ ਇਕਾਗਰਤਾ ਕੋ ਜਾਨੀਏ। ਸੋ ਸਾਧ ਸੰਗਤ ਜੀ, ਚਿੱਤ ਦੀ ਇਕਾਗਰਤਾ ਹੀ ਸੁੱਖ ਦਾ ਕਾਰਨ ਹੈ। ਜਦੋਂ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹਾਂ ਉਦੋਂ ਸਾਡਾ ਚਿੱਤ ਇਕਾਗਰ ਹੁੰਦਾ ਹੈ। ਜਦੋਂ ਬਾਣੀ ਦਾ ਕੀਰਤਨ ਕਰਦੇ ਹਾਂ, ਕਥਾ ਕਰਦੇ ਹਾਂ, ਮਹਾਰਾਜ ਦਾ ਇਤਿਹਾਸ ਸੁਣਦੇ ਹਾਂ, ਸਾਖੀਆਂ ਸੁਣਦੇ ਹਾਂ, ਜਾਂ ਗੁਰਬਾਣੀ ਦੀ ਵਿਚਾਰ ਸੁਣਦੇ ਹਾਂ, ਮਹਾਂਪੁਰਸ਼ਾਂ ਦੀ ਰਸਨਾ ਤੋਂ ਅੰਮ੍ਰਿਤਮਈ ਬਚਨ ਸੁਣਦੇ ਹਾਂ, ਉਦੋਂ ਸਾਡਾ ਚਿੱਤ ਇਕਾਗਰ ਹੁੰਦਾ ਹੈ। ਇਕਾਗਰ ਚਿੱਤ ਦੇ ਵਿੱਚ ਪਰਮੇਸ਼ਰ ਦੇ ਸਰੂਪ ਦਾ ਝਲਕਾਰਾ ਪੈਂਦਾ ਹੈ। ਪਰ ਅਕਾਲ ਪੁਰਖ ਦੀ ਜੋਤ ਸਾਡੇ ਅੰਦਰ ਹੀ ਹੈ, ਕੋਈ ਬਾਹਰ ਤਾਂ ਨਹੀਂ ਹੈ। ਪਰ ਉਸ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਇਕਾਗਰ ਹੋਵੇ ਮਨ। ਜੇ ਮਨ ਖਿੰਡਿਆ ਹੋਵੇ ਬਾਹਰਲੇ ਪਦਾਰਥਾਂ ਵਿੱਚ, ਸੰਸਾਰੀ ਵਸਤੂਆਂ ਵਿੱਚ, ਫਿਰ ਅੰਦਰਲਾ ਜੋ ਜੋਤ ਸਰੂਪ ਹੈ ਵਾਹਿਗੁਰੂ ਦਾ, ਉਹਦੇ ਦਰਸ਼ਨ ਨਹੀਂ ਹੁੰਦੇ। ਜਦੋਂ ਮਹਾਰਾਜ ਅਕਾਲ ਪੁਰਖ ਦੇ ਦਰਸ਼ਨ ਹੋਣੇ ਹੈ, ਉਸੇ ਵੇਲੇ ਮੁਕਤੀ ਹੋਣੀ, ਉਸ ਤੋਂ ਪਹਿਲਾਂ ਮੁਕਤੀ ਕੋਈ ਨਹੀਂ। ਉਸ ਤੋਂ ਪਹਿਲਾਂ ਜੀਵ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਬਾਰ ਬਾਰ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਗੁਰਬਾਣੀ ਦੇ ਦੋ ਸਿਧਾਂਤ ਮੁੱਖ ਹਨ ਸਾਧ ਸੰਗਤ ਜੀ। ਵੈਸੇ ਤਾਂ ਗੁਰਬਾਣੀ 'ਚ ਬਹੁਤ ਸਾਰੇ ਸਿਧਾਂਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਬਜੈਕਟਾਂ ਦੇ ਉੱਤੇ ਚਾਨਣਾ ਪਾਇਆ, ਪਰ ਦੋ ਚੀਜ਼ਾਂ ਦੇ ਬਾਰ-ਬਾਰ ਜ਼ਿਕਰ ਆਉਂਦਾ ਜਿਹ 'ਤੇ ਸਿੱਖ ਦਾ ਨਿਸ਼ਚਾ ਜ਼ਰੂਰੀ ਹੈ। ਉਹ ਦੋ ਚੀਜ਼ਾਂ ਕਿਹੜੀਆਂ ਨੇ? ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਸਾਡਾ ਵਿਸ਼ਵਾਸ ਹੋਣਾ ਜ਼ਰੂਰੀ ਹੈ। ਇੱਕ ਪਹਿਲੀ ਗੱਲ ਇਹ ਹੈ, ਇੱਕ ਓਂਕਾਰ, ਜੋ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਇਹ ਜਿਹੜੇ ਉਹਦੇ ਵਿਸ਼ੇਸ਼ਣ ਹਨ, ਇਹ ਉਹਦੀਆਂ ਜਿਹੜੇ ਇਹ ਕਹਿ ਲਓ ਵੀ ਵਿਸ਼ੇਸ਼ਤਾਈਆਂ ਵਾਲਾ, ਜੋ ਇਹਨਾਂ ਗੁਣਾਂ ਵਾਲਾ ਜੋ ਹੈ, ਉਹ ਅਕਾਲ ਪੁਰਖ ਅਸੀਂ ਪ੍ਰਾਪਤ ਕਰਨਾ ਹੈ। ਜੋ ਸਤ ਹੈ, ਚੇਤਨ ਹੈ, ਆਨੰਦ ਸਰੂਪ ਹੈ, ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ, ਨਿਰਵੈਰ ਹੈ, ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ, ਜੂਨਾਂ 'ਚ ਨਹੀਂ ਆਉਂਦਾ, ਸੁਤੇ ਪ੍ਰਕਾਸ਼ ਹੈ, ਕਾਲ ਦੇ ਭੈ ਤੋਂ ਅਤੀਤ ਹੈ। ਐਸਾ ਜੋ ਵਾਹਿਗੁਰੂ ਹੈ ਨਿਰੰਕਾਰ ਜੋਤੀ ਸਰੂਪ, ਉਹਦੇ ਉੱਤੇ ਵਿਸ਼ਵਾਸ ਕਰਨਾ, ਭਰੋਸਾ ਕਰਨਾ, ਇਹ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਮੁਤਾਬਕ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਦੂਜਾ ਸਿਧਾਂਤ ਇਹ ਹੈ, ਵੈਸੇ ਤਾਂ ਸਿਧਾਂਤ ਇੱਕੋ ਹੀ ਹੈ, ਪਰ ਦੂਜਾ ਕਹਿਣ ਦਾ ਮਤਲਬ ਇਹ ਹੈ ਬਈ ਉਹਨੂੰ ਸਮਝਣ ਵਾਸਤੇ ਦੂਜਾ ਉਹ ਸਿਧਾਂਤ ਇਹ ਹੈ ਵੀ ਜਿਹੜੀ ਸਾਡੀ ਆਤਮਾ ਹੈ, ਜੀਵ ਆਤਮਾ ਹੈ, ਇਹ ਅਵਿਨਾਸ਼ੀ ਹੈ, ਉਸੇ ਬ੍ਰਹਮ ਦੀ ਅੰਸ਼ ਹੈ,
ਪਰ ਇਹ ਜੀਵ ਬਣ ਕੇ ਜਦੋਂ ਇਹ ਹਉਮੈ ਨਾਲ ਜੁੜ ਜਾਂਦੀ ਨਾ, ਮਹਾਰਾਜ ਕਹਿੰਦੇ ਜਿਨ ਰਚ ਰਚਿਆ ਕਰਨਾ ਹਾਰੇ ਨਾਲੇ ਹਉਮੈ ਪਾਈ। ਵਾਹਿਗੁਰੂ ਕਰਤੇ ਪੁਰਖ ਨੇ ਸੰਸਾਰ ਦਾ ਵਿਹਾਰ ਚਲਾਉਣ ਵਾਸਤੇ ਜਿੱਥੇ ਹਉਮੈ ਪਾਤੀ, ਮੈਂ ਪਾਤੀ ਜੀਵ ਦੇ ਵਿੱਚ, ਮਨ ਬੁੱਧ ਚਿੱਤ ਹੰਕਾਰ ਅੰਤਸ਼ਕਰਨ ਨੂੰ ਅੰਤःਕਰਨ ਚ ਤੁਸ਼ਟ ਕਹਿੰਦੇ ਆ। ਚਾਰ ਚੀਜ਼ਾਂ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਚਾਰ ਚੀਜ਼ਾਂ ਨੇ, ਮਨ ਬੁੱਧੀ ਚੇਤਾ ਤੇ ਹੰਕਾਰ। ਮਨ ਕੀ ਕਰਦਾ? ਮਨ ਸੰਕਲਪ ਕਰਦਾ ਹੈ, ਫੁਰਨੇ ਕਰਦਾ ਹੈ। ਹਰ ਵੇਲੇ ਸਾਡੇ ਮਨ 'ਚ ਕੋਈ ਨਾ ਕੋਈ ਫੁਰਨਾ ਚੱਲ ਰਿਹਾ, ਖਿਆਲ ਚੱਲ ਰਿਹਾ। ਸੁਪਨੇ ਵਿੱਚ ਵੀ ਉਹੀ ਫੁਰਨਾ ਹੀ ਚੱਲਦਾ, ਸਾਨੂੰ ਲੈ ਕੇ ਜਾਂਦਾ। ਹੁਣ ਵੀ ਆਪਾਂ ਬੈਠੇ ਹਾਂ, ਫੁਰਨੇ ਤੋਂ ਬਿਨਾਂ ਤਾਂ ਨਹੀਂ ਹੋ ਸਕਦੇ। ਕੋਈ ਨਾ ਕੋਈ ਫੁਰਨਾ ਇਸ ਵੇਲੇ ਵੀ ਚੱਲ ਰਿਹਾ। ਇਹ ਕਥਾ ਸੁਣਨ ਦਾ ਹੀ ਭਾਵੇਂ ਫੁਰਨਾ ਹੋਵੇ, ਫੁਰਨਾ ਤਾਂ ਹੈ, ਫੁਰਨਾ ਤਾਂ ਚੱਲ ਰਿਹਾ, ਸੰਕਲਪ ਤਾਂ ਚੱਲ ਰਿਹਾ। ਬੁੱਧੀ ਜਿਹੜੀ ਹੈ ਉਹ ਨਿਰਣਾ ਕਰਦੀ ਹੈ ਪਦਾਰਥ ਦਾ। ਬੁੱਧੀ ਨੂੰ ਪਤਾ ਲੱਗਦਾ ਵੀ ਇਹ ਕੱਪੜਾ ਹੈ, ਇਹ ਮਕਾਨ ਹੈ, ਇਹ ਦੁਕਾਨ ਹੈ, ਇਹ ਇਸਤਰੀ ਹੈ, ਇਹ ਪੁਰਸ਼ ਹੈ, ਇਹ ਪਤਲਾ ਹੈ, ਇਹ ਮੋਟਾ ਹੈ, ਇਹ ਲੰਮਾ ਹੈ, ਇਹ ਕਾਲਾ ਹੈ, ਨੀਲਾ ਹੈ। ਪਦਾਰਥਾਂ ਦੀ ਵੱਖਰੀ ਵੱਖਰੀ ਵਸਤੂ ਦਾ ਗਿਆਨ ਜਿਹੜਾ ਹੈ ਉਹ ਬੁੱਧੀ ਨੂੰ ਹੁੰਦਾ ਹੈ। ਇਹ ਜਦੋਂ ਚਾਰੇ ਚੀਜ਼ਾਂ ਮਨ ਬੁੱਧ ਚਿੱਤ ਹੰਕਾਰ ਮਿਲਦੀਆਂ, ਅਸੀਂ ਜੀਵ ਬਣ ਜਾਂਦੇ ਹਾਂ। ਫਿਰ ਸੁਖੀ ਦੁਖੀ ਵੀ ਹੁੰਦੇ ਆ। ਸੁਖੀ ਦੁਖੀ ਕੌਣ ਹੁੰਦਾ? ਮਨ ਬੁੱਧੀ, ਇਹੀ ਜੋ ਅੰਤःਕਰਨ ਹੈ ਹੁੰਦਾ। ਆਤਮਾ ਤਾਂ ਨਹੀਂ ਹੁੰਦੀ, ਪਰ ਉਹ ਜੰਮਣ ਮਰਨ ਜਿਹੜਾ ਹੈ ਇਸੇ ਨੂੰ ਹੀ ਹੈ। ਮਹਾਰਾਜ ਕਹਿੰਦੇ ਜਨਮ ਮਰਨ ਉਸੀ ਕੋ ਹੈ ਰੇ, ਉਹ ਆਵੇ ਜਾਈ। ਜਿੰਨਾ ਚਿਰ ਉਹ ਹਉਮੈ ਨਹੀਂ ਮਿਟਦੀ, ਉਹ ਜਿਹੜੀ ਜੀਵ ਦੀ ਹਸਤੀ ਆ ਉਹ ਨਹੀਂ ਸਮਾਪਤ ਹੁੰਦੀ, ਉਹਨਾਂ ਚਿਰ ਜਨਮ ਮਰਨ ਚੱਲਦਾ। ਜਦੋਂ ਉਹ ਸਮਾਪਤ ਹੋ ਜਾਂਦਾ, ਜੋਤ ਜੋਤ ਚ ਰਲ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਬ੍ਰਹਮ ਵਿੱਚ ਲੀਨ ਹੋ ਜਾਂਦਾ। ਉਸ ਦੀ ਲੀਨਤਾ ਵਾਸਤੇ ਹੀ ਸਾਨੂੰ ਸਤਿਗੁਰਾਂ ਦੀ ਲੋੜ ਹੈ। ਸਤਿਗੁਰੂ ਸਾਹਿਬ ਜੀ ਦੇ ਗਿਆਨ ਦੀ ਲੋੜ ਹੈ, ਗੁਰਮਤਿ ਦੀ ਲੋੜ ਹੈ। ਜਿੰਨਾ ਚਿਰ ਗੁਰੂ ਨਹੀਂ ਮਿਲਦਾ, ਉਹਨਾਂ ਚਿਰ ਉਹ ਹਉਮੈ ਦੀ ਨਿਰਵਿਰਤੀ ਨਹੀਂ ਹੁੰਦੀ। ਉਹ ਜਿਹੜਾ ਅਗਿਆਨ ਦਾ ਭਰਮ ਦਾ ਪਰਦਾ ਹੈ, ਉਹ ਗੁਰੂ ਹੀ ਦੂਰ ਕਰਦਾ ਹੈ। ਗੁਰੂ ਤੋਂ ਬਿਨਾਂ ਅਗਿਆਨ ਦਾ ਪਰਦਾ ਨਹੀਂ ਮਿਟਦਾ। ਜਦੋਂ ਅਗਿਆਨ ਦਾ ਪਰਦਾ ਗੁਰੂ ਚੱਕ ਦਿੰਦਾ ਹੈ, ਤਾਂ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੇ ਦਰਸ਼ਨ ਹੁੰਦੇ ਹਨ। ਆਤਮਾ ਵਿੱਚੋਂ ਪਰਮਾਤਮਾ ਦਿਸਦਾ ਹੈ। ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਲਿਵਲੀਨਤਾ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਉਹ ਸਾਰੀਆਂ ਪ੍ਰਾਪਤੀਆਂ ਵਾਸਤੇ ਇਸ ਗੱਲ ਦਾ ਵਿਸ਼ਵਾਸ ਕਰਨਾ, ਸਾਨੂੰ ਆਪਣੇ ਆਪ ਨੂੰ ਮਹਿਸੂਸ ਕਰਨਾ ਪਏਗਾ ਵੀ ਅਸੀਂ ਜਨਮ ਮਰਨ ਦੇ ਚੱਕਰ 'ਚ ਪਏ ਹੋਏ ਹਾਂ। ਗੁਰਬਾਣੀ ਬਾਰ-ਬਾਰ ਇਸ ਗੱਲ 'ਤੇ ਬਚਨ ਕਰਦੇ ਸਤਿਗੁਰੂ, ਜਮ ਜਮ ਮਰੈ ਮਰੈ ਫਿਰ ਜਮੈ। ਕਿਉਂਕਿ ਜਦੋਂ ਤੁਹਾਨੂੰ ਬਿਮਾਰੀ ਦਾ ਪਤਾ ਲੱਗ ਜੇ ਨਾ, ਹੁਣੇ ਅਸੀਂ ਮਹਾਂਪੁਰਸ਼ਾਂ ਕੋਲ ਬੈਠੇ ਸੀ, ਸਵਾਮੀ ਜੀ ਕੋਲ, ਅਤੇ ਇਹਨਾਂ ਨੂੰ ਆਪਣੀ ਨਬਜ਼ ਦਿਖਾਈ ਤੋ ਕਹਿੰਦੇ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਵੈਦ ਉਹੀ ਹੈ ਨਾ ਜਿਹੜਾ ਪਹਿਲਾਂ ਰੋਗ ਨੂੰ ਸਮਝੇ, ਫਿਰ ਦਵਾਈ ਵੀ ਸਮਝੇ। ਜੇ ਰੋਗ ਦਾ ਪਤਾ ਹੀ ਨਹੀਂ ਲੱਗਾ ਵੀ ਰੋਗ ਕੀ ਹੈ, ਮਹਾਰਾਜ ਕਹਿੰਦੇ ਪਹਿਲਾਂ ਵੈਦਾ ਵੈਦ ਸੁਵੈਦ ਤੋਂ ਪਹਿਲਾਂ ਰੋਗ ਪਛਾਣ। ਪਹਿਲਾਂ ਰੋਗ ਦੇ ਪਛਾਣ ਵੀ ਬਿਮਾਰੀ ਕੀ ਹੈ। ਬਿਮਾਰੀ ਹੋਵੇਗੀ ਪਤਾ ਲੱਗ ਜਾਏਗਾ ਵੀ ਇਹ ਫਲਾਣੀ, ਫਿਰ ਇਹਦੀ ਦਵਾਈ ਵੀ ਪਤਾ ਲੱਗ ਜਾਏਗਾ। ਸਾਡੀ ਸਾਰਿਆਂ ਦੀ ਸਾਂਝੀ ਬਿਮਾਰੀ ਇੱਕੋ ਹੀ ਹੈ। ਕੀ ਬਿਮਾਰੀ ਹੈ ਸਾਡੀ? ਜਮ ਜਮ ਮਰੈ ਮਰੈ ਫਿਰ ਜਮੈ। ਇਹ ਹੈ ਸਾਡੀ ਪ੍ਰੋਬਲਮ, ਇਹ ਹੈ ਸਾਡੀ ਸਮੱਸਿਆ। ਜੇ ਇਹ ਸਮੱਸਿਆ ਦਾ ਪਤਾ ਲੱਗ ਜੇ, ਫਿਰ ਇਹਦਾ ਇਲਾਜ ਵੀ ਗੁਰੂ ਸਾਹਿਬ ਨੂੰ ਪੁੱਛੀਏ। ਜੇ ਸਾਨੂੰ ਪਤਾ ਹੀ ਨਹੀਂ ਵੀ ਅੱਜ ਕੱਲ੍ਹ ਸਾਡੇ 'ਚ ਪ੍ਰਚਾਰ ਇਹ ਹੋ ਰਿਹਾ ਸਾਡੀਆਂ ਸਟੇਜਾਂ 'ਤੇ, ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਨੇ ਇਸੇ ਕਰਕੇ ਭੇਜਿਆ ਵੀ ਸੰਸਾਰ ਨੂੰ ਭੰਬਲ ਭੂਸੇ 'ਚ ਪਾਉਣਾ, ਉਹ ਕੀ ਕਹਿੰਦੇ ਆ, ਲਓ ਜੀ ਕੋਈ ਜੰਮਣ ਮਰਨ ਹੁੰਦਾ ਹੀ ਨਹੀਂ, 84 ਲੱਖ ਜੂਨਾਂ ਹੁੰਦੀਆਂ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਆ ਇੱਕ ਵਾਰੀ ਨਹੀਂ ਲੱਖਾਂ ਵਾਰੀ ਇੱਥੇ ਆਏ ਹਾਂ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ।
ਜੇ ਇਹ ਸਮੱਸਿਆ ਨਹੀਂ ਨਾ, ਮਤਲਬ ਇਹ ਪ੍ਰੋਬਲਮ ਨਹੀਂ ਹੈ, ਤਾਂ ਫਿਰ ਗੁਰਬਾਣੀ ਦੀ ਕੋਈ ਲੋੜ ਨਹੀਂ, ਫਿਰ ਗੁਰੂ ਘਰ ਦੀ ਕੋਈ ਲੋੜ ਨਹੀਂ। ਫਿਰ ਤੇ ਨਾਸਤਕ ਹੋ ਜਾਓ, ਭਾਵੇਂ ਆਸਤਕ, ਮਰ ਜਾਣਾ। ਉਹ ਜਿਵੇਂ ਚਾਰਵਾਕ ਹੋਏ ਇੱਕ ਨਾਸਤਕ, ਉਹ ਕਹਿੰਦਾ ਵੀ ਤੁਸੀਂ ਘਿਓ ਪੀਓ, ਭਾਵੇਂ ਕਰਜ਼ਾ ਚੁੱਕ ਕੇ ਪੀਓ, ਲੋਨ ਲੈ ਕੇ, ਤੇ ਤੁਸੀਂ ਘਿਓ ਖਾਓ ਆਰਾਮ ਨਾਲ। ਕਹਿੰਦਾ ਮੁੜ ਕੇ ਕਿਹੜਾ ਆਉਣਾ, ਅਗਲੇ ਜਨਮ 'ਚ ਕਿਹੜਾ ਲੇਖਾ ਦੇਣਾ, ਜੋ ਮਰਜ਼ੀ ਕਰੀ ਜਾਓ। ਫਿਰ ਇੱਥੇ ਸਾਧ ਸੰਗਤ ਜੀ, ਫਿਰ ਸਾਨੂੰ ਕੀ ਲੋੜ ਹੈ, ਸਵੇਰੇ ਉੱਠੀਏ, ਬਾਣੀ ਪੜ੍ਹੀਏ, ਗੁਰਦੁਆਰੇ ਜਾਈਏ, ਨਿਤਨੇਮ ਕਰੀਏ, ਅੰਮ੍ਰਿਤ ਛਕੀਏ। ਫਿਰ ਤਾਂ ਆਰਾਮ ਨਾਲ ਸੌਵੋ, ਖਾਓ ਪੀਓ, ਆਪਣੇ ਜੋ ਐਸ਼ ਕਰੋ। ਫਿਰ ਆਪਾਂ ਲੇਖਾ ਨਹੀਂ ਦੇਣਾ, ਤੇ ਫਿਰ ਆਪਾਂ ਨੂੰ ਡਰ ਕਾਹਦਾ। ਇਸ ਕਰਕੇ ਗੁਰੂ ਘਰ ਨਾਲ ਜੁੜੇ ਰਹਿਣਾ ਚਾਹੁੰਦੇ ਹੋ, ਧਰਮ ਨਾਲ ਜੁੜੇ ਰਹਿਣਾ ਚਾਹੁੰਦੇ ਹੋ, ਇਹ ਤੁਸੀਂ ਚਾਹੁੰਦੇ ਹੋ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ 'ਤੇ ਕਿਰਪਾ ਕਰਦੇ ਰਹਿਣ, ਤਾਂ ਉਹਨਾਂ ਦੇ ਇਹ ਦੋ ਸਿਧਾਂਤ ਸਮਝੋ ਵੀ ਇੱਕ ਤਾਂ ਆਤਮਾ ਅਮਰ ਅਵਿਨਾਸ਼ੀ ਹੈ, ਔਰ ਇਹ ਜਨਮ ਮਰਨ ਦੇ ਚੱਕਰ 'ਚ ਪਈ ਹੋਈ ਹੈ। ਇੱਕ ਵਾਰੀ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੈਂਕੜੇ ਸ਼ਬਦਾਂ 'ਚ ਮਹਾਰਾਜ ਦੱਸ ਰਹੇ ਹੈ। ਕਬੀਰ ਸਾਹਿਬ ਜੀ ਵੀ ਕਹਿੰਦੇ, ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਇਹ ਬੰਦੇ, ਜਦੋਂ ਤੇਰੇ ਚਾਰ ਪੈਰ ਹੋਣਗੇ, ਚਾਰ ਪੈਰ ਕਿਹਦੇ ਹੁੰਦੇ ਆ? ਪਸ਼ੂ ਦੇ, ਬਲਦ ਦੇ, ਬੈਲ ਦੇ। ਚਾਰ ਤੇਰੇ ਪੈਰ ਹੋਣਗੇ, ਦੋ ਤੇਰੇ ਸਿਰ ਤੇ ਸਿੰਘ ਹੋਣਗੇ, ਮੂੰਹ ਤੋਂ ਗੂੰਗਾ ਹੋਵੇਗਾ, ਤਬ ਕੈਸੇ ਗੁਣ ਗਈ ਹੈ। ਉਦੋਂ ਤੁਸੀਂ ਕੀਰਤਨ ਕਿਵੇਂ ਕਰੋਗੇ? ਉਦੋਂ ਕਿਵੇਂ ਤੁਸੀਂ ਕਥਾ ਕਰੋਗੇ? ਚਾਰ ਪਾਵ ਦੋਏ ਸਿੰਘ, ਦੋ ਤੇਰੇ ਸਿੰਘ ਹੋਣਗੇ, ਗੁੰਗ ਮੁਖ, ਮੂੰਹ ਤੋਂ ਗੂੰਗਾ ਹੋਵੇਗਾ, ਤਬ ਕੈਸੇ ਗੁਣ ਗਈ ਹੈ। ਕੈਸੇ, ਕਿਵੇਂ ਗੁਣ ਗਾਏਗਾ? ਉਠਤ ਬੈਠਤ ਠੇਗਾ ਪਰ ਹੈ, ਉੱਠਦੇ ਬਹਿੰਦੇ ਨੂੰ ਠੁੱਡਾ ਪਏਗਾ, ਡੰਡਾ ਪਏਗਾ। ਤਬ ਕਤ ਮੂਡ ਲੁਕਾਈ ਹੈ, ਕਿੱਥੇ ਸਿਰ ਲੁਕਾਏਗਾ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਹਰੀ ਪਰਮੇਸ਼ਰ ਤੋਂ ਬਿਨਾਂ ਬਗਾਨੇ ਬਲਦ ਬਣਨਾ ਪੈਂਦਾ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫੂਟੇ ਨਾਕਨ ਟੂਟੇ ਕਾਦਨ, ਕੋਦੋ ਕੋ ਪੁਸ ਖਈ ਹੈ। ਮੋਢੇ ਦੇ ਪੰਜਾਲੀ ਧਰੀ ਹੁੰਦੀ ਹੈ ਬਲਦ ਦੇ, ਉਹ ਜਿਹੜੇ ਉਹਦੇ ਨਾਲ ਕੰਧਾ ਟੁੱਟ ਜਾਂਦਾ, ਤੇ ਨੱਕ ਪਾੜ ਕੇ ਨੱਥ ਪਾਈ ਹੁੰਦੀ ਹੈ। ਕੋਧਰੇ ਦਾ ਭੂਸਾ ਖਾਣ ਨੂੰ ਮਿਲਦਾ, ਤੂੜੀ ਖਾਣ ਨੂੰ ਮਿਲਦੀ ਹੈ। ਤੋ ਹਰ ਬਿਨ ਬੈਲ ਬਿਰਾਨੇ ਹੋਈ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਗਾਨੇ ਬਲਦ ਬਣਨਾ ਪੈਂਦਾ। ਫਿਰ ਇਸ ਤੋਂ ਵੀ ਭੈੜੀਆਂ ਭੈੜੀਆਂ ਜੂਨਾਂ ਹਨ, ਸੱਪ ਹਨ, ਸੂਰ ਹਨ, ਕੁੱਤੇ ਹਨ, ਹੋਰ ਭਿਆਨਕ ਤੋਂ ਭਿਆਨਕ ਡਰਾਉਣੀਆਂ ਜੂਨਾਂ ਹਨ। ਉਹਨਾਂ ਵਿੱਚ ਜੀਵ ਆਤਮਾ ਚਲੀ ਜਾਂਦੀ ਹੈ। ਜੈਸੀ ਜੈਸੀ ਬਾਸ਼ਨਾ, ਜਿਤ ਲਾਗੋ ਮਨ ਬਾਸ਼ਨਾ, ਅੰਤ ਸਾਈ ਪ੍ਰਗਟਾਨੀ। ਜਿੱਧਰ ਬਾਸ਼ਨਾ ਲੱਗੀ ਸਾਡੀ, ਉਹ ਚੀਜ਼ ਸਾਹਮਣੇ ਆ ਜਾਣੀ। ਪਤਨੀ ਨਾਲ ਬੜਾ ਪਿਆਰ ਸੀਗਾ, ਮਰਨ ਲੱਗਿਆ ਖਿਆਲ ਆਇਆ ਮੈਂ ਆਪਣੀ ਪਤਨੀ ਨੂੰ ਛੱਡ ਚੱਲਿਆ, ਅੰਤ ਕਾਲ ਜੇ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰਾਣ ਨਿਕਲ ਗਏ। ਬੇਸ਼ਵਾ ਜੋਨ ਵਲ ਵਾਲੇ ਉਤਰੈ, ਉਹ ਕਾਮ ਵਾਸ਼ਨਾ ਵਾਲੀ ਜੂਨੀ ਮਿਲ ਜੇਗੀ। ਪੈਸਾ ਰੱਖਿਆ ਸੀ ਕਿਤੇ, ਉਸ ਪੈਸੇ, ਮੇਰੀ ਥਾਂ ਫਲਾਣੀ ਥਾਂ ਤੇ ਮੇਰਾ ਪੈਸਾ ਦੱਬਿਆ। ਪਹਿਲਾਂ ਬੈਂਕਾਂ ਬੁੰਕਾਂ 'ਚ ਘੱਟ ਹੀ ਹੁੰਦਾ ਸੀ, ਲੋਕ ਦੱਬ ਛੱਡਦੇ ਸੀਗੇ। ਤੇ ਬੈਂਕ 'ਚ ਵੀ ਹੋਵੇ ਤਾਂ ਵੀ ਧਿਆਨ ਤਾਂ ਰਹਿੰਦਾ ਹੀ ਹੈ ਵੀ ਮੇਰਾ ਬੈਂਕ 'ਚ ਇੰਨਾ ਪਿਆ ਸੀ, ਉੱਥੇ ਮੇਰਾ ਹੁਣ ਕੀ ਬਣੇਗਾ। ਅੰਤਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਉਸੇ ਧਿਆਨ ਵਿੱਚ ਮਰ ਗਿਆ, ਸੱਪ ਬਣ ਕੇ ਉੱਤੇ ਜਾ ਕੇ ਪਹਿਰਾ ਦੇਣ ਲੱਗ ਜਾਂਦਾ। ਸਰਪ ਜੋਨ ਵਲ ਵਾਲੇ ਉਤਰੈ। ਤੁਸੀਂ ਬਹੁਤ ਸਾਰੀਆਂ ਕਿਸੇ ਕਹਾਣੀਆਂ ਸੁਣੇ ਹੋਣਗੇ, ਐਸੇ ਬਹੁਤ ਸਾਰੇ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ। ਤੇ ਹੁਣ ਵੀ ਇਹੋ ਜਿਹੇ ਚਾਂਸ ਕਈ ਜਗ੍ਹਾ 'ਤੇ ਹੋਏ ਨੇ, ਉੱਤੇ ਫਿਲਮਾਂ ਵੀ ਬਣੀਆਂ ਨੇ ਬਈ ਬੜੇ ਬੜੇ ਵੱਡੇ ਪੁਰਾਣੇ ਜ਼ਮਾਨੇ ਦੇ ਖਜ਼ਾਨੇ ਦੱਬੇ ਪਏ ਸੀ, ਹੀਰੇ ਮੋਤੀ ਸੋਨਾ ਚਾਂਦੀ। ਜਦੋਂ ਪੁੱਟਿਆ ਤੇ ਉਹਦੇ 'ਚ ਸੱਪ ਬੈਠੇ ਇੱਦਾਂ ਸਿਰ ਚੁੱਕ ਕੇ, ਕਿਉਂਕਿ ਇਹ ਸੱਚਾਈ ਹੈ ਕਿ ਉਹ ਸੱਪ ਉੱਤੇ ਆ ਕੇ ਖਜ਼ਾਨਿਆਂ ਦੇ ਬੈਠ ਜਾਂਦੇ ਨੇ, ਤੇ ਉਹ ਕਹਿੰਦੇ ਵੀ ਸਾਡਾ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਸਰਪ ਜੋਨ ਬਲ ਵਾਲੇ ਉਤਰੈ, ਸੱਪ ਦੀ ਜੂਨ 'ਚ ਪੈ ਜਾਂਦਾ। ਇਹ ਮਹਾਰਾਜ ਸਾਹਿਬ ਜੀ ਨੇ ਸ਼ਬਦ ਵਿੱਚ ਸਾਰੇ ਇਹ ਬਾਸ਼ਨਾ ਦੇ ਹੀ ਦੱਸੇ ਵੀ ਜਿੱਧਰ ਬਾਸ਼ਨਾ ਉੱਧਰ ਜੀਵ ਜਾਂਦਾ। ਅਤੇ ਜੇ ਆਪਣੀ ਬਾਸ਼ਨਾ ਪਰਮੇਸ਼ਰ 'ਚ ਹੋਵੇ, ਵਾਹਿਗੁਰੂ ਵੱਲ ਪਿਆਰ ਹੋਵੇ,
ਵਾਹਿਗੁਰੂ 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 ਲੱਖਾਂ ਵਾਰੀ ਕਿਉਂ ਜਪੀਏ? ਇੱਕ ਵਾਰੀ ਜਪਿਆ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੱਖਾਂ ਵਾਰੀ ਵਾਹਿਗੁਰੂ ਕਹਿਣ ਦਾ ਇਹ ਫਾਇਦਾ ਵੀ ਅਖੀਰਲੇ ਸਮੇਂ ਵਾਹਿਗੁਰੂ ਮੂੰਹ ਤੇ ਯਾਦ ਆ ਜਾਵੇ, ਪਰਮੇਸ਼ਰ 'ਚ ਬਿਰਤੀ ਚਲੀ ਜਾਵੇ। ਅੰਤਕਾਲ ਨਾਰਾਇਣ ਸਿਮਰੈ, ਪਰਮੇਸ਼ਰ ਨੂੰ ਯਾਦ ਕਰੇ। ਮਹਾਰਾਜ ਕਹਿੰਦੇ ਐਸੀ ਚਿੰਤਾ ਮਹਿ ਜੇ ਮਰੈ, ਐਸੀ ਚਿੰਤਾ ਵਿੱਚ ਸਰੀਰ ਨਿਕਲ ਛੁੱਟ ਜਾਵੇ। ਸਰੀਰ ਛੁੱਟੇ ਤੇ ਪਰਮੇਸ਼ਰ ਵਿੱਚ ਹੀ ਜਾ ਕੇ ਬਦਤ ਤੇ ਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਵਸੈ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਉਹਦੇ ਹਿਰਦੇ 'ਚ ਵਸ ਗਿਆ, ਉਹ ਮੁਕਤ ਹੋ ਗਿਆ, ਪਰਮੇਸ਼ਰ 'ਚ ਰਲ ਗਿਆ। ਪਰਮੇਸ਼ਰ ਮੁਕਤੀ ਹੈ ਨਾ, ਉਹਦੇ ਵਿੱਚ ਜਾ ਕੇ ਅਭੇਦ ਹੋ ਗਿਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੋ ਸਾਧ ਸੰਗਤ ਜੀ, ਇਹ ਚੀਜ਼ ਸਮਝਣੀ ਜ਼ਰੂਰੀ ਹੈ। ਮੈਂ ਇੱਥੋਂ ਦੇ ਬੱਚੇ, ਕਿਉਂਕਿ ਇੰਡੀਆ ਵਿੱਚ ਤਾਂ ਮਾਹੌਲ ਇੱਦਾਂ ਦਾ, ਗੱਲਬਾਤ ਬਾਰ-ਬਾਰ ਹੁੰਦੀ ਰਹਿੰਦੀ। ਆਮ ਪਿੰਡਾਂ 'ਚ ਅਨਪੜ੍ਹ ਮਾਈਆਂ ਵੀ ਇੱਦਾਂ ਦੀ ਗੱਲ ਕਰ ਲੈਂਦੀਆਂ ਵੀ ਉਹਨਾਂ ਨੂੰ ਪਤਾ ਰਹਿੰਦਾ ਵੀ ਸਾਡੀ ਜਿਹੜੀ ਜੂਨ ਹੈ ਇਹ ਬਦਲ ਜਾਂਦੀ ਹੈ। ਪਰ ਇੱਥੇ ਗੱਲ ਨਹੀਂ ਹੁੰਦੀ, ਨਾ ਸਕੂਲਾਂ 'ਚ, ਨਾ ਕਾਲਜਾਂ 'ਚ, ਨਾ ਘਰਾਂ 'ਚ। ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਆਉਣ ਵਾਲੇ ਸਮੇਂ 'ਚ ਨਿਸ਼ਚਾ ਜਿਹੜਾ ਹੈ ਉਹ ਡੋਲਣ ਦਾ ਖਤਰਾ ਹੈ। ਗੁਰਬਾਣੀ 'ਤੇ ਨਿਸ਼ਚਾ ਬਣਾ ਕੇ ਰੱਖੋ। ਗੁਰਬਾਣੀ 'ਤੇ ਨਿਸ਼ਚਾ ਤਾਂ ਬਣੇਗਾ ਜੇ ਗੁਰਬਾਣੀ ਦੇ ਸਿਧਾਂਤ ਦਾ ਪਤਾ ਹੋਵੇਗਾ। ਸਿਧਾਂਤ ਦਾ ਪਤਾ, ਅੱਜ ਕੱਲ੍ਹ ਉਹ ਲੋਕ ਆ ਰਹੇ ਨੇ ਪ੍ਰਚਾਰ ਕਰਨ ਲਈ ਜਿਹੜੇ ਕਹਿੰਦੇ 84 ਲੱਖ ਜੂਨਾਂ ਹੁੰਦੀਆਂ ਹੀ ਨਹੀਂ, ਇਹ ਤਾਂ ਡਰਾਵੇ ਹੀ ਨੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਸਾਡੇ ਤੋਂ ਲੈਣਾ? ਸਾਡੇ ਤੋਂ ਮੰਗਿਆ ਤਾਂ ਕੁਛ ਨਹੀਂ, ਦਿੱਤਾ ਹੀ ਹੈ। ਸਾਹਿਬਜ਼ਾਦੇ ਵੀ ਸਾਡੇ ਲਈ ਵਾਰ ਦਿੱਤੇ, ਆਪ ਵੀ ਤੱਤੀਆਂ ਤਵੀਆਂ 'ਤੇ ਬਹਿ ਗਏ। ਜੇ ਤਾਂ ਗੁਰੂ ਨੇ ਸਾਡੇ ਤੋਂ ਕੁਝ ਲੈਣਾ ਹੋਵੇ ਤਾਂ ਸਾਡੇ ਨਾਲ ਗੁਰੂ ਝੂਠ ਬੋਲੇ। ਗੁਰੂ ਤਾਂ ਸਾਡੇ ਲਈ ਸੱਚ ਹੀ ਸੱਚ ਕਹਿ ਰਿਹਾ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਮੰਗਿਆ ਕੁਛ ਨਹੀਂ, ਦਿੱਤਾ ਹੀ ਹੈ ਗੁਰੂ ਨੇ। ਜਿਹੜਾ ਗੁਰੂ ਦਾਤਾ ਹੈ, ਦੇਣ ਵਾਲਾ ਹੈ, ਉਹਨੇ ਸਾਡੇ ਭਲੇ ਲਈ ਜੋ ਉਪਦੇਸ਼ ਸੱਚਖੰਡ ਤੋਂ ਲੈਂਦਾ, ਉਹ ਸਤਿਗੁਰੂ ਜੀ ਦੇ ਉਪਦੇਸ਼ 'ਤੇ ਨਿਸ਼ਚਾ ਰੱਖੀਏ, ਵਿਸ਼ਵਾਸ ਕਰੀਏ, ਤੇ ਫਿਰ ਸਾਡਾ ਕਲਿਆਣ ਹੋਵੇਗਾ। ਸੋ ਆਪਾਂ ਸਾਰੇ ਗੁਰੂ ਦੇ ਚਰਨਾਂ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਹਾਂ। ਕੱਲ੍ਹ ਸਤਿਕਾਰਯੋਗ ਮਹਾਨ ਵਿਦਵਾਨ ਵਿਦਿਆ ਮਾਰਤੰਡ ਗਿਆਨੀ ਭਗਵਾਨ ਸਿੰਘ ਜੀ ਹੋਰਾਂ ਨੇ ਕਥਾ ਕੀਤੀ ਸੀ। ਮਹਾਂਪੁਰਸ਼ਾਂ ਨੇ ਚੌਪਈ ਸਾਹਿਬ ਦਾ ਪਾਠ ਸ਼ੁਰੂ ਕੀਤਾ ਸੀ। ਇਹ ਮਹਾਰਾਜ ਸਾਹਿਬ ਜੀ ਨੇ ਸਾਡੇ ਵਾਸਤੇ ਬਹੁਤ ਸੁੰਦਰ ਬਾਣੀ। ਸਾਧ ਸੰਗਤ ਜੀ, 108 ਮਣਕੇ ਹੁੰਦੇ ਮਾਲਾ ਦੇ, 108 ਮਣਕੇ ਮਾਲਾ ਦੇ। ਸਾਡੇ ਭਾਰਤ ਦੇ ਜਿੰਨੇ ਵੀ ਮੱਤ ਨੇ 108 ਮਣਕਿਆਂ ਦੀ ਮਾਲਾ ਵਰਤਦੇ ਆ। ਔਰ ਸਾਧੂ ਮਹਾਤਮਾ ਮਹਾਂਪੁਰਸ਼ਾਂ ਨੂੰ 108 ਕਹਿੰਦੇ ਆ। ਉਹਦੇ ਖੈਰ ਬੜੇ ਡੂੰਘੇ ਡੂੰਘੇ ਅਰਥ ਮਹਾਂਪੁਰਸ਼ਾਂ ਨੇ ਕੀਤੇ ਆ। ਪਰ 108 ਮਾਲਾ ਦਾ ਮਣਕਾ ਜਾਪ ਅਭਿਆਸ ਲਈ ਵਰਤਿਆ ਜਾਂਦਾ। ਚੌਪਈ ਸਾਹਿਬ ਦੀਆਂ 108 ਹੀ ਸਾਧ ਸੰਗਤ ਦੀ ਪੰਕਤੀਆਂ ਹਨ। 108 ਪੰਕਤੀਆਂ ਚੌਪਈ ਸਾਹਿਬ ਦੀਆਂ। ਹਮਰੀ ਕਰੋ ਹਾਥ ਰੱਛਾ ਤੋਂ ਲੈ ਕੇ ਅੜਿੱਲ ਤੱਕ, ਅੜਿੱਲ ਤੋਂ ਪਹਿਲਾਂ ਤੁਸੀਂ ਗਿਣ ਲਓ। 27 ਪੌੜੀਆਂ ਦੇ ਵਿੱਚ 108 ਪੰਕਤੀਆਂ ਹਨ। ਅੜਿੱਲ ਵਿੱਚ ਫਿਰ ਮਹਾਰਾਜ ਨੇ ਮਹਾਤਮ ਦੱਸਿਆ ਹੋਇਆ। ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵੀ। ਗੂੰਗਾ ਵੀ ਸੁਣੇ। ਕੱਲ੍ਹ ਵੀ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਅੱਜ ਆਉਣਾ, ਅਤੇ ਕੱਲ੍ਹ ਨਾ ਉਹਨਾਂ ਨੂੰ ਇੱਕ ਸਿੰਘ ਨੇ ਆਪਣਾ ਬੱਚਾ ਪੇਸ਼ ਕੀਤਾ। ਉਹ ਮਸਤਾਨਾ, ਥੋੜ੍ਹਾ ਜਿਹਾ ਬੋਲਦਾ ਨਹੀਂ, ਗੂੰਗਾ ਹੈ। ਅਤੇ ਬਾਬਾ ਜੀ ਉੱਥੇ ਏਅਰਪੋਰਟ 'ਤੇ ਕਹਿੰਦੇ ਵੀ ਚੌਪਈ ਸਾਹਿਬ ਸੁਣਾਇਆ ਕਰੋ ਇਹਨੂੰ। ਕਹਿੰਦੇ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵੇ। ਗੂੰਗਾ ਸੁਣੇ ਨਾ, ਉਹਨੂੰ ਰਸਨਾ ਮਿਲ ਜਾਂਦੀ ਹੈ। ਸੁਣੈ ਮੂੜ ਚਿਤ ਲਾਏ। ਮੰਦ ਬੁੱਧੀ, ਜਿਹਦੀ ਬੁੱਧੀ ਕੰਮ ਨਹੀਂ ਕਰਦੀ, ਪੜ੍ਹਾਈ ਨਹੀਂ ਆਉਂਦੀ, ਪੜ੍ਹਦਾ ਭੁੱਲ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਚੌਪਈ ਸਾਹਿਬ ਨੂੰ ਸੁਣੇ, ਚਤੁਰਤਾ ਭਾਵਈ, ਉਹਨੂੰ ਚਤੁਰਤਾ ਵਿੱਦਿਆ ਆ ਜਾਏਗੀ, ਚਤੁਰਾਈ ਸਿਆਣਪ ਆ ਜਾਏਗੀ। ਉਹਦੀ ਬੁੱਧੀ ਜਿਹੜੀ ਹੈ ਉਹ ਕੰਮ ਕਰੇਗੀ। ਸੁਣੈ ਗੁੰਗ ਚਿਤ ਲਾਏ, ਸੁਣੈ ਮੂੜ ਚਿਤ ਲਾਏ, ਚਤੁਰਤਾ ਆਵਈ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ। ਦੁੱਖ ਦਲਿੱਦਰ ਡਰ ਨੇੜੇ ਨਹੀਂ ਆਏਗਾ। ਹੋ ਜੋ ਜਾਂ ਕਿ ਇੱਕ ਬਾਰ ਚੌਪਈ ਕੋ ਕਹੇ। ਜਿਹੜਾ ਇੱਕ ਵਾਰੀ ਸ੍ਰੀ ਚੌਪਈ ਸਾਹਿਬ ਦਾ ਪਾਠ ਕਰੇ, ਇੰਨਾ ਮਹਾਤਮ ਦੱਸਿਆ। 108 ਪੰਕਤੀਆਂ ਦੀ ਮਾਲਾ ਸੱਚੇ ਪਾਤਸ਼ਾਹ ਨੇ ਬੇਨਤੀ ਰੂਪ, ਬੇਨਤੀ ਕਿਵੇਂ ਕਰੀਦੀ ਹੈ ਉਹ ਬਣਾ ਕੇ ਦਿੱਤੀ।
ਸਾਧ ਸੰਗਤ ਜੀ, ਦਸਮ ਦੇ ਛੰਦਾਂ ਵਿੱਚ ਵੀ ਕਮਾਲ ਹੀ ਹੈ। ਮਹਾਰਾਜ ਸਾਹਿਬ ਜੀ ਨੇ ਬਹੁਤ ਪ੍ਰਕਾਰ ਦੇ ਛੰਦ ਵਰਤੇ। ਸਵਈਏ, ਦੋਹਰੇ, ਕਵਿੱਤ, ਚੌਪਈ ਤੇ ਮਹਾਰਾਜ ਸਾਹਿਬ ਜੀ ਨੇ ਇਹ ਚੌਪਈਆਂ ਜਿਹੜੀਆਂ ਲਿਖੀਆਂ, 108 ਪੰਕਤੀਆਂ, 27 ਪੌੜੀਆਂ, ਫਿਰ ਅੱਗੇ ਅੜਿਲ। ਤੇ ਕਈ ਲੋਕ ਕਹਿੰਦੇ ਜੀ ਅੜਿਲ ਨਹੀਂ ਪੜ੍ਹਨਾ, ਉਹ ਤਾਂ ਚੌਪਈ ਤੋਂ ਬਾਅਦ ਹੈ, ਮਹਾਤਮ ਹੈ। ਪਰ ਨਹੀਂ ਸਾਧ ਸੰਗਤ ਜੀ, ਮਹਾਤਮ ਪੜ੍ਹ ਕੇ ਪਤਾ ਲੱਗਣਾ ਵੀ ਇਹ ਬਾਣੀ ਹੈ। ਹੁਣ ਸੁਖਮਨੀ ਸਾਹਿਬ ਵਿੱਚ ਵੀ ਤਾਂ ਮਹਾਤਮ ਦੱਸਿਆ ਅਖੀਰ ਦੇ ਵਿੱਚ, ਕਹਿੰਦੇ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਰਲਭ ਦੇਹ ਤਤਕਾਲ ਉਧਾਰੈ। ਇਸੇ ਤਰ੍ਹਾਂ ਕਾਨੜੇ ਦੀ ਵਾਰ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਅਖੀਰ 'ਚ ਉਸ ਵਾਰ ਦਾ ਮਹਾਤਮ ਦੱਸਿਆ। ਚੰਡੀ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਮਹਾਤਮ ਦੱਸਿਆ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਬਾਣੀ ਦਾ ਮਹਾਤਮ ਨਾਲ ਨਾਲ ਸਤਿਗੁਰਾਂ ਦੱਸਿਆ। ਨਾਨਕ ਇਹ ਗੁਣ ਨਾਮ ਸੁਖ ਮਨੀ। ਕਿੱਡੀ ਇਸੇ ਤਰ੍ਹਾਂ ਇੱਥੇ ਚੌਪਈ ਸਾਹਿਬ ਵਿੱਚ ਵੀ ਮਹਾਤਮ। ਜਿਹੜੇ ਸ਼ੰਕਾ ਪਾਉਣ ਵਾਲੇ ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ ਕੱਢ ਕੇ ਲਿਆਉਂਦੇ, ਸ਼ੰਕੇ ਵਾਲੇ, ਬਾਣੀ ਤੇ ਸ਼ੰਕਾ ਪਾਉਣ ਵਾਲੇ। ਆਖਿਰ ਜੀ ਇਹ ਜਿਹੜਾ ਅੱਗੇ ਲਿਖਿਆ ਹੈ ਤਾਂ ਮਹਾਤਮ ਦੱਸਿਆ ਹੈ, ਮਹਾਤਮ ਬਾਣੀ ਦਾ। ਉਹ ਦਸਮ ਦੇ ਵਿੱਚ ਤਾਂ ਦੱਸਿਆ, ਆਦਿ ਗੁਰੂ ਗ੍ਰੰਥ ਸਾਹਿਬ 'ਚ ਵੀ ਦੱਸਿਆ ਹੋਇਆ। ਅਖੀਰ 'ਚ ਵੀ ਮਹਾਰਾਜ ਨੇ ਲਿਖਿਆ, ਜੇ ਕੋ ਖਾਵੈ ਜੇ ਕੋ ਭੁੰਚੈ। ਗੁਰਬਾਣੀ ਦੇ ਬਾਰੇ ਲਿਖਿਆ ਨਾ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ। ਜਿਹੜਾ ਗੁਰਬਾਣੀ ਨੂੰ ਪੜ੍ਹੇਗਾ, ਜਿਹੜਾ ਗੁਰਬਾਣੀ ਨੂੰ ਸੁਣੇਗਾ, ਜਿਹੜਾ ਗੁਰਬਾਣੀ ਰੂਪੀ ਭੋਜਨ ਨੂੰ ਛਕੇਗਾ, ਉਹਦਾ ਉਧਾਰ ਹੋ ਜਾਏਗਾ, ਕਲਿਆਣ ਹੋ ਜਾਏਗਾ। ਇੱਥੇ ਵੀ ਮਹਾਰਾਜ ਕਹਿੰਦੇ ਵੀ ਸੁਣੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ, ਹੋ ਜੋ ਜਾ ਕੀ ਏਕ ਬਾਰ ਚੌਪਈ ਕੋ। ਇੰਨਾ ਮਹਾਤਮ ਇਸ ਬਾਣੀ ਦਾ। ਮਹਾਂਪੁਰਸ਼ਾਂ ਨੇ ਸਾਰੀ ਭੂਮਿਕਾ ਕੱਲ੍ਹ ਦੱਸੀ ਸੀ। ਕੁਝ ਮਿੰਟਾਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਮੈਨੂੰ ਸਮੇਂ ਦਾ ਕੋਈ ਪਤਾ ਨਹੀਂ, ਨਾ ਮੇਰੇ ਕੋਲ ਘੜੀ ਹੈ ਅਤੇ ਨਾ ਮੈਨੂੰ ਪਤਾ ਹੈ ਅਤੇ ਕਿੰਨੇ ਵਜੇ ਭੋਗ ਪਾਉਣਾ। ਜਦੋਂ ਤੁਸੀਂ ਇਸ਼ਾਰਾ ਕਰੋਗੇ ਸਮਾਪਤੀ ਕਰ ਦਿਆਂਗੇ। ਕੁਝ ਮਿੰਟਾਂ ਲਈ ਮਨ ਬਿਰਤੀਆਂ ਇਕਾਗਰ ਕਰੀਏ, ਕੁਝ ਪੌੜੀਆਂ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਹਿ ਛਾੜ ਕੋਈ ਅਵਰ ਨ ਧਿਆਊ। ਇਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਨਿਰੰਕਾਰ ਜੋਤੀ ਸਰੂਪ ਜੀਓ, ਆਪ ਜੀ ਨੂੰ ਛੱਡ ਕੇ ਅਸੀਂ ਕਿਸੇ ਹੋਰ ਨੂੰ ਨਹੀਂ ਧਿਆਉਂਦੇ, ਨਾ ਧਿਆਈਏ। ਸਾਡੀ ਇਹੀ ਅਰਦਾਸ ਹੈ ਵੀ ਸਦਾ ਸਾਡੇ ਧਿਆਨ ਵਿੱਚ ਤੁਸੀਂ ਵਸੇ ਰਹੋ। ਆਪ ਜੀ ਨੂੰ ਛੱਡ ਕੇ ਕਿਸੇ ਹੋਰ ਦਾ ਖਿਆਲ ਮਾਤਰ ਵੀ ਨਾ ਆਵੇ, ਫੁਰਨਾ ਹੀ ਨਾ ਆਵੇ। ਇਹ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਜੀ, ਸਦਾ ਸਦਾ ਹਰ ਵੇਲੇ ਸਾਡੇ ਧਿਆਨ ਵਿੱਚ ਤੁਹਾਡਾ ਹੀ ਸਿਮਰਨ ਚੱਲਦਾ ਰਹੇ। ਵਾਹਿਗੁਰੂ 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 ਵਾਹਿਗੁਰੂ। ਕਿਸੇ ਹੋਰ ਦਾ ਧਿਆਨ ਨਾ ਕਰੀਏ। ਜੋ ਬਰ ਚਾਹਉ ਸੋ ਤੁਮ ਤੇ ਪਾਉ। ਇਹ ਸੱਚੇ ਪਾਤਸ਼ਾਹ, ਜਿਹੜੀ ਸਾਡੀ ਇੱਛਾ ਹੋਵੇ ਵਰ ਦੀ, ਜਿਹੜੀ ਪਦਾਰਥ ਦੀ ਸਾਨੂੰ ਲੋੜ ਹੋਵੇ, ਤੁਹਾਡੇ ਤੋਂ ਮੰਗੀਏ। ਜਿਹੜੀ ਵੀ ਸਾਡੀ ਲੋੜ ਹੋਵੇ, ਕਿਤੇ ਹੋਰ ਨਾ ਜਾਣਾ ਪਵੇ। ਕਿਉਂਕਿ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ ਹੈ। ਜੇ ਹੋਰ ਕਿਸੇ ਕੋਲੋਂ ਜਾ ਕੇ ਮੰਗੀਏ ਨਾ, ਸ਼ਰਮ ਆਉਂਦੀ ਹੈ, ਲਾਜ ਆਉਂਦੀ। ਸਾਡੇ ਇੱਕ ਬਾਬਾ ਜੀ ਸੀ, ਬਾਬਾ ਦਰਸ਼ਨ ਸਿੰਘ ਜੀ ਨਿਹੰਗ ਸਿੰਘ ਸਨ, ਹੁਣ ਤਾਂ ਸਰੀਰ ਛੱਡ ਗਏ ਉਹ। ਉਹਨਾਂ ਨੇ ਬਚਨ ਸੁਣਾਇਆ, ਕਹਿੰਦੇ ਮੈਨੂੰ ਸ਼ੌਂਕ ਜਾਗਿਆ ਵੀ ਕਾਲਾ ਇਲਮ ਸਿੱਖੀਏ। ਕਹਿੰਦੇ ਮੈਂ ਮਲੇਰਕੋਟਲੇ ਚਲਾ ਗਿਆ। ਸਾਡੇ ਪੰਜਾਬ ਸ਼ਹਿਰ ਹੈ ਮਲੇਰਕੋਟਲਾ, ਮੁਸਲਮਾਨਾਂ ਦਾ, ਉੱਥੇ ਬਹੁਤ ਮੁਸਲਮਾਨ ਰਹਿੰਦੇ। ਅਤੇ ਉਹ ਕਾਲਾ ਇਲਮ 3 ਇਲਮ ਹੁੰਦੇ ਮੁਸਲਮਾਨਾਂ 'ਚ, ਚਿੱਟਾ ਇਲਮ, ਲਾਲ ਇਲਮ, ਕਾਲਾ ਇਲਮ। ਚਿੱਟਾ ਇਲਮ ਉਹਨੂੰ ਕਹਿੰਦੇ ਆ ਜਿਹੜਾ ਕੁਰਾਨ ਸ਼ਰੀਫ ਦੇ ਵਿੱਚ ਪ੍ਰਮਾਤਮਾ ਦਾ, ਕੋਈ ਰੱਬ ਦਾ ਨਾਮ ਹੈ, ਪ੍ਰਮਾਤਮਾ ਨੂੰ ਮਿਲਣ ਦੀ ਜਿਹੜੀ ਗੱਲ ਹੈ, ਉਹਨੂੰ ਚਿੱਟਾ ਇਲਮ ਕਹਿੰਦੇ ਆ। ਜਿਹੜਾ ਲੋਕਾਂ ਦੇ ਕੰਮਕਾਰ ਸਵਾਰਨਾ, ਜਿਵੇਂ ਆਪਾਂ ਅਰਦਾਸਾਂ ਕਰਦੇ ਹਾਂ, ਮੇਰਾ ਕੰਮ ਹੋ ਜੇ, ਮੇਰਾ ਉਹ ਕੰਮ ਹੋ ਜੇ, ਭਲੇ ਦਾ ਕੰਮ ਹੋਵੇ ਦੁਨਿਆਵੀ, ਉਹਨੂੰ ਲਾਲ ਇਲਮ ਕਹਿ ਦਿੰਦੇ ਆ। ਅਤੇ ਤੀਜਾ ਕਹਿੰਦੇ ਕਾਲਾ ਇਲਮ, ਵੀ ਜਿਹੜਾ ਕਿਸੇ ਦਾ ਨੁਕਸਾਨ ਕਰਨਾ ਹੋਵੇ, ਵੀ ਦੂਜੇ ਦੀ ਲੱਤ ਟੁੱਟ ਜੇ, ਫਲਾਣੇ ਦਾ ਆਹ ਹੋ ਜੇ, ਫਲਾਣੇ ਦਾ ਆਹ ਹੋ ਜੇ, ਫਲਾਣਾ ਮਾਰੀ ਜਾਵੇ, ਉਹ ਦੂਜਿਆਂ ਦਾ ਬੁਰਾ ਕਰਨ ਵਾਲਾ, ਉਹ ਕਾਲਾ ਇਲਮ ਹੁੰਦਾ। ਕਹਿੰਦੇ ਮੈਂ ਸੋਚਿਆ ਵੀ ਕਾਲਾ ਇਲਮ ਸਿੱਖੀਏ।
ਕਹਿੰਦੇ ਜਾ ਕੇ ਮੈਂ ਉਹਦੇ ਕੋਲ ਪੁੱਛਿਆ ਵੀ ਮੈਨੂੰ ਕਾਲਾ ਇਲਮ ਸਿਖਾ ਦੇ। ਉਹ ਕਹਿੰਦਾ ਵੀ ਸਰਦਾਰ ਜੀ ਤੇਰੇ ਕੋਲ ਗੁਟਕਾ ਹੈ? ਉਹ ਕਹਿੰਦਾ ਹਾਂ ਹੈ। ਕਹਿੰਦਾ ਮੈਂ ਉਹਨੂੰ ਗੁਟਕਾ ਕੋਲ ਹੀ ਸੀ, ਕਹਿੰਦੇ ਕੱਢ ਕੇ ਦਿਖਾਇਆ। ਕਹਿੰਦੇ ਦਿਖਾ ਜਰਾ। ਕਹਿੰਦੇ ਦਿਖਾਇਆ। ਕਹਿੰਦਾ ਇਹਦੇ ਅੱਖਰ ਕਾਲੇ ਕਿ ਨੀਲੇ ਪੀਲੇ? ਕਹਿੰਦਾ ਕਾਲੇ ਹੀ ਨੇ। ਕਹਿੰਦੇ ਬਸ ਇਹੀ ਕਾਲਾ ਇਲਮ ਹੈ। ਕਹਿੰਦਾ ਗੁਰੂ ਦੀ ਬਾਣੀ ਨਾ ਛੱਡ ਕੇ ਮੇਰੇ ਕੋਲ ਆਇਆ, ਮੈਨੂੰ ਕੁਛ ਨਹੀਂ ਆਉਂਦਾ, ਆਪਣੀ ਬਾਣੀ 'ਤੇ ਭਰੋਸਾ। ਮੁਸਲਮਾਨ ਨੇ ਕਿਹਾ। ਕਹਿੰਦੇ ਮੈਂ ਮੱਥੇ 'ਤੇ ਹੱਥ ਮਾਰਿਆ ਵੀ ਮੈਂ ਆਪਣੇ ਗੁਰੂ ਨੂੰ ਛੱਡ ਕੇ ਐਵੇਂ ਦੂਜਿਆਂ ਕੋਲ ਕਿਉਂ ਜਾਵਾਂ? ਦੂਜਿਆਂ ਕੋਲ ਜਾਓਗੇ ਅਗਲਾ ਗੱਲ ਕਰੇਗਾ ਵੀ ਇਹ ਤੁਹਾਡੇ ਕੋਲ ਕੁਛ ਨਹੀਂ ਗਾ। ਸੋ ਇਸ ਕਰਕੇ ਨਿਸ਼ਚਾ ਗੁਰਬਾਣੀ 'ਤੇ ਭੰਗ ਰੱਖਣਾ, ਹੋਰ ਨਹੀਂ ਕਿਤੇ। ਤੁਮੈ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਇਹ ਅਕਾਲ ਪੁਰਖ ਪਰਮੇਸ਼ਰ ਜੀ, ਜੋ ਮੈਨੂੰ ਚਾਹੀਦਾ ਮੈਂ ਅਰਦਾਸ ਕਰਕੇ ਤੁਹਾਡੇ ਤੋਂ ਹੀ ਮੰਗਣਾ। ਪਹਿਲੀ ਗੱਲ ਹੈ ਗੁਰੂ ਕੇ ਸਿੱਖ ਨੇ ਸਾਧ ਸੰਗਤ ਜੀ ਭਲਾ ਹੀ ਮੰਗਣਾ, ਬੁਰਾ ਨਹੀਂ ਮੰਗਣਾ। ਜਿਹੜੇ ਕਾਲੇ ਇਲਮਾਂ ਵਾਲੇ ਨੇ ਤੇ ਦੂਜਿਆਂ ਦਾ ਨੁਕਸਾਨ ਕਰਨਾ ਸਿਖਾਉਂਦੇ, ਅਸੀਂ ਤਾਂ ਇੱਕ ਅਰਦਾਸ ਕਰਨੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰੀ ਸ੍ਰਿਸ਼ਟੀ ਦਾ ਹੀ ਭਲਾ ਹੋਵੇ, ਸਾਰੇ ਸੁਖੀ ਵਸਣ। ਤੋ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਜੀ ਮੈਂ ਤੇ ਤੁਹਾਡੇ ਤੋਂ ਜੋ ਵੀ ਮੰਗਣਾ ਹੋਵੇ ਤੁਹਾਡੇ ਤੋਂ ਹੀ ਮੰਗਾਂਗਾ। ਹਾਂਜੀ। ਸੇਵਕ ਸਿੱਖ ਹਮਾਰੇ ਤਾਰੀ ਹੈ। ਇਹ ਮਹਾਰਾਜ ਜੀ ਕਿਰਪਾ ਕਰੋ, ਸਾਡੇ ਸਿੱਖਾਂ ਸੇਵਕਾਂ ਦੀ ਸਹਾਇਤਾ ਕਰੋ। ਕਲਗੀਧਰ ਪਾਤਸ਼ਾਹ ਜੀ, ਪੰਡਤ ਤਾਰਾ ਸਿੰਘ ਜੀ ਨਰੋਤਮ ਮਹਾਂਪੁਰਸ਼ ਲਿਖਦੇ ਆ ਗੁਰਮਤਿ ਨਿਰਣੇ ਸਾਗਰ ਵਿੱਚ। ਉਹ ਕਹਿੰਦੇ ਕਈ ਲੋਕ ਕਹਿੰਦੇ ਚੌਪਈ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਕਹਿੰਦੇ ਜੇ ਚੌਪਈ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ, ਦਸਮ ਦੀ ਬਾਣੀ ਨਹੀਂ, ਕਹਿੰਦੇ ਫਿਰ ਇਹ ਕਿਹੜੇ ਕਵੀ ਦੇ ਸਿੱਖ ਸੀਗੇ ਜਿਹਨੂੰ ਉਹ ਕਹਿ ਰਿਹਾ ਹੋਵੇ ਵੀ ਮੇਰੇ ਸਿੱਖਾਂ ਨੂੰ ਬਚਾਓ? ਸਿੱਖ ਦੇ ਗੁਰੂ ਗੋਬਿੰਦ ਸਿੰਘ ਦੇ ਹੋ ਸਕਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੇਵਕ ਸਿੱਖ ਹਮਾਰੇ, ਹੁਣ ਸੇਵਕ ਸਿੱਖ ਹਮਾਰੇ ਕੌਣ ਕਹਿ ਸਕਦਾ? ਸਾਹਿਬ ਗੁਰੂ ਗੋਬਿੰਦ ਸਿੰਘ। ਹੋਰ ਕਿਹੜੇ ਕਵੀ ਦੇ ਬੜੇ ਫਿਰਦੇ, ਕਿਹਦੇ ਸਿੱਖ ਹੈਗੇ ਨੇ ਵੀ ਉਹਦੇ ਸਿੱਖ ਹੋਣਗੇ? ਮਹਾਰਾਜ ਆਪਣੇ ਖਾਲਸੇ ਨੂੰ ਕਹਿ ਰਹੇ ਆ ਵੀ ਇਹ ਮੇਰਾ ਖਾਲਸਾ ਹੈ, ਇਹ ਮੇਰੇ ਸਿੱਖ ਨੇ, ਇਹਨਾਂ ਦੀ ਮਹਾਰਾਜ ਆਪ ਕਿਰਪਾ ਕਰਕੇ ਸਹਾਇਤਾ ਕਰੋ, ਇਹਨਾਂ ਨੂੰ ਤਾਰੋ ਭਵ ਸਾਗਰ ਤੋਂ, ਜਨਮ ਮਰਨ ਕੱਟੋ ਇਹਨਾਂ ਦਾ, ਇਹਨਾਂ ਦੀ ਹਰ ਪ੍ਰਕਾਰ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਬਣਾਓ ਇਹਨਾਂ ਨੂੰ। ਹਾਂਜੀ। ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਜਿਹੜੇ ਸਾਡੇ ਧਰਮ ਦੇ ਦੋਖੀ ਹਨ, ਵੈਰੀ ਹਨ, ਪਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦੇ, ਭਜਨ ਕੀਰਤਨ ਨਹੀਂ ਕਰਨ ਦਿੰਦੇ, ਉਹਨਾਂ ਨੇ ਸਾਧ ਸੰਗਤ ਜੀ ਵਿਘਨ ਪਾਏ, ਮਲੇਸ਼ ਦੋਖੀ। ਜਿਵੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ, ਉਸ ਤੋਂ ਵੱਡਾ ਉਹਨਾਂ ਨੇ ਹੋਰ ਕੀ ਪਾਪ ਕਰਨਾ ਸੀ? ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਦਿੱਤਾ, ਭਾਈ ਸਤੀ ਦਾਸ ਜੀ ਨੂੰ ਰੂਹ 'ਚ ਲਪੇਟ ਕੇ ਸਾੜ ਦਿੱਤਾ। ਕਹਿੰਦੇ ਅਸੀਂ ਕੋਈ ਦੂਜਾ ਧਰਮ ਰਹਿਣ ਹੀ ਨਹੀਂ ਦੇਣਾ, ਨਾ ਸਨਾਤਨ ਧਰਮ ਨੂੰ ਰਹਿਣ ਦੇਣਾ, ਨਾ ਹੋਰ ਕਿਸੇ ਧਰਮ ਨੂੰ ਰਹਿਣ ਦੇਣਾ, ਨਾ ਖਾਲਸੇ ਨੂੰ ਰਹਿਣ ਦੇਣਾ। ਇਹੋ ਜਿਹੇ ਦੋਖੀ ਦੁਸ਼ਟ ਮਹਾਰਾਜ ਕਹਿੰਦੇ ਉਹਨਾਂ ਨੂੰ ਮਹਾਰਾਜ ਅਕਾਲ ਪੁਰਖ ਜੀ ਚੁਣ ਚੁਣ ਕੇ ਮਾਰੋ ਆਪ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਛਤਰ ਹਮਾਰੇ, ਆਪ ਹੀ ਚੁਣ ਚੁਣ ਕੇ ਸੋਧੋ। ਇਹ ਵੀ ਅਕਾਲ ਪੁਰਖ ਦਾ ਹੁਕਮ ਹੈ। ਕਈ ਲੋਕ ਪ੍ਰਚਾਰ ਉਲਟਾ ਕਰਦੇ। ਗਾਂਧੀ ਨੇ ਵੀ ਗੱਲ ਕਹਿ ਦਿੱਤੀ, ਗੁਰੂ ਗੋਬਿੰਦ ਸਿੰਘ ਭੁੱਲੜ ਦੇਸ਼ ਭਗਤ ਸੀਗਾ। ਕਿਉਂਕਿ ਇਹ ਜਿਹੜੇ ਗੁਰੂ ਖਾਲਸੇ ਦੀ ਮਹਿਮਾ ਨਹੀਂ ਨਾ ਜਾਣਦੇ, ਅਧੂਰੇ ਗਿਆਨੀ, ਇਹ ਅਧੂਰਾ ਗਿਆਨੀ ਸੀ। ਦਿੱਲੀ ਗੱਲ ਕਰਤੀ, ਗੁਰੂ ਗੋਬਿੰਦ ਸਿੰਘ ਦੇਸ਼ ਭਗਤ ਸੀ, ਕਹਿੰਦੇ ਭੁੱਲੜ ਸੀਗਾ। ਪ੍ਰਿੰਸੀਪਲ ਗੰਗਾ ਸਿੰਘ ਜੀ ਉਹਦੇ ਕੋਲ ਚਲੇ ਗਏ, ਉੱਥੇ ਜਾ ਕੇ ਕਹਿੰਦੇ ਵੀ ਗਾਂਧੀ ਜੀ ਇਹ ਦੱਸੋ ਵੀ ਤੁਸੀਂ ਇਹ ਗੱਲ ਕਿਵੇਂ ਕਹੀ? ਉਹ ਕਹਿੰਦਾ ਜੀ ਮੈਨੇ ਐਸੇ ਕਹੀ ਬਈ ਜੇ ਖੂਨ ਖਰਾਬਾ, ਕਿਸੇ ਨੂੰ ਮਾਰਨਾ, ਕੱਟਣਾ, ਜੰਗ ਕਰਨਾ, ਹਿੰਸਾ ਕਰਨੀ, ਹਿੰਸਾ ਕਹਿੰਦੇ ਮਾਰਨ ਵੱਢਣ ਨੂੰ, ਵੀ ਇਹ ਖੂਨ ਖਰਾਬਾ ਜਿਹੜਾ ਇਹ ਨਹੀਂ ਚਾਹੀਦਾ, ਵੀ ਉਹਨਾਂ ਨੇ ਕੀਤਾ। ਉਹ ਕਹਿੰਦੇ ਗੀਤਾ ਨੂੰ ਮੰਨਦੇ ਹੋ ਨਾ? ਕਹਿੰਦੇ ਹਾਂ ਗੀਤਾ ਨੂੰ ਤਾਂ ਗੀਤਾ ਨੂੰ ਗਾਂਧੀ ਬਹੁਤ ਮੰਨਦਾ ਸੀ। ਕਹਿੰਦੇ ਗੀਤਾ ਨੂੰ ਮੰਨਦੇ ਹੋ ਤੇ ਗੀਤਾ 'ਚ ਕੀ ਲਿਖਿਆ ਹੋਇਆ? ਗੀਤਾ 'ਚ ਇਹੀ ਹੈ ਵੀ ਅਰਜਨ ਸ਼ਸਤਰ ਚੁੱਕ ਤੇ ਜੰਗ ਕਰ, ਫਲ ਦੀ ਇੱਛਾ ਤਿਆਗ ਕੇ ਕਰਮ ਕਰ, ਤੇਰਾ ਕੰਮ ਹੈ ਯੁੱਧ ਕਰਨਾ। ਗੀਤਾ ਸਾਰੀ ਅਰਜਨ ਨੂੰ ਇਸੇ ਕਰਕੇ ਸੁਣਾਈ ਸੀ, ਉਹਨੇ ਸ਼ਸਤਰ ਸੁੱਟ ਦਿੱਤੇ ਸੀ, ਕਹਿੰਦਾ ਮੈਂ ਜੰਗ ਨਹੀਂ ਕਰਦਾ, ਮੈਂ ਹਥਿਆਰ ਨਹੀਂ ਫੜਾਂਗਾ। ਅਤੇ ਮਹਾਰਾਜ ਕ੍ਰਿਸ਼ਨ ਜੀ ਨੇ ਉਹਨੂੰ ਯੁੱਧ ਦਾ ਉਪਦੇਸ਼ ਦੇ ਕੇ ਤਿਆਰ ਬਰ ਤਿਆਰ ਕਰਤਾ ਸੀ। ਕਹਿੰਦੇ ਯੁੱਧ ਨਹੀਂ ਕੀਤਾ? ਕਹਿੰਦਾ ਨਹੀਂ ਜੀ ਉਹ ਅੰਦਰ ਦੇ ਯੁੱਧ ਦੀ ਗੱਲ ਹੈ। ਗਾਂਧੀ ਕਹਿੰਦਾ ਉਹਦੇ ਅੰਤਰ ਕੇ ਯੁੱਧ ਕੀ ਬਾਤ ਹੈ। ਉਹ ਕਹਿੰਦੇ ਫਿਰ ਇਹ ਵੀ ਮੰਨ ਲਿਆ ਵੀ ਕ੍ਰਿਸ਼ਨ ਬਾਹਰ ਨਹੀਂ ਹੋਇਆ, ਕ੍ਰਿਸ਼ਨ ਅੰਦਰ ਹੀ ਹੋਇਆ।
ਮੰਨ ਲੇਗਾ ਵੀ ਕ੍ਰਿਸ਼ਨ ਹੋਇਆ ਨਹੀਂ? ਕਹਿੰਦੇ ਫਿਰ ਚੁੱਪ ਕਰ ਗਿਆ। ਸੋ ਸਾਧ ਸੰਗਤ ਜੀ, ਦੁਖੀ ਦੁਸ਼ਟ ਜਿਹੜੇ ਹਨ ਸ਼ਤਰੂ, ਕਦੀ ਖਤਮ ਨਹੀਂ ਹੁੰਦੇ। ਉਹਨਾਂ ਨੂੰ ਖਤਮ ਕਰਨ ਲਈ ਅਕਾਲ ਪੁਰਖ ਤੋਂ ਬਲ ਚਾਹੀਦਾ, ਸ਼ਕਤੀ ਚਾਹੀਦੀ। ਹੁਣ ਵੀ ਹਨ, ਅੱਗੇ ਵੀ ਹੁੰਦੇ ਰਹਿਣੇ, ਤੇ ਖਾਲਸੇ ਦਾ ਉਹਨਾਂ ਨਾਲ ਖੰਡਾ ਵੀ ਖੜਕਦਾ ਰਹਿਣਾ। ਇਸੇ ਕਰਕੇ ਕਦੀ ਵੀ ਖਾਲਸੇ ਨੂੰ ਮਹਾਰਾਜ ਕਹਿੰਦੇ ਸ਼ਸਤਰਹੀਣ ਨਾ ਕਬੂ ਹੋਈ। ਸ਼ਸਤਰਾਂ ਤੋਂ ਬਿਨਾਂ ਨਹੀਂ ਹੋਣਾ। ਹਰ ਵੇਲੇ ਸ੍ਰੀ ਸਾਹਿਬ ਗਾਤਰੇ ਰੱਖੀ, ਤਿਆਰ ਬਰ ਤਿਆਰ ਰਹਿਣਾ। ਜੇ ਕਹੀਏ ਨਾ ਵੀ ਹੁਣ ਦੇ ਨਾਈਸ ਸਾਰੇ ਬਣ ਗਏ, ਇਹ ਨਾਈਸ ਨੂੰ ਅਗਲਿਆਂ ਨੇ ਸਾਧ ਸੰਗਤ ਜੀ ਕੱਚੇ ਖਾ ਜਾਣਾ। ਖਾਲਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰ ਬਰ ਤਿਆਰ ਰੱਖਿਆ। ਹਰ ਵੇਲੇ ਸ਼ਸਤਰ ਧਾਰੀ ਰਹੋ। ਹਾਂ, ਕਿਸੇ ਤੇ ਬੇਹੱਥਾ ਐਵੇਂ ਨਹੀਂ ਜਾ ਜਾਂਦੇ ਮਾਰ ਦੇਣਾ ਕਿਸੇ ਨੂੰ ਵੀ ਕੋਈ ਜਾ ਰਿਹਾ ਤਾਂ ਉਹਨੂੰ ਤੁਰਦਿਆਂ ਨੂੰ ਮਾਰੋ, ਤਲਵਾਰ ਮਾਰ ਕੇ ਵੱਢ ਦਿਓ ਨਾ। ਹਾਂ, ਤੇ ਰਹਿਣਾ ਤਿਆਰ ਬਰ ਤਿਆਰ ਹੈ। ਭਲਾ ਸਰਬੱਤ ਦਾ ਮੰਗਣਾ, ਤੇ ਫਿਰ ਜੇ ਲੋੜ ਪੈ ਜੇ ਜਵਾਬ ਕੀ ਹੈ ਉਹਦੇ ਨਿਦਾਨ ਬਣਿਆ। ਅਤ ਹੀ ਰਣ ਮੈਂ ਤਬ ਜੂਝ ਮਰੂੰ। ਫਿਰ ਸ਼ਹੀਦੀ ਪਾਣ ਤੋਂ ਵੀ ਨਹੀਂ ਪਿੱਛੇ ਹਟਣਾ। ਚੁਣ ਚੁਣ ਛਤਰ ਹਮਾਰੇ ਮਾਰੀਏ। ਮਹਾਰਾਜ ਚੁਣ ਚੁਣ ਕੇ ਵੈਰੀਆਂ ਦੁਖੀਆਂ ਨੂੰ ਸੋਧਾ ਲਾਓ। ਹਾਂਜੀ। ਆਪ ਹੱਥ ਦੇ ਮੁਝੇ ਉਬਰੀਐ। ਹੇ ਵਾਹਿਗੁਰੂ, ਆਪ ਹੱਥ ਦੇ ਕੇ ਮੈਨੂੰ ਉਬਾਰ ਲਓ, ਮੇਰੀ ਰੱਖਿਆ ਕਰੋ। ਮਰਨ ਕਾਲ ਕਾ ਤਰਾਸ ਨਿਵਰੀਐ। ਮਹਾਰਾਜ ਮਰਨ ਦਾ, ਕਾਲ ਦਾ, ਮੌਤ ਦਾ ਡਰ ਦੂਰ ਕਰ ਦਿਓ। ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੀ ਦੁਨੀਆ 'ਚ ਸਭ ਤੋਂ ਵੱਡਾ ਡਰ ਕਿਹੜਾ ਹੈ? ਸਭ ਤੋਂ ਵੱਡਾ ਡਰ ਹੈ ਵੀ ਜਦੋਂ ਮੌਤ ਆਵੇਗੀ ਉਦੋਂ ਕੀ ਬਣੇਗਾ, ਪਤਾ ਨਹੀਂ ਕਿਵੇਂ ਜਾਨ ਨਿਕਲੇਗੀ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂੰ ਕੜਕਾਏ। ਸ਼ਾਸਤਰਕਾਰਾਂ ਨੇ ਲਿਖਿਆ ਵੀ 60,000 ਬਿੱਛੂ ਦੇ ਡੰਗ ਜਿੰਨੀ ਪੀੜ ਹੁੰਦੀ ਹੈ। ਸਨਾਤਨ ਧਰਮ ਦੇ ਵਿਦਵਾਨ ਕਹਿੰਦੇ ਆ ਵੀ 60,000 ਬਿੱਛੂ, ਇੱਕ ਬਿੱਛੂ ਲੜਿਆ ਹੋਵੇ ਠੂੰਆਂ, ਉਹਦੀ ਕਿੰਨੀ ਪੀੜ ਹੋ ਰਹੀ ਹੁੰਦੀ ਹੈ। ਤੇ ਜੇ 60,000 ਲੜੇ ਉਹਨੂੰ ਕਿੰਨੀ ਹੋਵੇਗੀ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂੰ ਕੜਕਾਏ। ਆ ਥੋੜ੍ਹੇ ਦਿਨ ਪਹਿਲਾਂ ਮੈਨੂੰ ਇੱਕ ਸਿੰਘ ਮਿਲੇ ਸੀਗੇ। ਉਹ ਕਹਿੰਦੇ ਸਾਡੇ ਉੱਥੇ ਹੀ ਰਹਿੰਦੇ ਸਿਆਟਲ, ਤੇ ਹੈ ਵੀ ਉਹ ਸਹਿਜਧਾਰੀ ਸੀਗਾ। ਹੁਣ ਮਾਰੇ ਕਿਰਪਾ ਹੋਈ, ਕੇਸ ਰੱਖ ਲਏ। ਤੇ ਉਹ ਕਹਿੰਦਾ ਵੀ ਮੈਂ ਦੇਖਿਆ, ਕਹਿੰਦਾ ਮੈਂ ਮਰ ਕੇ ਦੇਖਿਆ। ਕਹਿੰਦਾ ਮਰ ਗਿਆ ਸੀ ਮੈਂ। ਕਹਿੰਦੇ ਬੜੀ ਪੀੜ ਹੁੰਦੀ, ਸਰੀਰ 'ਚੋਂ ਜਾਨ ਨਿਕਲਣ ਲੱਗਿਆ। ਸੁੱਖ ਇਹ ਗੱਲ ਐਵੇਂ ਨਹੀਂ ਗੁਰਬਾਣੀ 'ਚ ਲਿਖੀ ਵੀ ਕਿਵੇਂ ਜਾਨ ਨਿਕਲਦੀ ਹੈ। ਬਾਣੀ 'ਚ ਮਹਾਰਾਜ ਨੇ ਜੋ ਲਿਖਿਆ ਨਾ, ਪ੍ਰੈਕਟੀਕਲ ਹੋਇਆ ਹੀ ਲਿਖਿਆ। ਫਿਰ ਜੇ ਮੌਤ ਸੌਖੀ ਹੋਵੇ, ਡਰੇ ਹੀ ਨਾ ਕੋਈ। ਆਪਾਂ ਸਾਰੇ ਡਰਦੇ ਹਾਂ ਮੌਤ ਤੋਂ, ਸਾਰੇ ਮਰਨ ਲੱਗੇ ਡਰਾਂਗੇ, ਹਾਏ ਕਿੱਦਾਂ ਕੀ ਹੋਣਾ। ਗੁਰੂ ਕਲਗੀਧਰ ਕਹਿੰਦੇ ਹੇ ਵਾਹਿਗੁਰੂ, ਆਪ ਕਿਰਪਾ ਕਰੋ, ਮੌਤ ਦਾ ਡਰ ਹੀ ਚੱਕ ਦਿਓ। ਮਰਨ ਵੇਲੇ ਕੀ ਹੋਣਾ ਉਹ ਖਤਰਾ ਹੀ ਨਾ ਹੋਵੇ। ਕਿਹੋ ਜਿਹੇ ਸਿੰਘ ਸਨ ਜਿਹੜੇ ਸਾਧ ਸੰਗਤ ਜੀ 1.25 ਲੱਖ ਦੇ ਨਾਲ ਲੜਨ ਲਈ ਗੜੀ 'ਚੋਂ ਨਿਕਲੇ ਸਨ। ਕੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਵਾਪਸ ਨਹੀਂ ਆਉਣਾ? ਬਾਬਾ ਅਜੀਤ ਸਿੰਘ ਜੀ ਨੂੰ ਵੀ ਪਤਾ ਸੀ ਵਾਪਸ ਨਹੀਂ ਆਉਣਾ। ਮਹਾਰਾਜ ਨੂੰ ਵੀ ਪਤਾ ਸੀ ਵੀ ਇਹਨੇ ਹੁਣ ਵਾਪਸ ਨਹੀਂ ਆਉਣਾ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਪਤਾ ਸੀ ਅਸੀਂ ਵਾਪਸ ਨਹੀਂ ਆਉਣਾ। ਤੇ ਬਾਕੀ ਸਿੰਘ ਵੀ ਅਸਲ 'ਚ ਮੌਤ ਦਾ ਡਰ ਚੁੱਕਿਆ ਗਿਆ ਸੀ। ਨਾਮ ਜਪ ਜਪ ਕੇ, ਸਿਮਰਨ ਕਰ ਕਰਕੇ ਐਸੀ ਅਵਸਥਾ ਆ ਜਾਂਦੀ। ਗੁਰੂ ਕਿਰਪਾ ਕਰੇ। ਮਹਾਰਾਜ ਕਹਿੰਦੇ ਅਕਾਲ ਪੁਰਖ ਜੀ ਕਿਰਪਾ ਕਰੋ, ਮਰਨ ਕਾਲ ਕਾ ਤਰਾਸ ਨਿਵਰੀਐ। ਮਰਨ ਦੇ ਸਮੇਂ ਦਾ ਜੋ ਡਰ ਹੈ, ਜੋ ਮੌਤ ਦਾ ਡਰ ਹੈ, ਉਹ ਚੱਕ ਦਿਓ, ਖਤਮ ਕਰ ਦਿਓ। ਹਾਂਜੀ। ਹੂ ਜੋ ਸਦਾ ਹਮਾਰੇ ਪੱਛਾ। ਇਹ ਅਕਾਲ ਪੁਰਖ ਜੀ ਸਦਾ ਹੀ ਸਾਡੇ ਪੱਖ ਵਿੱਚ ਰਹੋ, ਸਦਾ ਅੰਗ ਸੰਗ ਰਹੋ। ਪੱਖ ਪੱਛਮ ਦਾ ਜਿਵੇਂ ਦੋ ਧੜੇ ਹੋਣ ਨਾ, ਦੋ ਪਾਰਟੀਆਂ ਹੁੰਦੀਆਂ, ਅੱਜ ਕੱਲ੍ਹ ਇਲੈਕਸ਼ਨ ਹੁੰਦੇ ਨੇ, ਤੁਸੀਂ ਬਈ ਸਾਡੇ ਪੱਖ 'ਚ ਰਹਿਣਾ। ਵੋਟਰਾਂ ਨੂੰ ਕਹਿ ਦਿੰਦੇ ਨਾ, ਉਮੀਦਵਾਰ ਜਿਹੜੇ ਨੇ ਇਲੈਕਸ਼ਨ ਲੜਦੇ ਨੇ, ਉਹ ਕਹਿੰਦੇ ਵੀ ਤੁਸੀਂ ਸਾਡੇ ਪੱਖ 'ਚ ਰਹਿਣਾ ਜੀ, ਵੋਟਾਂ ਸਰ ਸਾਨੂੰ ਪਾਉਣੀਆਂ। ਇਹ ਅਕਾਲ ਪੁਰਖ ਜੀ ਤੁਸੀਂ ਸਾਡੇ ਪੱਖ 'ਚ ਰਹਿਣਾ, ਬਸ ਤੁਸੀਂ ਸਾਡੇ ਵੱਲ ਹੋ ਜਾਓ, ਹੋਰ ਸਾਨੂੰ ਕੋਈ ਖਤਰਾ ਨਹੀਂ। ਜਾਂ ਜਿਸ ਦਾ ਕਰਤਾ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਮਹਾਰਾਜ ਅਕਾਲ ਪੁਰਖ ਜੀ ਜਿਹਦੇ ਪੱਖ ਵਿੱਚ ਖੜ ਗਏ, ਉਹਦੀ ਹਾਰ ਨਹੀਂ ਹੁੰਦੀ। ਜਦੋਂ ਮਹਾਂਭਾਰਤ ਦਾ ਜੰਗ ਹੋਣਾ ਸੀ ਤੇ ਭਗਵਾਨ ਕ੍ਰਿਸ਼ਨ ਜੀ ਕੋਲ ਦੋਵੇਂ ਪਾਰਟੀਆਂ ਗਈਆਂ ਸੀਗੀਆਂ। ਦੁਰਯੋਧਨ ਗਿਆ ਪਹਿਲੇ। ਉਹ ਜਾ ਕੇ ਭਗਵਾਨ ਜੀ ਲੀਲਾ ਪੁਰਸ਼ੋਤਮ ਸਨ, ਕ੍ਰਿਸ਼ਨ ਜੀ ਸੌਂ ਗਏ ਉਹਦੇ ਆਉਣ ਤੋਂ ਪਹਿਲਾਂ ਆਪਣੇ ਬੈੱਡ 'ਤੇ ਸੁੱਤੇ ਆਰਾਮ ਨਾਲ। ਤੇ ਉਹ ਦੁਰਯੋਧਨ ਹੰਕਾਰੀ ਬੜਾ ਸੀ। ਮਹਾਰਾਜ ਜੀ ਦੇ ਸਿਰ ਵਾਲੇ ਪਾਸੇ ਨਾ ਕੁਰਸੀ ਢਾਹ ਕੇ ਸਿਰ ਵਾਲੇ ਪਾਸੇ ਬੈਠ ਗਿਆ ਵੀ ਮੈਂ ਵੱਡਾ ਹਾਂ, ਹੰਕਾਰੀ ਸੀ। ਅਰਜਨ ਬਾਅਦ 'ਚ ਪਹੁੰਚਿਆ।
ਅਰਜਨ ਜਾ ਕੇ ਪੈਰਾਂ ਵਾਲੇ ਪਾਸੇ ਬੈਠ ਗਿਆ। 5-10 ਮਿੰਟ ਬਾਅਦ ਭਗਵਾਨ ਜੀ ਉੱਠੇ ਦੇ ਸਾਹਮਣੇ ਅਰਜਨ ਨੂੰ ਮਿਲਿਆ। ਆਓ ਜੀ ਅਰਜਨ ਜੀ, ਜੀ ਆਇਆਂ ਨੂੰ। ਕਿਵੇਂ ਆਇਆ? ਪਿੱਛੇ ਬੈਠਾ ਇੱਧਰ ਉਹ ਦਿਖਿਆ ਨਹੀਂ। ਜਾਣਦੇ ਸੀਗੇ ਪਰ ਜਾਣ ਕੇ ਨਹੀਂ ਦੇਖਿਆ। ਉਹਨੂੰ ਗਿਆਨ ਵੀ ਕਰਾਉਣਾ ਸੀ ਵੀ ਤੂੰ ਹੰਕਾਰੀ ਹੈ, ਗਿਆਨ ਲੈਣਾ ਕੁਛ ਤੇ ਪੈਰਾਂ ਵਾਲੇ ਪਾਸੇ ਬਹੀਦਾ ਕਿ ਸਿਰ ਵਾਲੇ ਪਾਸੇ ਬਹੀਦਾ। ਉਹਦੇ ਵੱਲ ਦੇਖਿਆ ਨਹੀਂ। ਉਹ ਬੁੜਬੁੜਾਉਣ ਲੱਗ ਪਿਆ, ਕਹਿੰਦਾ ਮੈਂ ਵੀ ਬੈਠਾ, ਕਹਿੰਦਾ ਮੇਰੇ ਵੱਲ ਨਹੀਂ ਦੇਖਿਆ। ਉਹਨੇ ਕਿਹਾ ਉਹ ਮਹਾਰਾਜ ਸੌਰੀ, ਤੁਹਾਨੂੰ ਨਹੀਂ ਦੇਖਿਆ, ਕੋਈ ਨਹੀਂ, ਆਓ ਜੀ ਆਇਆਂ ਨੂੰ। ਕਹਿੰਦਾ ਮੈਂ ਪਹਿਲੇ ਆਇਆ। ਉਹ ਕਹਿੰਦਾ ਜੀ ਪਹਿਲੇ ਆਇਆਂ ਨੂੰ ਵੀ ਜੀ ਆਇਆਂ ਨੂੰ। ਅਤੇ ਬੇਨਤੀ ਇਹ ਹੈ ਵੀ ਦੱਸੋ ਕਿਵੇਂ ਆਉਣਾ ਹੋਇਆ। ਹੁਣ ਗੱਲ ਸਮਝਦੇ ਸੀ ਕ੍ਰਿਸ਼ਨ ਜੀ ਸਾਰੀ। ਕਹਿੰਦੇ ਦੱਸੋ, ਕਹਿੰਦੇ ਵੀ ਜੰਗ ਹੋਣਾ। ਭਗਵਾਨ ਕਹਿੰਦੇ ਚਲੋ ਪਹਿਲਾਂ ਤੁਸੀਂ ਆਇਓ ਨਾ, ਅਤੇ ਪਹਿਲਾਂ ਤੁਹਾਡੀ ਗੱਲ ਕਰਦੇ ਹਾਂ, ਫਿਰ ਅਰਜਨ ਤੇਰੇ ਨਾਲ ਕਰਾਂਗੇ। ਵੀ ਗੱਲ ਤੁਹਾਡੀ ਮੈਂ ਸਮਝ ਗਿਆ ਵੀ ਤੁਸੀਂ ਮਦਦ ਲੈਣ ਆਏ ਹੋ, ਦੋਵੇਂ ਆਏ ਹੋ, ਅਤੇ ਮੈਂ ਹੁਣ ਤੁਹਾਡੀ ਦੋਵਾਂ ਦੀ ਹੈਲਪ ਕਰਨੀ ਹੈ। ਇੱਕ ਪਾਸੇ ਮੇਰੀ ਸਾਰੀ ਮਿਲਟਰੀ, ਸਾਰੀ ਫੌਜ ਜਾਏਗੀ, ਸਾਰੇ ਸ਼ਸਤਰ, ਘੋੜੇ, ਸਾਰਾ ਹਾਥੀ, ਸਾਰੇ ਯੋਧੇ ਮੈਂ ਇੱਕ ਪਾਸੇ ਭੇਜਾਂਗਾ। ਦੂਜੇ ਪਾਸੇ ਮੈਂ ਇਕੱਲਾ ਹੀ ਜਾਵਾਂਗਾ ਅਤੇ ਮੈਂ ਕੋਈ ਹਥਿਆਰ ਨਹੀਂ ਚਲਾਵਾਂਗਾ, ਮੈਂ ਲੜਾਈ ਨਹੀਂ ਕਰਾਂਗਾ, ਮੈਂ ਕੋਈ ਸ਼ਸਤਰ ਜੰਗ 'ਚ ਨਹੀਂ ਵਰਤਾਂਗਾ, ਬਸ ਮੈਂ ਦਰਸ਼ਨ ਕਰਾਂਗਾ ਅਤੇ ਮੈਂ ਹੋਰ ਕੁਛ ਨਹੀਂ ਕਰਾਂਗਾ। ਹੁਣ ਤੁਸੀਂ ਦੋਵੇਂ ਆਏ ਹੋ ਅਤੇ ਇਸ ਕਰਕੇ, ਪਰ ਮੈਂ ਮਿਲਿਆ ਅਰਜਨ ਨੂੰ ਪਹਿਲੇ। ਅਰਜਨ ਪਹਿਲੇ ਮੰਗ ਸਕਦਾ, ਮੈਂ ਪਹਿਲਾਂ ਅਰਜਨ ਨੂੰ ਦੇਖਿਆ, ਇਹਦੀ ਪਹਿਲ ਹੈ। ਜਿਵੇਂ ਗੋਰੇ ਲੈਣ ਲਾ ਕੇ ਨਹੀਂ ਖੜਾ ਕਰ ਲੈਂਦੇ, ਇੱਥੇ ਸਾਡੇ ਇੰਡੀਆ 'ਚ ਇੱਕ ਥੋੜ੍ਹਾ ਜਿਹਾ ਘੱਟ ਹੈ, ਉਹ ਲੈਣ ਤੋੜ ਦਿੰਦੇ ਹੈ। ਇਹ ਲੈਣ ਦੇ ਹਿਸਾਬ ਨਾਲ ਚੱਲਦੇ ਆ ਬਈ ਜਿਹੜਾ ਪਹਿਲਾਂ ਲੈਣ 'ਚ ਖੜ੍ਹ ਗਿਆ ਵੀ ਉਹਦਾ ਨੰਬਰ ਆ। ਕ੍ਰਿਸ਼ਨ ਜੀ ਕਹਿੰਦੇ ਬਈ ਲੈਣ 'ਚ ਪਹਿਲਾਂ ਇਹ ਹੈ ਅਰਜਨ, ਇਹ ਮੰਗੇਗਾ, ਉਸ ਤੋਂ ਬਾਅਦ ਦੁਰਯੋਧਨ ਤੇਰੀ ਵਾਰੀ ਹੈ, ਫਿਰ ਤੂੰ ਮੰਗ ਲਈ ਜੋ ਚੀਜ਼। ਵੀ ਪਹਿਲਾਂ ਦੱਸ ਵੀ ਤੈਨੂੰ ਫੌਜ ਚਾਹੀਦੀ ਹੈ ਜਾਂ ਮੈਂ ਇਕੱਲਾ, ਨਾਲੇ ਮੈਂ ਤਾਂ ਪ੍ਰਸ਼ਾਦਾ ਪਾਣੀ ਛਕਣਾ, ਮੈਂ ਹੋਰ ਕੰਮ ਕੋਈ ਨਹੀਂ ਕਰਨਾ ਉੱਥੇ। ਅਤੇ ਜੇ ਫੌਜ ਚਾਹੀਦੀ, ਦੁਰਯੋਧਨ ਨੂੰ ਫਿਕਰ ਪੈ ਗਿਆ ਵੀ ਕਿਤੇ ਅਰਜਨ ਫੌਜ ਨਾ ਮੰਗ ਲਵੇ। ਮੈਂ ਕ੍ਰਿਸ਼ਨ ਇਕੱਲੇ ਨੂੰ ਕੀ ਕਰਾਂਗਾ, ਇਹਨੇ ਕੋਈ ਸਵਾਰਨਾ ਹੀ ਨਹੀਂ ਕੰਮ, ਇਹਨੇ ਜਾ ਕੇ ਉੱਥੇ ਪਰੌਂਠੇ ਹੀ ਖਾਣੇ ਆ, ਅਤੇ ਮੈਂ ਇਹਨੂੰ ਕੀ ਕਰਾਂਗਾ, ਮਨ 'ਚ ਇਹ ਸੋਚੀ ਜਾਂਦਾ। ਅਰਜਨ ਨੂੰ ਪੁੱਛਿਆ, ਹਾਂ ਬਈ ਦੱਸ ਫੌਜ ਚਾਹੀਦੀ ਕਿ ਮੈਂ ਇਕੱਲਾ? ਅਰਜਨ ਨੇ ਆਖਿਆ ਮਹਾਰਾਜ ਸਿਰਫ ਆਪ ਜੀ ਚਾਹੀਦੇ ਹੋ, ਮੈਨੂੰ ਫੌਜ ਨਹੀਂ ਚਾਹੀਦੀ, ਸਿਰਫ ਤੁਸੀਂ ਚਾਹੀਦੇ ਹੋ। ਉਹਦੇ ਵੱਲ ਦੇਖਿਆ, ਹਾਂ ਬਈ, ਬੜਾ ਖੁਸ਼ ਹੋ, ਕਹਿੰਦਾ ਜੀ ਫੌਜਾਂ ਦੇ ਦਿਓ ਮੈਨੂੰ। ਕਹਿੰਦੇ ਜਾ ਲੈ ਜਾ। ਫੌਜਾਂ ਉਹ ਲੈ ਗਿਆ। ਇਕੱਲੇ ਮਹਾਰਾਜ ਕ੍ਰਿਸ਼ਨ ਜੀ ਆਏ, ਸਿਰਫ ਇੱਕ ਇੰਨਾ ਕੰਮ ਕੀਤਾ, ਰੱਥ ਡਰਾਈਵ ਕੀਤਾ ਸੀ, ਰੱਥ ਚਲਾਇਆ ਸੀ। ਰੱਥ ਚਲਾਇਆ, ਸ਼ਸਤਰ ਨਹੀਂ ਕੋਈ ਚਲਾਇਆ। ਅਤੇ ਜੰਗ ਜਿੱਤਿਆ ਕੌਣ ਸੀ? ਅਰਜਨ ਜਿੱਤਿਆ ਸੀ। ਹਾਲਾਂਕਿ ਉਹਦੇ ਕੋਲ 7 ਖੂਹਣੀਆਂ ਫੌਜ ਸੀ, ਦੂਜੇ ਪਾਸੇ 13 ਖੂਹਣੀਆਂ ਫੌਜ ਸੀ। ਉਹ ਕਿੰਨੀ ਫੌਜ ਹਾਰ ਗਈ ਅਤੇ ਉਧਰ ਜਿੱਧਰ ਭਗਵਾਨ ਬੈਠੇ ਸੀ ਉਹ ਜਿੱਤ ਗਏ। ਬਾਣੀ ਕਹਿੰਦੀ ਜਿਸ ਦੇ ਕਰਤਾ ਵੱਲ ਸੋ ਕਦੇ ਨਾ ਹਾਰਦਾ, ਹੂ ਜੋ ਸਦਾ ਹਮਾਰੇ ਪੱਛਾ। ਇਹ ਅਕਾਲ ਪੁਰਖ ਜੀ ਸਦਾ ਸਾਡੇ ਪੱਖ ਵਿੱਚ ਰਹੋ, ਸਾਡੀ ਸਪੋਰਟ ਕਰੋ। ਹਾਂਜੀ। ਸ੍ਰੀ ਅਸਤੁਜ ਜੂ ਕਰਿਓ ਰੱਛਾ। ਸ੍ਰੀ ਅਸਤੁਜ, ਧੁਜ ਕਹਿੰਦੇ ਨਿਸ਼ਾਨ ਸਾਹਿਬ ਨੂੰ, ਝੰਡੇ ਨੂੰ। ਅਸ ਕਹਿੰਦੇ ਨੇ ਖੰਡੇ ਨੂੰ। ਖਾਲਸੇ ਦੇ ਨਿਸ਼ਾਨ ਸਾਹਿਬ ਦੇ ਉੱਤੇ ਖੰਡਾ ਜਾਂ ਸ਼ਸਤਰ ਬਰਛਾ ਲੱਗਾ ਹੁੰਦਾ। ਇਸੇ ਗੱਲ ਦਾ ਪ੍ਰਤੀਕ ਹੈ ਕਿ ਅਕਾਲ ਪੁਰਖ ਸ਼ਕਤੀਸ਼ਾਲੀ ਹੈ, ਪਾਵਰਫੁੱਲ ਹੈ। ਹੇ ਅਸਤੁਜ ਜੀ, ਕਿ ਸਾਡੀ ਤੁਸੀਂ ਰੱਖਿਆ ਕਰੋ, ਸਾਡੇ ਹਰ ਵੇਲੇ ਅੰਗ ਸੰਗ ਰਹੋ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸ਼ਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰਦੈ ਕਰ, ਪਾਪ ਸਮੂਹ ਨਾ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਪੁਰਾਤਨ ਖਾਲਸੇ ਸਾਧ ਸੰਗਤ ਜੀ ਇਹ ਵਿੱਦਿਆ ਵੀ ਹੁੰਦੀ ਸੀ ਵੀ ਸ਼ਸਤਰ ਵਿੱਦਿਆ ਦੇ ਨਾਲ ਨਾਲ ਇਹ ਵਿੱਦਿਆ ਵੀ, ਬਾਣੀ ਦਾ ਅਭਿਆਸ ਵੀ ਕਰਦੇ ਸੀ ਤਾਂ ਕਿ ਦੁਸ਼ਮਣ ਦੇ ਵਾਰ ਨਹੀਂ ਸੀ ਲੱਗਿਆ ਕਰਦੇ। ਇਹੋ ਜਿਹੀ ਕਲਾ ਵੀ, ਇਕੱਲੇ ਇਕੱਲੇ ਸਿੰਘ ਲੱਖਾਂ ਨਾਲ ਲੜ ਆਉਂਦੇ ਸੀ। ਇਹ ਸਾਰੀ ਕਲਾ ਹੁੰਦੀ ਹੈ। ਮਹਾਰਾਜ ਸਾਡੀ ਰੱਖਿਆ ਕਰੋ। ਅਕਾਲ ਪੁਰਖ ਜਿਹਦੀ ਰੱਖਿਆ ਕਰਦਾ ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਹਾਂਜੀ।
ਰਾਖ ਲਿਓ ਮੋਹਿ ਰਾਖਣ ਹਾਰੇ। ਇਹ ਅਕਾਲ ਪੁਰਖ ਮਹਾਰਾਜ ਜੀ ਰੱਖਣ ਹਾਰੇ ਪਰਮੇਸ਼ਰ ਜੀ, ਸਾਰਿਆਂ ਨੂੰ ਰੱਖਣ ਵਾਲੇ ਹੋ ਤੁਸੀਂ। ਮਾਤ ਗਰਭ ਮੈਂ ਆਪ ਨੂੰ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਆਪ ਕਿਰਪਾ ਕਰੋ ਸਾਡੀ ਰੱਖਿਆ ਕਰੋ। ਸਾਹਿਬ ਸੰਤ ਸਹਾਏ ਪਿਆਰੇ। ਇਹ ਸਾਹਿਬ ਜੀ ਤੁਸੀਂ ਸੰਤਾਂ ਦੇ ਸਹਾਈ ਹੋ, ਪਿਆਰਿਆਂ ਮਹਾਂਪੁਰਸ਼ਾਂ ਭਗਤਾਂ ਦੇ ਤੁਸੀਂ ਪਿਆਰੇ ਹੋ, ਤੁਸੀਂ ਪਿਆਰਿਆਂ ਦੇ ਪਿਆਰੇ ਹੋ। ਸਾਹਿਬ ਸਾਰਿਆਂ ਸੰਤਾਂ ਦੀ ਸਹਾਇਤਾ ਕਰਨ ਵਾਲੇ ਹੋ, ਆਪਣੇ ਸੇਵਕਾਂ ਨੂੰ ਰੱਖਣ ਵਾਲੇ ਹੋ, ਬਿਘਨਾਂ ਤੋਂ ਬਚਾਉਣ ਵਾਲੇ ਹੋ। ਦੀਨ ਬੰਦ ਦੁਸ਼ਟਨ ਕੇ ਹੰਤਾ। ਦੀਨਾਂ ਗਰੀਬਾਂ ਨਿਮਾਣਿਆਂ ਦੇ ਬੰਧੂ ਰਿਸ਼ਤੇਦਾਰ ਹੋ। ਜਿਹਦਾ ਕੋਈ ਰਿਸ਼ਤੇਦਾਰ ਨਹੀਂ ਉਹਦੇ ਤੁਸੀਂ ਰਿਸ਼ਤੇਦਾਰ ਹੋ। ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹੋ, ਜ਼ਾਲਮਾਂ ਦੋਖੀਆਂ ਨੂੰ। ਸਾਧ ਸੰਗਤ ਜੀ, ਜਿੱਥੇ ਬਾਹਰੀ ਪ੍ਰਤੱਖ ਤੌਰ ਤੇ ਦੁਸ਼ਟ ਹਨ, ਉੱਥੇ ਸਾਡੇ ਅੰਦਰ ਵੀ ਸਾਡੇ ਵੱਡੇ ਵੈਰੀ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਸਾਨੂੰ ਅੰਦਰੋਂ ਬਹੁਤ ਬੁਰੀ ਤਰ੍ਹਾਂ ਮਾਰਦੇ ਹਨ, ਉਹਨਾਂ ਨੂੰ ਵੀ ਨਾਸ਼ ਕਰਨ ਵਾਲੇ ਹੋ ਤੁਸੀਂ ਮਹਾਰਾਜ ਜੀ। ਤੁਮ ਹੋ ਪੁਰੀ ਚਤੁਰਦਸ ਕੰਤਾ। 14 ਪੁਰੀਆਂ ਦੇ ਕੰਤ ਮਾਲਕ ਤੁਸੀਂ ਹੋ। 7 ਥੱਲੇ ਨੇ 7 ਉੱਤੇ ਨੇ। ਇਹ 14 ਪੁਰੀਆਂ ਮੰਨੀਆਂ ਗਈਆਂ, 14 ਤਬਕ ਮੰਨੇ ਗਏ ਹਨ। ਇਹ 14 ਪੁਰੀਆਂ ਦੇ ਮਹਾਰਾਜ ਜੀ ਤੁਸੀਂ ਕੰਤ ਹੋ। ਕੰਤ ਕਹਿੰਦੇ ਪਤੀ ਨੂੰ, ਮਾਲਕ ਨੂੰ। ਰਾਜੇ ਹੋ ਤੁਸੀਂ 14 ਪੁਰੀਆਂ। ਤੁਮ ਹੋ ਪੁਰੀ ਚਤੁਰਦਸ। ਚਤੁਰਦਸ ਇਕੱਠਾ ਪਾਠ ਹੈ ਸਾਧ ਸੰਗਤ ਜੀ। ਚਤੁਰ ਮੈਨੇ 4 ਤੇ 10 14। 14 ਪੁਰੀਆਂ ਦੇ ਮਾਲਕ ਹੋ ਮਹਾਰਾਜ ਜੀ। ਹਾਂਜੀ। ਕਾਲ ਪਾਏ ਬ੍ਰਹਮਾ ਬਪਤਰਾ। ਮਹਾਰਾਜ ਕਾਲ ਪੁਰਖ ਦੀ ਖੇਡ ਦੱਸ ਰਹੇ ਨੇ ਵੀ ਉਹਦੇ ਹੁਕਮ ਵਿੱਚ ਕਾਲ ਨੇ ਪਸਾਰਾ ਪਸਾਰਿਆ। ਗੁਰਬਾਣੀ ਦੱਸਣ ਦੀ ਵਿੱਚ ਕਾਲ ਪੁਰਖ, ਅਕਾਲ ਪੁਰਖ, ਮਹਾਕਾਲ ਜਿਹੜੇ ਆਉਂਦੇ ਸਾਧ ਸੰਗਤ ਜੀ ਹੈ ਤਾਂ ਇੱਕੋ ਹੀ, ਪਰ ਸਾਨੂੰ ਸਮਝਾਉਣ ਵਾਸਤੇ ਪਰਮੇਸ਼ਰ ਦੇ ਵੱਖਰੇ ਵੱਖਰੇ ਸਰੂਪ ਦੱਸੇ। ਇਹ ਕਾਲ ਪੁਰਖ ਜਿਹਦੇ ਅੰਦਰ ਸਾਰਾ ਕੁਝ ਪੈਦਾ ਹੋ ਰਿਹਾ, ਉਹਦੇ ਅੰਦਰ ਹੀ ਖਤਮ ਹੋ ਰਿਹਾ, ਜਿਹਨੂੰ ਆਪਾਂ ਟਾਈਮ ਕਹਿੰਦੇ ਹਾਂ, ਕਾਲ ਸਮਾਂ। ਤੇ ਇੱਕ ਹੁੰਦਾ ਅਕਾਲ ਜੋ ਹਿਸਟਰੀ ਲੈਸ ਹੈ, ਹਿਸਟਰੀ ਨਹੀਂ ਉਹਦੀ ਕੋਈ ਲਿਖ ਸਕਦਾ। ਮਹਾਕਾਲ ਜਿਹੜਾ ਕਾਲਨ ਕੋ ਕਾਲ ਮਹਾਕਾਲ ਹੋ ਕੋ ਕਾਲ ਹੈ, ਸਮੇਂ ਨੂੰ ਵੀ ਖਤਮ ਕਰ ਦਿੰਦਾ। ਬਹੁਤ ਲੰਮਾ ਵਿਚਾਰ ਚਲਾ ਜਾਣਾ, ਇੱਥੇ ਹੀ ਮੇਰਾ ਖਿਆਲ ਆਪਾਂ ਸਮਾਪਤੀ ਕਰੀਏ। ਪੌਣੇ ਟਾਈਮ ਜ਼ਿਆਦਾ ਤਾਂ ਨਹੀਂ ਹੋ ਗਿਆ ਸਿੰਘੋ? 7 ਵਜੇ ਕਰੋ ਬਾਹਰ ਅੱਗੇ ਫਿਰ। ਕਾਲ ਪਾਏ ਸਿਵ ਜੂ ਅਵਤਰਾ। ਕਾਲ ਪਾਏ ਬ੍ਰਹਮਾ ਬਪਤਰਾ। ਕਹਿੰਦੇ ਕਾਲ ਪੁਰਖ ਦੇ ਹੁਕਮ ਵਿੱਚ ਹੀ ਬ੍ਰਹਮਾ ਪੈਦਾ ਹੋਇਆ। ਮਹਾਰਾਜ ਪਰਮੇਸ਼ਰ ਨੇ ਸ੍ਰਿਸ਼ਟੀ ਰਚਨੀ ਸੀ ਜਦੋਂ, ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੂੰਹ ਕੰਠ ਸਵਾਰ। ਪਰਮੇਸ਼ਰ ਆਪਣੀ ਯੋਗ ਨਿੰਦਰਾ 'ਚ ਬਿਰਾਜਮਾਨ ਸਨ। ਉਹਨਾਂ ਦੀ ਨਾਭੀ ਵਿੱਚੋਂ ਕਮਲ ਪੈਦਾ ਹੋਇਆ, ਕਮਲ ਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ। ਤੇ ਬ੍ਰਹਮੇ ਦੀ ਡਿਊਟੀ ਲੱਗੀ ਸੰਸਾਰ ਨੂੰ ਪੈਦਾ ਕਰਨ ਦੀ, ਤੇ ਬ੍ਰਹਮਾ ਸੰਸਾਰ ਨੂੰ ਪੈਦਾ ਕਰਦਾ, ਪਰ ਬ੍ਰਹਮਾ ਵੀ ਸਮਾਂ ਪਾ ਕੇ ਚੜ੍ਹਾਈ ਕਰ ਜਾਂਦਾ। ਇਹ ਯੁੱਗਾਂ ਦਾ ਵਰਤਾਰਾ ਦੱਸਿਆ ਹੋਇਆ ਵੀ ਕਿੰਨੇ ਯੁੱਗ, 1000 ਯੁੱਗ ਦੀ ਚੌਂਕੜੀ ਹੁੰਦੀ ਹੈ, ਤੇ ਬ੍ਰਹਮਾ ਦੀ ਅੱਖ ਫਰਕਦੀ ਹੈ, ਤੇ ਉਹ ਸੰਸਾਰ ਪੈਦਾ ਕਰਦਾ, ਫਿਰ ਖਤਮ ਹੋ ਜਾਂਦਾ। ਬੜੀ ਲੰਮੀ ਕਥਾ ਹੈ, ਵਿਦਾਂਤ ਸ਼ਾਸਤਰ ਵਿੱਚ ਵੀ ਪੜ੍ਹਾਉਂਦੇ ਨੇ, ਪਰ ਉਹ ਸਾਰੀ ਜਿਹੜੀ ਹੈ ਮਾਇਆ ਦੀ ਖੇਡ ਹੈ। ਭਾਈ ਸਾਹਿਬ ਗੁਰਦਾਸ ਜੀ ਇੱਕ ਬਚਨ ਲਿਖਦੇ, ਕਹਿੰਦੇ ਬ੍ਰਹਮੇ ਦਾ ਇੱਕ ਪੁੱਤਰ ਹੈ ਲੋਮਸ ਰਿਸ਼ੀ। ਹਿੰਦੂਆਂ ਵਿੱਚ ਇੱਕ ਰਿਵਾਜ ਹੈ, ਜੇ ਪਿਓ ਮਰ ਜੇ ਤੇ ਪੁੱਤਰ ਸਿਰ ਦੇ ਸਾਰੇ ਉਹ ਸੇਫ ਕਰਾ ਲੈਂਦਾ, ਵਾਲ ਬਣਾ ਲੈਂਦਾ, ਮੁੰਡਨ ਕਹਿੰਦੇ ਉਹਨੂੰ। ਕਹਿੰਦੇ ਲੋਮਸ ਰਿਸ਼ੀ ਨਾ ਜਦੋਂ ਬ੍ਰਹਮਾ ਮਰ ਜਾਂਦਾ, ਆਪਣੀ ਦਾੜੀ ਦਾ ਇੱਕ ਵਾਲ ਪੁੱਟ ਕੇ ਸੁੱਟ ਦਿੰਦਾ। ਭਾਈ ਸਾਹਿਬ ਕਹਿੰਦੇ ਧੰਦੇ ਹੀ ਬ੍ਰਹਮਾ ਮਰੇ, ਲੋਮਸ ਦਾ ਇੱਕ ਰੋਮ ਛਿਜਾਵੇ। ਉਹ ਕਹਿੰਦਾ ਵੀ ਇਹਨੇ ਬੁੱਢੇ ਨੇ ਤੇ ਰੋਜ਼ ਰੋਜ਼ ਹੀ ਮਰਨਾ। ਕਹਿੰਦਾ ਰੋਜ਼ ਰੋਜ਼ ਕਿਹੜਾ ਦਾੜੀ ਸਿਰ ਮੁੰਨਾਉਂਦਾ ਫਿਰੇ। ਕਹਿੰਦਾ ਇੱਕੋ ਵਾਲ ਪੁੱਟ ਕੇ ਸੁੱਟ ਦਿੰਦਾ। ਉਹ ਐਡਾ ਵੱਡਾ ਰਿਸ਼ੀ ਹੈ। ਕਹਿੰਦੇ ਉਹਦੇ ਬ੍ਰਹਮਾ ਉਹਦੇ ਹੁੰਦਿਆਂ ਪਿਓ ਕਈ ਵਾਰੀ ਮਰ ਜਾਂਦਾ, ਪੁੱਤ ਬੈਠਾ ਰਹਿੰਦਾ। ਪਰਮੇਸ਼ਰ ਦੀ ਖੇਡ ਹੈ। ਕਹਿੰਦੇ ਫਿਰ ਉਹ ਵੀ ਸਾਰੇ ਸਮਾਪਤ ਹੋ ਜਾਂਦੇ। ਕਾਲ ਦੇ ਅੰਦਰ ਹੀ ਬ੍ਰਹਮਾ ਪੈਦਾ ਹੋਇਆ। ਕਾਲ ਪਾਏ ਬ੍ਰਹਮਾ ਬਪਤਰਾ। ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਕੀ ਕਲਾ ਹੈ। ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗੀਆ ਹੈ। ਕਾਲ ਹੀ ਪਾਏ ਸੁਰਾਸੁਰ ਗੰਧਰਵ, ਜਛ ਭੁਜੰਗ ਸੋ ਦਿਸ਼ਾ ਵਿਦਿਸ਼ਾ ਹੈ। ਔਰ ਸਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ।
ਇਹ ਉਹ ਅਕਾਲ ਪੁਰਖ ਜਿਹੜਾ ਹੈ ਉਹ ਕਾਲ ਤੋਂ ਪਰੇ ਹੈ। ਬਾਕੀ ਸਭ ਕੁਝ ਉਹਦੇ ਅੰਦਰ ਪੈਦਾ ਹੋ ਕੇ ਉਹਦੇ ਅੰਦਰ ਹੀ ਸਮਾ ਜਾਂਦਾ ਹੈ। ਕਾਲ ਪਾਏ ਸ਼ਿਵਜੂ ਅਵਤਾਰਾ, ਸ਼ਿਵ ਜੀ ਭਗਵਾਨ ਵੀ ਕਾਲ ਦੇ ਅੰਦਰ ਹੀ ਪੈਦਾ ਹੋ ਕੇ ਚੜ੍ਹਾਈ ਕਰ ਜਾਂਦੇ ਹਨ, ਸਮਾ ਜਾਂਦੇ ਨੇ, ਫਿਰ ਪੈਦਾ ਹੋ ਜਾਂਦੇ ਨੇ, ਫਿਰ ਸੰਸਾਰ ਬਣ ਜਾਂਦਾ, ਫਿਰ ਖਤਮ ਹੋ ਜਾਂਦਾ। ਇਹ ਟਾਈਮ ਜਿਹੜਾ ਹੈ ਨਾ, ਆ ਕਈ ਤਾਂ ਟਾਈਮ ਦੇ ਮਗਰ ਹੀ ਭੱਜੇ ਫਿਰਦੇ ਆ। ਕੱਲ੍ਹ ਵੀ ਵਿਚਾਰ ਹੋਈ ਸੀ ਵੀ ਜਿੱਥੇ ਸੂਰਜ ਕੋਈ ਨਹੀਂ ਉੱਥੇ ਟਾਈਮ ਨਹੀਂ ਹੈ। ਆ ਜਿਹੜਾ ਸੂਰਜ ਹੈ ਨਾ, ਇਹ ਆਪਣਾ ਟਾਈਮ ਬਣਾ ਰਿਹਾ। ਧਰਤੀ 24 ਘੰਟੇ ਜਿੱਦਾਂ ਘੁੰਮਦੀ ਹੈ, ਟਾਈਮ 24 ਘੰਟੇ ਬਣਦੇ ਆ। ਸਾਲ ਦੇ ਜਿੱਦਾਂ ਘੁੰਮਦੀ ਹੈ, ਉਹ 365 ਦਿਨਾਂ ਦਾ। ਇਹ ਆਪਣੇ ਇੱਥੋਂ ਦਾ ਹੈ, ਥੋੜ੍ਹੇ ਏਰੀਏ ਦਾ। ਪਰਾਂ ਏਰੀਏ ਤੋਂ ਪਰੇ ਜਿੱਥੇ ਏਰੀਏ ਖਤਮ ਹੋ ਜਾਂਦੇ ਆ, ਉੱਥੇ ਵੀ ਕਾਲ ਪੁਰਖ ਹੈ, ਅਕਾਲ ਹੈ, ਮਹਾਂਕਾਲ ਹੈ। ਉੱਥੇ ਸਾਡੀ ਬੁੱਧੀ, ਸਾਡੀ ਸੋਚ ਨਹੀਂ ਜਾ ਸਕਦੀ। ਬਹੁਤ ਵੱਡੀ ਖੇਡ ਹੈ। ਆਹ ਬਲੈਕ ਹੋਲ ਤੁਸੀਂ ਸੁਣੇ ਹੋਣੇ ਨੇ। ਬਲੈਕ ਹੋਲ, ਉਹਦੇ ਵਿੱਚ ਜਾ ਕੇ ਸੂਰਜ ਡਿੱਗਦਾ ਅਤੇ ਉਹਦੇ ਨਾ ਜਿਹੜੀ ਵੇਸਟੇਜ ਦੀ ਕਿਰਨ ਵੀ ਬਾਹਰ ਨਹੀਂ ਨਿਕਲਦੀ। ਜਿਵੇਂ ਆਪਾਂ ਗਾਰਬੇਜ ਸੁੱਟ ਦਿੰਦੇ ਹਾਂ ਨਾ ਕੋਈ ਚੀਜ਼, ਅਤੇ ਉਹ ਇੱਦਾਂ ਕਹਿੰਦੇ ਅਕਾਲ ਪੁਰਖ ਰੋਜ਼ ਕਰੋੜਾਂ ਸੂਰਜ ਸੁੱਟੀ ਜਾਂਦਾ ਅਤੇ ਕਰੋੜਾਂ ਪਰਮੇਸ਼ਰ ਪੈਦਾ ਕਰੀ ਜਾਂਦਾ। ਅਤੇ ਕਰੋੜਾਂ ਦੀ ਖੇਡ ਹੈ, ਕੋਈ ਅੰਤ ਨਹੀਂ, ਕੋਈ ਅੰਤ ਨਹੀਂ, ਬੇਅੰਤ ਹੈ। ਸਾਇੰਸ ਵਾਲੇ, ਨਾਸਾ ਵਾਲੇ ਕਿੰਨੇ ਸਾਲਾਂ ਦੇ ਲੱਗੇ ਹੋਏ ਨੇ ਉੱਤੇ। ਉਹ ਕਹਿੰਦੇ 5% ਵੀ ਨਹੀਂ ਪਤਾ ਸਾਨੂੰ, ਅਜੇ 5% ਵੀ ਨਹੀਂ ਲੱਭਾ। ਵੈਸੇ ਤਾਂ ਉਹ ਵੀ ਵਿਚਾਰਿਆਂ ਦਾ ਖਿਆਲ ਹੀ ਹੈ। 100% 1% ਵੀ ਬੰਦੇ ਦੀ ਸੋਚ ਹੀ ਆਖੋ ਸ੍ਰੀ ਵਾਹਿਗੁਰੂ। ਉੱਥੇ ਸੋਚਾਂ ਹੀ ਖਤਮ ਹੋ ਜਾਂਦੀਆਂ, ਉੱਥੇ ਗੱਲ ਹੀ ਮੁੱਕ ਜਾਂਦੀ ਹੈ। ਇਹ ਤਾਂ ਸਾਡੇ ਐਵੇਂ ਨਾ ਬੱਚਿਆਂ ਦੀ ਖੇਡਾਂ, ਜਿਵੇਂ ਬੱਚਾ ਨਹੀਂ ਖੇਡਦਾ ਹੁੰਦਾ, ਉਹ ਕਦੀ ਮਿੱਟੀ ਦੇ ਖਿਲੌਣੇ ਬਣਾ ਲੈਂਦਾ, ਕਦੀ ਢਾਹ ਦਿੰਦਾ। ਅਸੀਂ ਐਵੇਂ ਫੁਰਨੇ ਕਰੀਏ ਵੀ ਅਸੀਂ ਲੱਭ ਲਾਂਗੇ ਜਾਂ ਕਰ ਲਾਂਗੇ। ਇਹ ਤਾਂ ਇਹ ਥੋੜ੍ਹੀ ਜਿਹੀ ਛੋਟੀ ਬੱਚਿਆਂ ਵਾਲੀ ਖੇਡ ਹੈ। ਉਹ ਕਾਲ ਪੁਰਖ ਦੀ ਖੇਡ ਬਹੁਤ ਵੱਡੀ ਹੈ। ਕਾਲ ਪਾਏ ਬ੍ਰਹਮਾ ਬਪਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ। ਹਾਂਜੀ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਤੇ ਵਿਸ਼ਨੂੰ ਵੀ ਕਾਲ ਦੀ ਖੇਡ ਵਿੱਚ ਹੀ ਪੈਦਾ ਹੁੰਦਾ। ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਰਜੋਗੁਣ, ਤਮੋਗੁਣ, ਸਤੋਗੁਣ ਦਾ ਮਾਇਆ ਦਾ ਪਸਾਰਾ। ਜਦੋਂ ਮਹਾਰਾਜ ਪਰਮੇਸ਼ਰ ਸਮੇਟਣਾ ਚਾਹੁੰਦੇ, ਸਮੇਟ ਲੈਂਦੇ। ਹਾਂਜੀ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਤਮਾਸ਼ਾ ਜਿਹੜਾ ਸੰਸਾਰ ਦਿਖ ਰਿਹਾ ਹੈ, ਕਾਲ ਦਾ ਤਮਾਸ਼ਾ ਹੈ। ਜਿਵੇਂ ਉਹ ਮੈਜਿਕ ਕਰਨ ਵਾਲੇ ਤਮਾਸ਼ਾ ਕਰਦੇ ਨਾ, ਸਾਡੇ ਪੰਜਾਬ 'ਚੋਂ ਮਦਾਰੀ ਕਹਿੰਦੇ ਉਹਨਾਂ ਨੂੰ, ਤਮਾਸ਼ਾ ਕਰਦੇ। ਤੁਸੀਂ ਵੀ ਬੱਚਿਆਂ ਨੇ, ਕਈਆਂ ਨੇ ਦੇਖਿਆ ਹੋਣਾ, ਡੌਰੂ ਜਿਹਾ ਵਜਾਉਂਦੇ ਆ ਅਤੇ ਲੋਕ ਵੇਖਣ ਆ ਜਾਂਦੇ ਉੱਥੇ। ਉਹ ਕੋਈ ਬਾਂਦਰੀ ਦਾ ਤਮਾਸ਼ਾ ਹੁੰਦਾ ਹੈ, ਕੋਈ ਸੱਪ ਨਿਓਲੇ ਦਾ ਹੁੰਦਾ, ਕੋਈ ਹੋਰ ਹੁੰਦਾ। ਉਹ ਘੰਟਾ ਅੱਧਾ ਘੰਟਾ ਇਹੋ ਜਿਹੀ ਜਾਲ, ਉਹ ਕਈ ਜਮੂਰਾ, ਉਹਨੂੰ ਜਮੂਰਾ ਕਹਿੰਦੇ, ਛੋਟਾ ਬੱਚਾ ਹੁੰਦਾ ਜਿਵੇਂ ਮੇਰੇ ਨਾਲ ਬੈਠਾ ਹੋਇਆ, ਉਹਨੂੰ ਕਹਿੰਦੇ ਵੀ ਲੰਮਾ ਪੈ ਜਾ। ਉਹ ਲੰਮਾ ਪਾ ਕੇ ਅਤੇ ਫਿਰ ਉਹਦੀ ਨਾ ਉਹ ਇੱਥੋਂ ਗਰਦਨ ਵੱਢ ਦਿੰਦੇ ਆ, ਅਤੇ ਉੱਤੇ ਕੱਪੜਾ ਪਾਇਆ ਹੁੰਦਾ। ਫਿਰ ਜਦੋਂ ਗਰਦਨ ਵੱਢ ਦਿੰਦੇ, ਕਹਿੰਦੇ ਦਿਖਾਈਏ। ਉਹ ਕਹਿੰਦੇ ਨਾ ਜੀ ਦਿਖਾਣਾ ਨਹੀਂ। ਮੇਰੇ ਵਰਗੇ ਕਹਿੰਦੇ ਦਿਖਾਈ ਨਾ। ਅਤੇ ਕਈ ਵਾਰੀ ਮੈਂ ਦੇਖਿਆ ਦਿਖਾ ਵੀ ਦਿੰਦੇ, ਉਹ ਚੱਕ ਕੇ ਬਿਲਕੁਲ ਹੀ ਦੂਰ ਕੀਤਾ ਹੁੰਦਾ, ਇੱਦਾਂ ਵੀ ਕੀਤਾ ਹੁੰਦਾ। ਅਤੇ ਇੱਥੇ ਛੁਰੀ ਲੰਘਾਈ ਹੁੰਦੀ ਹੈ ਇੱਥੋਂ, ਹੁੰਦੇ ਤਾਂ ਉਹਨਾਂ ਦੀ ਕੋਈ ਚੀਜ਼ ਹੀ ਬਣਾਈ ਹੈ, ਟਰਿੱਕ ਹੁੰਦਾ, ਪਰ ਲੱਗਦਾ ਇੱਦਾਂ ਸੱਚਾ। ਫਿਰ ਇੱਕ ਗੱਲ ਹੋਰ ਕਹਿ ਦਿੰਦੇ ਆ ਉਹ ਤਮਾਸ਼ੇ ਵਾਲੇ, ਕਹਿੰਦੇ ਬਈ ਜਿੱਥੇ ਜਿੱਥੇ ਖੜ੍ਹੇ ਨਾ ਉੱਥੇ ਖੜ੍ਹੇ ਰਹਿਣਾ। ਜੇ ਤੁਹਾਡਾ ਪੈਰ ਹਿੱਲ ਗਿਆ, ਮੇਰੇ ਬੱਚੇ ਦੀ ਜਾਨ ਨੂੰ ਖਤਰਾ, ਵੀ ਮੇਰਾ ਬੱਚਾ ਜਿਹੜਾ ਇਹ ਮੇਰਾ ਸਿਰ ਵੱਢ ਦਿੱਤਾ, ਫਿਰ ਜੁੜੇਗਾ ਨਹੀਂ। ਅਤੇ ਤੁਸੀਂ ਵੀ ਬੱਚਿਆਂ ਵਾਲੇ ਹੋ, ਤੁਸੀਂ ਮੇਰੇ ਬੱਚੇ ਦਾ ਖਿਆਲ ਰੱਖਿਆ ਜੀ। ਦੂਜੀ ਗੱਲ ਕਹਿੰਦੇ, ਇੱਕ ਤਾਂ ਹਿੱਲਣਾ ਨਹੀਂ, ਇੱਕ ਜਿਹਦੀ ਜੇਬ 'ਚ ਪੈਸਾ ਹੈ ਨਾ, ਭਾਵੇਂ ਕਿਸੇ ਕੋਲ ਰੁਪਈਆ 2 ਰੁਪਈਆ, ਉਹ ਆਪਣਾ ਪੈਸਾ ਜ਼ਰੂਰ ਦੇਣਾ। ਉਹ ਫਿਰ ਡਰਦੇ ਮਾਰੇ ਲੋਕ ਵੀ ਇੱਕ ਤਾਂ ਇਹਦੇ ਬੱਚੇ ਦੀ ਜਾਨ ਹੈ, ਉੱਥੋਂ ਹਿੱਲਦੇ ਕੋਈ ਨਹੀਂ, ਤਮਾਸ਼ਾ ਪੂਰਾ ਦੇਖ ਕੇ ਜਾਂਦੇ ਆ। ਦੂਜਾ ਉਹ ਫਿਰ ਕਹਿੰਦਾ ਵੀ ਪੈਸਾ ਵੀ ਜਿਹਦੀ ਜੇਬ 'ਚ ਉਹ ਜ਼ਰੂਰ ਦੇ ਕੇ ਜਾਏ। ਸਾਰਿਆਂ ਕੋਲ ਪੈਸੇ ਆ ਜਾਂਦੇ, ਫਿਰ ਉਹ ਕਹਿੰਦਾ ਜੇ ਇੱਕ ਬੰਦੇ ਨੇ ਨਹੀਂ ਦਿੱਤੇ, ਉਹ ਜਿਹੜੇ ਬੰਦੇ ਨੇ ਨਹੀਂ ਦਿੱਤੇ ਹੁੰਦੇ, ਉਹ ਕਹਿੰਦਾ ਮੇਰੇ ਪਤਾ ਲੱਗ ਗਿਆ ਵੀ ਮੈਂ ਨਹੀਂ ਦਿੱਤੇ, ਉਹ ਵੀ ਫਿਰ ਉੱਥੇ। ਇੱਦਾਂ ਅਕਾਲ ਪੁਰਖ ਨੇ ਨਾ ਆਪਣੀ ਮਾਇਆ ਦਾ ਤਮਾਸ਼ਾ ਕੀਤਾ ਹੋਇਆ। ਸਾਰੇ ਆਪਾਂ ਤਮਾਸ਼ਾ ਦੇਖ ਰਹੇ ਹਾਂ। ਅਤੇ ਤਮਾਸ਼ੇ ਵਿੱਚ ਅਸੀਂ, ਤਮਾਸ਼ੇ ਬਾਰੇ ਸੁਕਰਾਤ, ਪਲੇਟੋ ਜਿਹੜੇ ਹੋਏ ਨੇ ਨਾ, ਅੱਜ ਤੋਂ ਕੋਈ 2500-2600, ਉਹਨਾਂ ਨੇ ਕੁਝ ਲਿਖਿਆ।
ਕਿਸੇ ਵਿਦਵਾਨ ਨੇ ਉਹਨਾਂ ਚੋਂ ਸੁਕਰਾਤ ਨੇ ਜਾਂ ਅਫਲਾਤੂਨ ਨੇ ਲਿਖਿਆ, ਕਹਿੰਦੇ ਵੀ ਜਦੋਂ ਤਮਾਸ਼ਾ ਹੁੰਦਾ ਤੇ ਤਮਾਸ਼ੇ ਨੂੰ ਦੇਖਣ ਵਾਲਾ ਜਿਹੜਾ ਨਾ ਉਹਦੇ ਮਾਈਂਡ ਦੇ ਉੱਤੇ ਉਹਦਾ ਅਸਰ ਬੜਾ ਪੈਂਦਾ। ਤੁਸੀਂ ਦੇਖਿਆ ਨਾ ਵੀ ਆਪਾਂ ਕਈ ਵਾਰੀ ਫਿਲਮਾਂ ਦੇਖਦੇ ਹਾਂ ਤੇ ਫਿਲਮਾਂ 'ਚ ਦੇਖਦੇ ਹਾਂ ਵੀ ਜਦੋਂ ਤੇ ਹੀਰੋ ਨੂੰ ਕੁੱਟ ਪੈਂਦੀ ਹੈ ਤੇ ਉਸ ਵੇਲੇ ਅਸੀਂ ਨਾ ਇੱਦਾਂ ਇਕੱਠੇ ਹੋ ਜਾਂਦੇ ਹਾਂ ਕੁਰਸੀ ਨਾਲ, ਉਹ ਗਿਆ ਵੀ ਇਹ ਤਾਂ ਨਦੀ 'ਚ ਰੋੜਨ ਲੱਗਾ, ਹੁਣ ਇਹ ਤਾਂ ਉੱਤੋਂ ਇਹਦਾ ਹੱਥ ਛੁੱਟ ਗਿਆ, ਇਹ ਤਾਂ ਸਿੱਧਾ ਥੱਲੇ ਨਦੀ 'ਚ ਪੈ ਵਗ ਰਹੀ ਹੈ, ਇਹ ਮਰ ਜਾਏਗਾ। ਤੇ ਦੂਜੇ ਪਾਸੇ ਜਦੋਂ ਪੈਂਦੀ ਹੈ ਵਿਲਨ ਨੂੰ ਕੁੱਟ, ਫਿਰ ਆਪਾਂ ਇੱਦਾਂ ਕਰਦੇ ਹਾਂ, ਮਾਰ ਮਾਰ। ਉਹ ਸਾਡਾ ਦਿਮਾਗ ਜਿਹੜਾ ਮਾਇੰਡ ਹੈ ਉਹ ਤਮਾਸ਼ੇ ਦੀ ਸ਼ਕਤੀ ਹੈ ਵੀ ਉਹਨੂੰ ਸਾਡੇ ਇੱਦਾਂ ਕੈਚ ਕਰ ਲੈਂਦਾ। ਅਕਾਲ ਪੁਰਖ ਦਾ ਇਹ ਤਮਾਸ਼ਾ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਵੀ ਤੁਸੀਂ ਵੀ ਸਾਰੇ ਤਮਾਸ਼ੇ 'ਚ ਇੱਦਾਂ ਬੰਨੇ ਹੋਏ ਆ ਵੀ ਜੇ ਇੱਧਰ ਮਾੜਾ ਜਿਹਾ ਪੈਰ ਹੋ ਗਿਆ ਤੇ ਕੋਈ ਨੁਕਸਾਨ ਨਾ ਹੋ ਜਾਏ। ਜੇ ਅਸੀਂ 9 ਵੱਜ ਗਏ ਆ ਵੀ ਅਸੀਂ ਦਫ਼ਤਰ ਨਾ ਗਏ, ਆਪਣੇ ਆਫਿਸ ਨਾ ਗਏ, ਫਿਰ ਪਤਾ ਨਹੀਂ ਕੀ ਭੁਚਾਲ ਆ ਜਾਣਾ। ਜੇ ਆਪਣੇ ਡਿਊਟੀ 'ਤੇ ਨਾ ਪਹੁੰਚੇ, ਇਹ ਹੋ ਜਾਣਾ। ਜੇ ਇਸ ਮਹੀਨੇ ਕੰਮ ਨਾ ਕੀਤਾ, ਫਿਰ ਪਤਾ ਨਹੀਂ ਕੀ ਹੋ ਜਾਣਾ। ਇਹ ਅਕਾਲ ਪੁਰਖ ਨੇ ਸਾਡੇ ਪੈਰ ਬੰਨੇ ਹੋਏ ਇੱਦਾਂ, ਸਾਰੇ ਆਪਾਂ ਬੱਝੇ ਹੋਏ, ਆਪੋ ਆਪਣੀ ਥਾਂ 'ਤੇ ਮਾਇਆ ਬੰਨੀ। ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਇਹ ਤਮਾਸ਼ਾ, ਸਰਬ ਕਾਲ ਕਾ ਕੀਆ ਤਮਾਸ਼ਾ, ਸਾਰਾ ਹੀ ਕਾਲ ਦਾ ਤਮਾਸ਼ਾ। ਹਾਂਜੀ, ਜਵਨ ਕਾਲ ਜੋਗੀ ਸਿਵ ਕੀਓ। ਜਿਸ ਅਕਾਲ ਪੁਰਖ ਨੇ ਸ਼ਿਵ ਜੀ ਨੂੰ ਜੋਗੀ ਬਣਾਇਆ, ਸ਼ਿਵ ਭਗਵਾਨ ਜਿਹੜੇ ਹਨ ਉਹ ਜੋਗ ਬਿਰਤੀ ਰੱਖਦੇ, ਸਾਰਿਆਂ ਤੋਂ ਨਿਰਲੇਪ। ਉਹਨਾਂ ਦਾ ਉਹ ਜਿਵੇਂ ਭਰਤਰੀ ਹਰੀ ਜੀ ਨੇ ਲਿਖਿਆ ਹੈ, ਕਹਿੰਦੇ ਵੀ ਉਹਨਾਂ ਦੀ ਇੰਨੀ ਕੁ ਵਿਭੂਤੀ ਹੈ ਬਈ ਗਲ 'ਚ ਸੱਪ ਪਾਏ ਹੋਏ ਨੇ ਤੇ ਮੜੀਆਂ ਦੀ ਭਸਮ ਪਿੰਡੇ 'ਤੇ ਲਾਈ ਹੋਈ ਹੈ, ਭੰਗ ਕੋ ਆਹਾਰ ਤੇ ਭੁਝੰਗ ਭੰਗ ਕੋ ਆਹਾਰ। ਵੀ ਜਾਂ ਫਿਰ ਸੱਪ ਸੁੱਪ ਠੂਏ ਠਾਏ ਵਿੱਚੇ ਰਗੜ ਕੇ ਦੇਗਾਂ ਦੇ ਛਕ ਲੈਂਦਾ ਤੇ ਬਸ ਮੱਧੀ ਲਾ ਕੇ ਬੈਠਾ ਰਹਿੰਦਾ, ਤੇ ਪਾਰਬਤੀ ਉਹਦੇ ਖੱਬੇ ਪਾਸੇ ਬੈਠੀ ਰਹਿੰਦੀ ਹੈ। ਇਹ ਸਰੂਪ ਮੰਨਿਆ। ਕਹਿੰਦੇ ਫਿਰ ਵੀ ਮੈਂ ਉਹਨਾਂ ਦਾ ਹੀ ਹਾਂ, ਕਿਉਂਕਿ ਉਹ ਬੜੇ ਵੱਡੇ ਮਹਾਂਪੁਰਸ਼ ਜੋਗੀ ਹਨ, ਧਿਆਨ ਵਿੱਚ ਰਹਿੰਦੇ ਹਨ। ਤੋ ਜਿਸ ਕਾਲ ਪੁਰਖ ਨੇ ਜੋਗੀ ਬਣਾ ਦਿੱਤਾ, ਉਸ ਨੂੰ ਸਾਰਿਆਂ ਤੋਂ ਬਿਰਖਤ ਜੁੜੇ ਰਹਿੰਦੀ ਸਮਾਧੀ, 8 ਪੈਰ। ਕਹਿੰਦੇ ਜਦੋਂ ਉਹ ਸਮਾਧੀ ਲਾ ਕੇ ਬੈਠਦਾ, ਕਈ ਯੁੱਗ ਬੀਤ ਜਾਂਦੇ ਆ। ਜਦੋਂ ਅੱਖ ਖੋਲ੍ਹਦਾ, ਸ੍ਰਿਸ਼ਟੀ ਬਣ ਜਾਂਦੀ ਹੈ, ਜਦੋਂ ਅੱਖ ਮੀਚਦਾ, ਸ੍ਰਿਸ਼ਟੀ ਸਮਾਪਤ ਕਰ ਦਿੰਦਾ। ਇੱਦਾਂ ਦੀ ਉਹਦੀ ਖੇਡ ਹੈ। ਸੋ ਹੈ ਤਾਂ ਸ਼ਿਵ ਚੇਤਨ ਨੂੰ ਕਹਿੰਦੇ ਆ, ਬ੍ਰਹਮ ਨੂੰ, ਪਰ ਜਿਵੇਂ ਸੰਸਾਰ ਦੇ ਲੋਕ ਸਮਝਦੇ ਆ, ਮਹਾਰਾਜ ਨੇ ਉਸ ਤਰ੍ਹਾਂ ਵੀ ਸਮਝਾਤਾ। ਕਹਿੰਦੇ ਜਿਸ ਕਾਲ ਪੁਰਖ ਨੇ ਜੋਗੀ ਬਣਾ ਦਿੱਤਾ ਹੈ ਸ਼ਿਵ ਨੂੰ, ਵੇਦ ਰਾਜ ਬ੍ਰਹਮਾ ਜੂ ਥਿਓ। ਤੇ ਵੇਦ ਰਾਜ, 4 ਵੇਦਾਂ ਦਾ ਰਾਜਾ ਬ੍ਰਹਮਾ ਜੀ ਨੂੰ ਬਣਾ ਦਿੱਤਾ। ਵੇਦਾਂ ਦੇ ਰਚਿਤਾ ਯਜੁਰਵੇਦ, ਸ਼ਾਮ ਵੇਦ, ਰਿਗ ਵੇਦ, ਜਿਹੜੇ 4 ਵੇਦ ਨੇ, ਅਥਰਵਣ ਵੇਦ, ਉਹਨਾਂ ਵੇਦਾਂ ਦੇ ਰਾਜੇ ਹਨ ਬ੍ਰਹਮਾ ਜੀ। ਬ੍ਰਹਮਾ ਦੇ ਮੁਖ ਤੋਂ ਵੇਦ ਉਚਾਰਨ ਹੋਏ ਹਨ ਤੇ ਉਹ ਜਿਹੜੇ ਸਾਧ ਸੰਗਤ ਜੀ ਸਾਰੇ ਸੰਸਾਰ 'ਚ ਧਰਮ ਪ੍ਰਚਲਿਤ ਹੋਇਆ ਹੈ। ਧਰਮ ਦੀ ਜਿਹੜੀ ਮਰਜ਼ਾਦਾ ਹੈ ਵੇਦ ਤੋਂ ਸ਼ੁਰੂ ਹੁੰਦੀ ਹੈ। ਅਸੀਂ ਲੋਕ ਭਾਵੇਂ ਅੱਜ ਕੱਲ੍ਹ ਕੱਟੜੇ ਹਾਂ, ਅਸੀਂ ਕੋਈ ਗੁਰਬਾਣੀ ਦੀ ਪੰਕਤੀਆਂ ਦੇ ਵੀ ਅਰਥ ਵੀ ਬਦਲ ਦਿੰਦੇ ਹਾਂ, ਪਰ ਮਹਾਰਾਜ ਨੇ ਦੇਖੋ ਲਾਵਾਂ 'ਚ ਲਿਖਿਆ ਨਹੀਂ ਕਿ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲ ਰਾਮ ਜੀ। ਅੱਜ ਦੁਨੀਆ ਦਾ ਭਾਵੇਂ ਕੋਈ ਧਰਮ ਹੈ, ਭਾਵੇਂ ਕੋਈ ਕਲਚਰ ਹੈ ਤੇ ਡਾਕਟਰ ਵੀ ਹੈ, ਇੱਕ ਗੱਲ ਕਹਿੰਦੇ ਆ, ਕਹਿੰਦੇ ਵੀ ਭੈਣ ਭਰਾ ਦਾ ਵਿਆਹ ਨਹੀਂ ਹੋ ਸਕਦਾ, ਭਾਵੇਂ ਉਹ ਈਸਾਈ ਨੇ ਤੇ ਭਾਵੇਂ ਉਹ ਮੁਸਲਮਾਨ ਨੇ, ਭਾਵੇਂ ਉਹ ਨਾਸਤਕ ਨੇ, ਭਾਵੇਂ ਆਸਤਕ ਨੇ। ਇਸ ਗੱਲ 'ਤੇ ਤਾਂ ਸਾਰੇ ਸਹਿਮਤ ਨੇ ਵੀ ਸਕੀ ਭੈਣ ਸਕੇ ਭਰਾ ਦਾ ਵਿਆਹ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਕੀ ਮੰਨਦੇ ਆ ਵੀ ਉਹਦੇ ਬੱਚੇ ਜਿਹੜੇ ਨੇ ਬਿਮਾਰ ਹੁੰਦੇ ਨੇ। ਜੇ ਭੈਣ ਭਰਾ ਦਾ ਵਿਆਹ ਹੋ ਜਾਏ, ਉਹਦੇ ਬੱਚੇ ਪੈਦਾ ਹੋਣਗੇ, ਉਹ ਰੋਗੀ ਹੋਣਗੇ। ਇਹ ਗੱਲ ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਅੱਜ ਤੋਂ ਲੱਖਾਂ ਸਾਲ ਪਹਿਲਾਂ ਲਿਖੀ ਗਈ ਹੈ। ਉੱਥੇ ਲਿਖਿਆ ਹੈ ਵੀ ਜੰਮ ਜਮੀ ਦਾ ਸੰਵਾਦ ਹੈ, ਜੰਮ ਭਰਾ ਹੈ, ਜੰਮੀ ਭੈਣ ਹੈ, ਉਹ ਕਹਿੰਦੀ ਤੂੰ ਮੇਰੇ ਨਾਲ ਵਿਆਹ ਕਰਾ ਲੈ। ਉਹ ਭਰਾ ਕਹਿੰਦਾ ਨਾ, ਇਹ ਪਾਪ ਹੈ, ਇਹ ਕਰਨ ਦੇ ਨਾਲ ਸੰਤਾਨ ਰੋਗੀ ਪੈਦਾ ਹੋ ਜਾਂਦੀ, ਬੱਚੇ ਰੋਗੀ ਪੈਦਾ ਹੋ ਜਾਂਦੇ।
ਇਹ ਗੱਲ ਹਜੇ ਲੱਖਾਂ ਸਾਲ ਪਹਿਲਾਂ ਇਹ ਧਰਮ ਉਹਨਾਂ ਦੇ ਸਾਧੂਆਂ ਮਹਾਂਪੁਰਸ਼ਾਂ ਨੇ ਅਨੁਭਵ ਕਰ ਲਿਆ। ਸਾਰੀਆਂ ਗੱਲਾਂ ਸਾਧ ਸੰਗਤ ਜੀ ਨਿੰਦਣੀਆਂ ਨਹੀਂ ਚਾਹੀਦੀਆਂ। ਅੱਜ ਕੱਲ੍ਹ ਕੋਈ ਗੱਲ ਹੋਵੇ ਅਸੀਂ ਬਾਹਮਣਵਾਦ ਕਹਿ ਦਿੰਦੇ ਹਾਂ। ਨਹੀਂ, ਵੇਦਾਂ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਵੇਦਾਂ 'ਚ ਨਾਮ ਦੀ ਮਹਿਮਾ ਕਿਉਂ ਨਹੀਂ ਸੁਣਦੇ। ਅਸੀਂ ਮਗਰ ਜਿਹੜੀ ਗੱਲ ਅੱਜ ਕੱਲ੍ਹ ਦਾ ਮੀਡੀਆ 'ਚ, ਉਹ ਚਲੋ ਵੇਦਾਂ ਨੂੰ ਤਾਂ ਛੱਡੋ, ਜਿਹੜੇ ਸਾਡੇ ਆਪਣੇ ਗ੍ਰੰਥ ਨੇ, ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਭਾਈ ਗੁਰਦਾਸ, ਜੇ ਕੋਈ ਉਹਦੇ 'ਤੇ ਵੀ ਸ਼ੰਕਾ ਖੜਾ ਕਰ ਦਿੰਦਾ ਆਪਾਂ ਉਹੀ ਮੰਨ ਲੈਂਦੇ ਹਾਂ, ਉਹੀ ਪੁੱਛੀ ਜਾਂਦੇ। ਇੱਕ ਬੰਦਾ ਸਾਨੂੰ ਰੋਜ਼ ਮਿਲਦਾ ਉੱਥੇ, ਉਹ ਕਹਿੰਦਾ ਇਹ ਜੀ ਹਰਿਮੰਦਰ ਸਾਹਿਬ 'ਚ ਕਹਿੰਦੇ ਸ੍ਰੀ ਵਾਹਿਗੁਰੂ ਕਿਉਂ ਕਹਿੰਦੇ। ਮੈਂ ਕਿਹਾ ਤੁਹਾਨੂੰ ਕੀ ਤਕਲੀਫ ਹੈ ਬਾਪੂ ਜੀ। ਕਹਿੰਦਾ ਇਹ ਸ੍ਰੀ ਤੇ RSS ਦਾ ਹੁੰਦਾ। ਮੈਂ ਕਿਹਾ ਵੀ ਸ੍ਰੀ RSS ਨੇ, ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਸਤ ਸਾਚ ਸ੍ਰੀ ਨਿਵਾਸ ਆਦਿਪੁਰ। ਕਹਿੰਦਾ ਹੋ ਸਕਦਾ ਉਹਨਾਂ ਨੇ ਹੀ ਪਾਤਾ ਹੋਵੇ, ਬਸ ਆਪਣੇ ਹੀ ਖਿਆਲ। ਸਾਧ ਸੰਗਤ ਜੀ, ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਵੇਖਿਆ ਨਾ ਵੀ ਬੇਲੋੜੀ ਆ, ਉਹ ਮਹਾਰਾਜ ਨੇ ਆਖਿਆ ਛੱਡਤਾ। ਫੋਕਟ ਕਰਮ ਕਾਂਡ ਮਹਾਰਾਜ ਨੇ ਛਡਾ ਤੇ। ਪਰ ਜਿਹੜੀ ਚੰਗੀ ਹੈ, ਚੰਗੀ ਕਿਤੋਂ ਵੀ ਮਿਲੇ ਲੈਣੀ ਚਾਹੀਦੀ ਹੈ। ਸੋ ਬ੍ਰਹਮੇ ਨੂੰ 4 ਵੇਦ ਦੇ ਕੇ ਧਰਮ ਸਥਾਪਿਤ ਕੀਤਾ ਸੀ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਜਿਹੜੇ ਪਾਪ ਕਰਮ ਸੀ ਉਹ ਤਿਆਗ ਦਿੱਤੇ ਸੀਗੇ। ਪਰ ਅਸੀਂ ਕਹਿੰਦੇ ਨਹੀਂ ਜੀ, ਇਹ ਗੱਲ ਜਿਹੜੀ ਹੈ ਨਾ ਉਹ ਅਰਥ ਹੀ ਹੋਰ ਦੇ ਹੋਰ ਬਣਾ ਲੈਂਦੇ ਆ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ 4 ਵੇਦਾਂ ਦਾ ਨਿਚੋੜ ਕੱਢ ਕੇ ਦਿੱਤਾ ਹੋਇਆ, ਅਤੇ ਇਹਦੇ ਤੋਂ ਅਸੀਂ ਲਾਭ ਲੈਣਾ। ਨਿੰਦਾ ਕਿਸੇ ਦੀ ਨਹੀਂ ਕਰਨੀ, ਨਿਸ਼ਚਾ ਗੁਰਬਾਣੀ 'ਤੇ ਰੱਖਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਕਹਿੰਦੇ ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੁਥੀਓ। ਜਿਸ ਕਾਲ ਪੁਰਖ ਨੇ ਬ੍ਰਹਮਾ ਨੂੰ ਵੇਦਾਂ ਦਾ ਰਾਜਾ ਬਣਾਤਾ। ਵੇਦ ਨਾਮ ਗਿਆਨ ਦਾ ਹੈ, ਵਿਦ ਧਾਤੂ ਤੋਂ ਬਣਿਆ, ਜਿਹੜਾ ਜਾਣਨਾ। ਵਿਦ ਦਾ ਅਰਥ ਹੁੰਦਾ ਜਾਣਨਾ, ਜਾਣਕਾਰੀ, ਨੌਲੇਜ। ਨੌਲੇਜ ਦਿੱਤੀ ਸੰਸਾਰ ਨੂੰ। ਨਹੀਂ ਤੇ ਪਸ਼ੂਆਂ ਤਰ੍ਹਾਂ ਫਿਰਦੇ ਸੀ। ਜਿਵੇਂ ਪਸ਼ੂ ਨਹੀਂ ਫਿਰਦੇ, ਇੱਦਾਂ ਬੰਦੇ ਵੀ ਫਿਰਦੇ ਸੀਗੇ। ਬ੍ਰਹਮੇ ਦੀ ਡਿਊਟੀ ਲੱਗੀ ਵੀ ਤੂੰ ਵੇਦ ਰਚ ਕੇ ਇਹਨਾਂ ਨੂੰ ਗਿਆਨ ਦੇ, ਨੌਲੇਜ ਦੇ, ਆਹ ਕੰਮ ਕਰੋ, ਆਹ ਨਾ ਕਰੋ। ਉਹ ਫਿਰ ਉਹ ਸਾਰੀ ਮਰਜ਼ਾਦਾ ਦੱਸੀ, ਕਰਮ ਕਾਂਡ ਵੀ ਦੱਸਿਆ, ਭਗਤੀ ਉਪਾਸਨਾ ਵੀ ਦੱਸੀ। 80% ਵੇਦ ਵਿੱਚ ਕਰਮ ਕਾਂਡ ਹੈ, 16% ਉਪਾਸਨਾ ਭਗਤੀ ਹੈ, 4 ਬ੍ਰਹਮ ਗਿਆਨ ਦਾ ਵਿਸ਼ਾ ਹੈ। ਕਿਉਂਕਿ ਸੰਸਾਰ ਦੇ ਵਿੱਚ 80% ਲੋਕ ਕਰਮਕਾਂਡੀ ਹੁੰਦੇ ਹਨ। ਡਿਸਿਪਲਿਨ 'ਚ ਰੱਖਣੇ ਪੈਂਦੇ, ਬੰਨ੍ਹ ਕੇ ਚਲਾਉਣੇ ਪੈਂਦੇ। 16% ਇਮੋਸ਼ਨਲ ਹੁੰਦੇ ਹਨ, ਭਗਤੀ ਪਿਆਰ ਜਜ਼ਬਾ ਹੁੰਦਾ। 4% ਬ੍ਰਹਮ ਗਿਆਨੀ ਹੋ ਸਕਦੇ ਆ। ਉਸ ਹਿਸਾਬ ਨਾਲ ਵੇਦਾਂ ਵਿੱਚ ਉਹਨਾਂ ਨੇ ਨਿਯਮ ਬਣਾਇਆ ਹੈ ਗਿਆਨ ਦਾ। ਸੋ ਰਹੋ ਵਿਚਾਰ। ਮਹਾਰਾਜ ਕਹਿੰਦੇ ਉਹ ਵੀ ਕਾਲ ਦੀ ਹੀ ਖੇਡ ਹੈ। ਇਹ ਨਾ ਕੋਈ ਕਹੇ ਮੈਂ ਪੂਰਾ ਹੋ ਗਿਆ, ਹੈ ਉਹ ਵੀ ਕਾਲ ਦੇ ਅੰਦਰ ਹੀ ਹੈ। ਭਾਵੇਂ ਜਿੱਡਾ ਮਰਜ਼ੀ ਕੋਈ ਗਿਆਨੀ ਹੈ, ਜਿੱਡਾ ਮਰਜ਼ੀ ਕੋਈ ਉਪਾਸਕ ਹੈ, ਕਾਲ ਦੇ ਅਧੀਨ ਹੀ ਹੈ ਸਾਰਾ ਪਸਾਰਾ। ਹਾਂਜੀ। ਜਵਨ ਕਾਲ ਸਭ ਲੋਕ ਸਵਾਰਾ। ਜਿਸ ਕਾਲ ਨੇ ਸਾਰਾ ਲੋਕ ਸਵਾਰਿਆ, ਸੰਸਾਰ ਬਣਾਇਆ ਹੈ, ਸਵਾਰਿਆ ਹੈ, ਖੇਡ ਰਚੀ ਹੈ। ਹਾਂਜੀ। ਨਮਸਕਾਰ ਹੈ ਤਾਹੇ ਹਮਾਰਾ। ਉਸ ਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ, ਮੱਥਾ ਟੇਕਦੇ ਉਹਦੇ ਚਰਨਾਂ ਵਿੱਚ। ਹਾਂਜੀ। ਜਵਨ ਕਾਲ ਸਭ ਜਗਤ ਬਨਾਇਓ। ਜਿਸ ਕਾਲ ਨੇ ਸਾਰਾ ਜਗਤ ਬਣਾਇਆ ਹੈ। ਦੇਵ ਦੈਤ ਜਛਨ ਉਪਜਾਇਓ। ਦੇਵਤੇ ਪੈਦਾ ਕੀਤੇ ਸ਼ੁਭ ਗੁਣਾਂ ਵਾਲੇ, ਦੈਤ ਕੀਤੇ ਜਿਹੜੇ ਲੋਕਾਂ ਨੂੰ ਦੁੱਖ ਦੇਣ ਵਾਲੇ। ਦੈਤ ਰਚੇ ਦੁਸ਼ਟ ਦੁਖਦਾਈ। ਮਹਾਰਾਜ ਦਸਮ ਪਾਤਸ਼ਾਹ ਜੀ ਨੇ ਬਹੁਤ ਸੋਹਣੇ ਬਚਨ ਦਸਮ ਦੇ ਵਿੱਚ ਉਹ ਵੀ ਉਤਾਰਾਂ ਵਿੱਚ ਲਿਖੇ ਵੀ ਕਾਲ ਪੁਰਖ ਨੇ ਦੁੱਖ ਦੇਣ ਵਾਲੇ ਦੈਂਤ ਵੀ ਪੈਦਾ ਕੀਤੇ, ਸੁੱਖ ਦੇਣ ਵਾਲੇ ਦੇਵਤੇ ਪੈਦਾ ਕੀਤੇ। ਆਹ ਅੰਨ ਦੇਵਤਾ ਹੈ, ਖਾਂਦੇ ਆਪਾਂ ਸਾਨੂੰ ਸੁੱਖ ਦਿੰਦਾ। ਪਾਣੀ ਦੇਵਤਾ ਹੈ, ਪੀਂਦੇ ਸਾਨੂੰ ਐਨਰਜੀ ਦਿੰਦਾ। ਹਵਾ ਇਹ ਸਾਨੂੰ ਸੁੱਖ ਦਿੰਦੀ ਹੈ। ਸੂਰਜ ਪ੍ਰਕਾਸ਼ ਦਿੰਦਾ, ਚੰਦਰਮਾ, ਇਹ ਸਾਰੇ ਦੇਵਤੇ ਹਨ। ਦੂਜੇ ਪਾਸੇ ਦੁੱਖ ਦੇਣ ਵਾਲੀਆਂ ਚੀਜ਼ਾਂ ਵੀ ਹਨ, ਬੜੀਆਂ ਭਿਆਨਕ ਭਿਆਨਕ ਬਿਮਾਰੀਆਂ ਹਨ, ਕੈਂਸਰ ਹੈ, ਹੋਰ ਹੈ। ਇੱਦਾਂ ਦੇ ਸਾਧ ਸੰਗਤ ਜੀ ਬੜੇ ਅੰਦਰ ਸਾਡੇ ਸਰੀਰ ਦੇ ਨੈਗੇਟਿਵ ਪੋਜ਼ਿਟਿਵ ਤੱਤ ਹਨ। ਉਹ ਵੀ ਦੁਸ਼ਟ ਦੇਵਤੇ ਤੇ ਦੈਂਤ ਆਪਸ 'ਚ ਲੜਦੇ ਰਹਿੰਦੇ, ਜੰਗ ਉੱਥੇ ਵੀ ਚੱਲਦਾ ਰਹਿੰਦਾ। ਸਾਡੇ ਬਾਡੀ ਦੇ ਅੰਦਰ ਬਹੁਤ ਸੂਖਮ ਜਿਹੜੇ ਹਨ ਖੂਨ ਦੇ ਵਿੱਚ, ਜਿਹੜੇ ਚੰਗੇ ਹਨ, ਜਿਹੜੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਬੁਰੇ ਹਨ ਜਿਹੜੇ ਅਟੈਕ ਕਰਕੇ ਉਹਨਾਂ ਨੂੰ ਮਾਰ ਕੇ ਤੇ ਉੱਥੇ ਬਿਮਾਰੀ ਫੈਲਾਉਂਦੇ ਹਨ।
ਉਹ ਇਸ ਤਰ੍ਹਾਂ ਇਸ ਅੰਦਰ ਵੀ ਚੱਲ ਰਿਹਾ, ਬਾਹਰ ਵੀ ਚੱਲ ਰਿਹਾ। ਇਹ ਅਕਾਲ ਪੁਰਖ ਦੀ ਖੇਡ ਹੈ ਬੜੀ ਵੱਡੀ। ਦੇਵਤੇ ਤੇ ਦੈਂਤ ਇੱਦਾਂ ਮਹਾਰਾਜ ਨੇ ਰਚੇ ਹਨ। ਚੰਗੇ ਬੰਦੇ, ਮਹਾਰਾਜ ਕਹਿੰਦੇ ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਚੰਗੇ ਕੰਮ ਕਰਦਾ ਕਹਿੰਦੇ ਬੜਾ ਦੇਵਤਾ ਬੰਦਾ, ਤੇ ਮਾੜੇ ਕੰਮ ਕਰਦਾ ਕਹਿੰਦੇ ਬੜਾ ਦੁਸ਼ਟ ਬੰਦਾ, ਦੈਂਤ ਹੈ ਤੇ ਰਾਖਸ਼ ਹੈ। ਇੱਦਾਂ ਮਹਾਰਾਜ ਨੇ ਪੈਦਾ ਕੀਤੇ ਹੋਏ ਹਨ। ਹਾਂਜੀ, ਆਦ ਅੰਤ ਏਕ ਹੈ ਅਵਤਾਰਾ। ਉਹ ਅਕਾਲ ਪੁਰਖ ਨੇ ਯਕਸ਼ ਪੈਦਾ ਕੀਤੇ ਹਨ, ਬੇਅੰਤ ਤਰ੍ਹਾਂ ਦੀ ਰਚਨਾ ਕੀਤੀ ਹੈ। ਆਦ ਅੰਤ, ਆਦ ਤੋਂ ਲੈ ਕੇ ਅੰਤ ਤੱਕ ਉਹ ਅਕਾਲ ਪੁਰਖ ਇੱਕੋ ਹੀ ਹੈ, ਉਹ ਨਹੀਂ ਬਦਲਿਆ। ਉਹ ਅਵਤਾਰਾਂ ਦਾ ਅਵਤਾਰ ਆਪ ਹੀ ਸਾਰਿਆਂ 'ਚ ਪੈਦਾ ਹੋ ਕੇ, ਦੁਸ਼ਟਾਂ ਵਿੱਚ ਵੀ ਆਪ ਹੀ ਪੈਦਾ ਹੁੰਦਾ, ਦੈਂਤਾਂ 'ਚ ਵੀ ਹੁੰਦਾ, ਦੇਵਤਿਆਂ 'ਚ ਵੀ ਹੁੰਦਾ, ਸੰਤਾਂ ਭਗਤਾਂ ਸਾਰਿਆਂ 'ਚ ਹੁੰਦਾ, ਆਪ ਸਾਰਿਆਂ ਤੋਂ ਨਿਰਾਲਾ ਵੀ ਰਹਿੰਦਾ। ਹਾਂਜੀ, ਸੋਈ ਗੁਰੂ ਸਮਝਿਓ ਹਮਾਰਾ। ਉਹ ਅਕਾਲ ਪੁਰਖ ਸਾਡਾ ਗੁਰੂ ਹੈ, ਪ੍ਰਕਾਸ਼ ਕਰਨ ਵਾਲਾ ਹੈ। ਉਹਨੇ ਹੀ ਸਾਨੂੰ ਉਸ ਬ੍ਰਹਮ ਦਾ, ਆਪਣੇ ਆਪ ਦਾ ਸਰੂਪ ਦਾ ਗਿਆਨ ਕਰਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਹੀ ਆਏ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਰੂਪ ਹੋ ਕੇ ਸਾਨੂੰ ਗਿਆਨ ਦਿੱਤਾ ਹੈ। ਹਾਂਜੀ, ਨਮਸਕਾਰ ਤਿਸ ਹੀ ਕੋ ਹਮਾਰੀ। ਉਸੇ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ। ਮੱਥਾ ਟੇਕਦੇ ਹਾਂ, ਬਾਰ ਬਾਰ ਜਾਪ ਸਾਹਿਬ ਜਦ ਆਪਾਂ ਪੜ੍ਹਦੇ ਹਾਂ, ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ। ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ, ਪਰਮੇਸ਼ਰ ਨੂੰ ਨਮਸਕਾਰਾਂ ਕੀਤੀਆਂ, ਬਾਰ ਬਾਰ ਉਹਦੇ ਅੱਗੇ ਸਿਰ ਝੁਕਦਾ ਹੈ। ਹਾਂਜੀ, ਸਕਲ ਪ੍ਰਜਾ ਜਨ ਆਪ ਸਵਾਰੀ। ਜਿਸ ਪਰਮੇਸ਼ਰ ਨੇ ਸਾਰੀ ਪ੍ਰਜਾ, ਸਾਰੀ ਸ੍ਰਿਸ਼ਟੀ ਸਵਾਰੀ ਹੈ, ਸੰਸਾਰ ਬਣਾਇਆ ਹੈ ਜਿਸ ਨੇ। ਸਿਵਕਨ ਕੋ ਸਭ ਗੁਣ ਸੁਖ ਦਿਓ। ਜਿਸ ਵਾਹਿਗੁਰੂ ਨੇ ਸਿਵਕਨ, ਜਿਹੜੇ ਸੇਵਕ ਹਨ, ਇਹਦੇ ਕਈ ਅਰਥ ਮਹਾਂਪੁਰਸ਼ਾਂ ਤੋਂ ਸੁਣੇ ਹੈ। ਸੇਵਕਨ, ਸੇਵਕਾਂ ਨੂੰ ਸਭ ਗੁਣ ਆਪਣੇ ਸ਼ੁਭ ਗੁਣ ਦਿੱਤੇ ਹਨ। ਇੱਕ ਮਹਾਂਪੁਰਸ਼ ਤੋਂ ਅਰਥ ਸੁਣਿਆ ਸੀ, ਉਹ ਕਹਿੰਦੇ ਸਵਾਏ ਗੁਣ ਦਿੱਤੇ। ਕਹਿੰਦੇ ਨਿਹੰਗ ਸਿੰਘ ਸਵਾਇਆ ਹੀ ਕਹਿੰਦੇ ਹੁੰਦੇ, ਗੱਫਾ ਸਵਾ ਗੁਣਾ ਕਹਿੰਦੇ। ਕਹਿੰਦੇ ਵਾਹਿਗੁਰੂ ਨੇ ਸਵਾਏ ਗੁਣ ਦਿੱਤੇ ਹੈ, ਸਭ ਗੁਣ ਬੇਅੰਤ ਗੱਫੇ ਦਿੱਤੇ ਹੈ ਆਪਣੇ ਸੇਵਕਾਂ ਨੂੰ। ਕਹਿੰਦੇ ਸ਼ਿਵ ਜੀ ਦੇ ਜਿਹੜੇ ਉਪਾਸਕ ਹਨ, ਉਹਨਾਂ ਨੂੰ ਸ਼ਵ ਗੁਣ, ਸ਼ਵ ਨਾਮ ਮੁਰਦੇ ਦੀ ਡੈਡ ਬੋਡੀ ਦਾ, ਸਭ ਕਹਿੰਦੇ ਸਰੀਰ ਨੂੰ। ਉਹ ਕੀ ਕਰਦੇ ਆ, ਉਹਨਾਂ ਦੀ ਸੁਆਹ ਲੈ ਕੇ ਆਪਣੇ ਪਿੰਡੇ ਤੇ ਮਲ ਲੈਂਦੇ, ਇਹਨੂੰ ਹੀ ਗੁਣ ਸਮਝਦੇ ਆ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਪ੍ਰਕਾਰ ਆਪਣੇ ਸੇਵਕਾਂ ਨੂੰ ਆਪਣੇ ਗੁਣ ਦਿੱਤੇ ਹਨ। ਸਤਰਨ ਕੋ ਪਲ ਮੋਹ ਬਦ ਕੀਓ। ਤੇ ਸ਼ਤਰੂਆਂ ਦਾ, ਵੈਰੀਆਂ ਦਾ ਵੱਧ ਕੀਤਾ ਹੈ। ਘਟ ਘਟ ਕੇ ਅੰਤਰ ਕੀ ਜਾਣਤ। ਹਾਂ, ਪਰਮੇਸ਼ਰ ਵਾਹਿਗੁਰੂ ਘਟ ਘਟ ਦੇ ਹਿਰਦੇ ਦੇ, ਹਰ ਇੱਕ ਪ੍ਰਾਣੀ ਦੇ ਅੰਦਰ ਕੀ ਚੱਲ ਰਿਹਾ ਹੈ, ਸਭ ਦੇ ਹਿਰਦੇ ਦੀ ਉਹ ਜਾਣਦਾ ਹੈ। ਭਲੇ ਬੁਰੇ ਕੀ ਪੀਰ ਪਛਾਨਤ। ਉਹ ਪਰਮੇਸ਼ਰ ਭਲੇ ਬੁਰੇ ਦੀ ਪੀੜਾ ਸਭ ਦੀ ਪਛਾਣਦਾ ਹੈ। ਵੱਡਾ ਪੀਰਾਂ ਦਾ ਪੀਰ ਹੈ, ਸਭ ਦੇ ਹਿਰਦੇ ਦੀ ਜਾਣਦਾ, ਦੂਜਿਆਂ ਦੇ ਸਾਰਿਆਂ ਦੇ ਹਿਰਦੇ ਦੀ ਪੀੜਾ ਨੂੰ ਜਾਣਦਾ, ਦਰਦ ਨੂੰ ਵੀ ਜਾਣਦਾ। ਪ੍ਰਾਣੀ ਦੇ ਮੱਤ ਕੀ ਦਰਦ ਹੈ, ਕੀ ਦੁੱਖ ਹੈ, ਕੀ ਤਕਲੀਫ ਹੈ, ਉਹ ਅਕਾਲ ਪੁਰਖ ਨੂੰ ਪਤਾ ਹੈ। ਹਾਂਜੀ, ਚੀਟੀ ਤੇ ਕੁੰਚਰ ਅਸਥੂਲਾ। ਚੀਟੀ ਤੋਂ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨਾ ਸਥੂਲ ਪਸਾਰਾ ਹੈ ਜੀਵਾਂ ਦਾ। ਹਾਂਜੀ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਉੱਤੇ ਕਿਰਪਾ ਦ੍ਰਿਸ਼ਟੀ ਕਰ ਰਿਹਾ ਹੈ, ਸਾਰਿਆਂ ਦੇ ਉੱਤੇ ਮਿਹਰਾਂ ਬਖਸ਼ਾਂ ਕਰ ਰਿਹਾ ਹੈ, ਸਾਰਿਆਂ ਦੇ ਵਿੱਚ ਬੈਠਾ ਹੋਇਆ, ਫੁੱਲਿਆ ਹੋਇਆ ਹੈ। ਮਹਾਰਾਜ ਕਹਿੰਦੇ ਦੇਖ ਫੂਲ ਫੂਲ ਫੂਲੇ, ਆਹ ਦੇਖ ਭਾਈ ਫੁੱਲ ਖਿੜੇ ਹੋਏ ਨੇ, ਇਹਨਾਂ ਫੁੱਲਾਂ 'ਚ ਅਕਾਲ ਪੁਰਖ ਖਿੜਿਆ ਹੋਇਆ। ਕਹੂੰ ਫੂਲ ਹਵੈ ਕੈ ਭਲੀ ਭਾਂਤ ਫੂਲੇ, ਕਹੂੰ ਭਵਰ ਹਵੈ ਕੈ ਭਲੀ ਭਾਂਤ ਭੂਲੇ। ਕਹਿੰਦੇ ਕਿਤੇ ਤੇ ਮਹਾਰਾਜ ਫੁੱਲ ਬਣ ਕੇ ਖਿੜਿਆ ਹੋਇਆ, ਕਿਤੇ ਭੌਰਾ ਬਣ ਕੇ ਉੱਤੇ ਮੰਡਰਾ ਰਿਹਾ, ਆਪ ਹੀ ਕਰ ਵਰਤ ਰਿਹਾ। ਸੋ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਗਾਧ ਬੋਧ ਬਾਣੀ ਹੈ ਚੌਪਈ ਸਾਹਿਬ। ਇਹਦੀ ਜੇ ਵਿਚਾਰ ਆਪਾਂ ਨੂੰ ਸਤਿਗੁਰੂ ਬਖਸ਼ ਰਹੇ ਨੇ, ਮਹਾਂਪੁਰਸ਼ ਆਏ ਹੋਏ ਨੇ ਸਤਿਕਾਰਯੋਗ ਗਿਆਨੀ ਭਗਵਾਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਦਮਦਮੀ ਟਕਸਾਲ ਸੰਪਰਦਾਇ ਗਿਆਨੀ ਸਿੰਘਾਂ ਦੀ ਜੋ ਪੁਰਾਤਨ ਸਮੇਂ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਹੈ ਵਿੱਦਿਆ ਖਾਲਸੇ ਨੂੰ ਪੜ੍ਹਾਉਣ ਵਾਸਤੇ, ਉਹ ਸਾਡੇ ਵਿੱਚ ਮਹਾਂਪੁਰਸ਼ ਆਏ ਹਨ। ਇਸੇ ਤਰ੍ਹਾਂ ਸਤਿਕਾਰਯੋਗ ਗਿਆਨੀ ਸੁਖਾ ਸਿੰਘ ਜੀ ਯੂਕੇ ਵਾਲੇ, ਇਹ ਬਾਲ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਅਤੇ ਇਹ ਲਗਨ ਲੱਗ ਜਾਂਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਇੱਥੇ ਕਲਯੁਗ ਦੇ ਵਿੱਚ ਵਿੱਦਿਆ ਜਿਹੜੀ ਹੈ, ਸੰਸਾਰੀ ਵਿੱਦਿਆ ਨੂੰ ਸਾਰੇ ਭਜਦੇ, ਗੁਰਮਤਿ ਵਿੱਦਿਆ ਵੱਲ ਕੋਈ ਧਿਆਨ ਨਹੀਂ ਦਿੰਦਾ। ਸਾਰੇ ਡਿਗਰੀਆਂ ਪਿੱਛੇ ਵੀ ਸਾਨੂੰ ਪੈਸੇ ਕਮਾਉਣ ਵਾਲੀ ਡਿਗਰੀ ਮਿਲੇ, ਵੱਡੇ ਕੋਈ ਡਾਕਟਰ ਇੰਜੀਨੀਅਰ ਬਣ ਜਾਈਏ,
ਪੰਥ ਦਾ ਕੋਈ ਫਿਕਰ ਨਹੀਂ, ਆਪਣਾ ਵਿਰਸਾ ਕੋਈ ਸਾਂਭਣ ਨੂੰ ਤਿਆਰ ਹੀ ਨਹੀਂ ਹੋ ਰਿਹਾ। ਬਿਰਲੇ ਬਿਰਲੇ ਹਨ ਭਾਈ ਹਰਮਨ ਸਿੰਘ ਜੀ ਕੈਲਗਰੀ ਤੋਂ। ਇਸੇ ਤਰ੍ਹਾਂ ਹੋਰ ਸਾਡੇ 'ਚ ਨੌਜਵਾਨ ਬੱਚੇ, ਤੁਸੀਂ ਮੈਂ ਕਹਿੰਦਾ ਸਾਰੇ ਭਾਗਾਂ ਵਾਲੇ ਹੋ। ਭਾਈ ਮਨਵੀਰ ਸਿੰਘ ਜੀ ਦਾਸ ਨਾਲ ਆਏ ਸਿਆਟਲ ਤੋਂ, ਇਹ ਭੁਚੰਗੀ ਗਿਆਨਵਾਨ ਸਿੰਘ ਹੈ। ਹੋਰ ਸਾਡੇ ਬੱਚੇ ਵਿੱਚ ਮੇਰੀਆਂ ਬੇਟੀਆਂ ਕਈ ਬੈਠੀਆਂ ਨੇ। ਇਹ ਤੁਹਾਡੇ 'ਤੇ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ। ਥੋੜ੍ਹਾ ਥੋੜ੍ਹਾ ਸਮਾਂ ਰੋਜ਼ ਕੱਢੋ, ਮਹਾਂਪੁਰਸ਼ਾਂ ਤੋਂ ਇੱਥੇ ਹੁਣ ਆਏ ਹੋਏ ਨੇ, ਲਾਭ ਲੈ ਕੇ ਅਧਿਐਨ ਕਰਨ ਦੇ ਤਰੀਕੇ ਪੁੱਛੋ ਵੀ ਕਿਵੇਂ ਪੜ੍ਹ ਸਕਦੇ ਹਾਂ। ਕਿਉਂਕਿ ਪੜ੍ਹ ਤੁਸੀਂ ਆਪ ਵੀ ਸਕਦੇ ਹੋ, ਪਰ ਜੇ ਤੁਹਾਨੂੰ ਕੋਈ ਤਰੀਕਾ ਦੱਸ ਦੇਵੇ ਨੌਲੇਜ ਦੇ। ਹਿਸਟਰੀ ਦੇ ਪੱਖ ਤੋਂ ਗਿਆਨੀ ਜੀ ਮੇਰੇ ਮਨ 'ਚ ਮਤਲਬ ਇੱਦਾਂ ਵਿਚਾਰ ਵੀ ਹਿਸਟਰੀ ਯਾਦ ਨਹੀਂ ਸੀ ਰਹਿੰਦੀ, ਅਤੇ ਮਹਾਂਪੁਰਸ਼ਾਂ ਨੇ ਦੱਸਿਆ ਵੀ ਤੁਸੀਂ ਹਿਸਟਰੀ ਨਾ ਉਰਲੇ ਪਾਸੇ ਸ਼ੁਰੂ ਕਰੋ, ਫਿਰ ਪਿਛਾਂ ਨੂੰ ਜਾਓ। ਮਿਸਾਲ ਇਹ ਦਿੱਤੀ, ਕਹਿੰਦੇ ਵੀ ਪਹਿਲਾਂ ਪਿਓ ਬਾਰੇ ਜਾਣ ਲਓ, ਫਿਰ ਦਾਦੇ ਬਾਰੇ ਜਿਗਿਆਸਾ ਹੋਵੇਗੀ, ਉਹਦੇ ਪਿਓ ਬਾਰੇ ਫਿਰ ਪਿੱਛੇ ਜਾਵਾਂਗੇ। ਜੇ ਤੁਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹਨਾ ਚਾਹੁੰਦੇ ਹੋ, ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼ ਤਵਾਰੀ ਗੁਰੂ ਖਾਲਸਾ, ਉਹ ਆਪਣੇ ਇੰਟਰਨੈਟ 'ਤੇ ਹੈ। ਤੁਸੀਂ ਸੌਖਾ, ਮੇਰਾ ਖਿਆਲ ਹੈ ਗਿਆਨੀ ਜੀ ਦਾ ਤਵਾਰੀ ਗੁਰੂ ਖਾਲਸਾ ਬੱਚਿਆਂ ਵਾਸਤੇ ਸੌਖਾ ਰਹੇਗਾ। ਤੁਸੀਂ ਹੁਣ 10ਵੇਂ ਪਾਤਸ਼ਾਹ ਤੋਂ ਸ਼ੁਰੂ ਕਰੋ। ਪਹਿਲਾਂ 10ਵੀਂ ਪਾਤਸ਼ਾਹੀ ਦਾ ਇਤਿਹਾਸ ਪੜ੍ਹੋ, ਫਿਰ ਪੜ੍ਹਦੇ ਪੜ੍ਹਦੇ ਤੁਹਾਨੂੰ ਹੋਏਗਾ ਉਹਨਾਂ ਤੋਂ ਪਹਿਲਾਂ ਕੀ ਸੀਗਾ। ਫਿਰ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਤਿਹਾਸ ਪੜ੍ਹੋ, ਫਿਰ ਪਿੱਛੇ ਜਾਓ ਗੁਰੂ ਹਰਕ੍ਰਿਸ਼ਨ, ਫਿਰ ਗੁਰੂ ਨਾਨਕ ਸਾਹਿਬ ਤੱਕ ਪਹੁੰਚ ਕੇ ਫਿਰ ਉੱਧਰੋਂ ਇੱਧਰ ਫਿਰ ਆ ਜਾਓ ਸ਼ੁਰੂ ਕਰਦੇ ਹੋਏ। ਫਿਰ ਤੁਹਾਡੇ ਦਿਮਾਗ ਵਿੱਚ ਇੱਕ ਫਿਲਮ ਤਿਆਰ ਹੋ ਜਾਏਗੀ, ਨਕਸ਼ਾ ਬਣ ਜਾਏਗਾ ਹਿਸਟਰੀ ਦਾ। ਇੱਦਾਂ ਹੀ ਖਾਲਸੇ ਦਾ ਜਿਹੜਾ ਇਤਿਹਾਸ ਲਿਖਿਆ ਉਹ ਪੜ੍ਹ ਲਓ। ਇਹ ਇਤਿਹਾਸ ਪੜ੍ਹਨ ਦਾ ਨਾਲ ਫਿਰ ਗੁਰਬਾਣੀ ਦੇ ਵੀ ਅਰਥ ਸੰਪਰਦਾਈ ਮਹਾਂਪੁਰਸ਼ ਆਏ ਹੋਏ ਨੇ। ਬਾਬਾ ਜੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਸਵਾਮੀ ਜੀ, ਨਿਰਮਲ ਸੰਪਰਦਾ, ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬੜੇ ਫੁੱਲ ਲਾਏ। ਉਹਨਾਂ 'ਚੋਂ ਨਿਰਮਲੇ ਮਹਾਤਮਾ ਮਹਾਰਾਜ ਨੇ ਕਾਸ਼ੀ ਭੇਜੇ ਵਿਦਿਆ ਪੜ੍ਹਨ ਵਾਸਤੇ। ਉੱਥੋਂ ਵਿਦਿਆ ਪੜ੍ਹ ਕੇ ਆਏ, ਕਿਉਂਕਿ ਵਿਦਿਆ ਜਿਹੜੀ ਸੀ ਕਾਸ਼ੀ 'ਚ ਬ੍ਰਾਹਮਣਾਂ ਨੇ ਕਬਜ਼ਾ ਕੀਤਾ ਹੋਇਆ ਸੀ। ਕਹਿੰਦੇ ਵੀ ਬ੍ਰਾਹਮਣ ਨੂੰ ਪੜ੍ਹਾਉਣੀ ਜਾਂ ਖੱਤਰੀ ਨੂੰ, ਦੂਜਿਆਂ ਨੂੰ ਪੜ੍ਹਾਉਣੀ ਨਹੀਂ। ਅਤੇ ਮਹਾਰਾਜ ਕਲਗੀਧਰ ਕਹਿੰਦੇ ਵਿਦਿਆ ਸਾਰਿਆਂ ਕੋਲ ਜਾਣੀ ਚਾਹੀਦੀ। ਅਤੇ 5 ਸਿੰਘ ਭੇਜੇ। ਉਹ ਜਦੋਂ ਉੱਥੇ ਗਏ ਅਤੇ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਵੀ ਅਸੀਂ ਜਾਂ ਤਾਂ ਬ੍ਰਾਹਮਣ ਦੇ ਪੁੱਤ ਨੂੰ ਪੜ੍ਹਾਉਂਦੇ ਹਾਂ ਜਾਂ ਸੰਨਿਆਸੀ ਨੂੰ। ਉਹ ਵਾਪਸ ਆਏ ਸਤਿਗੁਰਾਂ ਕੋਲ। ਮਹਾਰਾਜ ਕਹਿੰਦੇ ਵੀ ਹੁਣ ਬ੍ਰਾਹਮਣ ਦੇ ਘਰ ਜਨਮ ਲੈਣਾ ਤਾਂ ਕੁਦਰਤੀ ਹੈ, ਜਿਹਦਾ ਹੋ ਗਿਆ ਹੋਇਆ, ਜਿਹਦਾ ਨਹੀਂ ਹੋਇਆ ਉਹ ਕੀ ਕਰੇ। ਤੁਸੀਂ ਫਿਰ ਸੰਨਿਆਸੀ ਬਣ ਜਾਓ। ਉਹਨਾਂ ਨੇ ਸੰਨਿਆਸੀ ਤੋਂ ਭਾਵ ਹੁੰਦਾ ਵੀ ਆਸਾ ਮਨਸਾ ਸੰਸਾਰ ਦੀ ਤਿਆਗ ਕੇ, ਗ੍ਰਸਤ ਦਾ ਤਿਆਗ ਕਰਕੇ ਜੀਵਨ ਹੀ ਲੇਖੇ ਲਾ ਦੇ। ਉਹ ਸਾਧੂ ਭੇਸ ਵਿੱਚ ਉੱਥੇ 5 ਮਹਾਂਪੁਰਸ਼ ਵਿਦਿਆ ਪੜ੍ਹ ਕੇ ਆਏ। ਚੇਤਨ ਮੱਠ ਗੁਰਦੁਆਰਾ ਹੈ ਜਿੱਥੇ ਭਾਈ ਗੁਰਦਾਸ ਜੀ ਪਹਿਲਾਂ ਜਾ ਕੇ ਰਹੇ ਨੇ, ਫਿਰ ਉਹ 5 ਮਹਾਂਪੁਰਸ਼ ਉੱਥੇ ਰਹੇ ਨੇ। ਉਸ ਚੇਤਨ ਮੱਠ ਗੁਰੂ ਘਰ ਦੇ ਵਿੱਚ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੇਵਾ ਉਸੇ ਤਰ੍ਹਾਂ ਚੱਲਦੀ ਹੈ, ਨਿਰਮਲੇ ਸਾਧੂ ਸੇਵਾ। ਉੱਥੋਂ ਫਿਰ ਵਿਦਿਆ ਪੜ੍ਹ ਕੇ ਆਏ ਕਲਗੀਧਰ ਪਾਤਸ਼ਾਹ ਕੋਲ। ਫਿਰ ਸਿੰਘਾਂ ਨੂੰ ਵਿਦਿਆ ਪੜ੍ਹਾਈ, ਬੜੇ ਬੜੇ ਉੱਚੇ ਗ੍ਰੰਥ, ਫਿਲਾਸਫੀਆਂ, ਦਰਸ਼ਨ ਸ਼ਾਸਤਰ, ਵੇਦ ਪੁਰਾਣ, ਉਹ ਸਾਰਾ ਉੱਥੋਂ ਪੜ੍ਹ ਕੇ ਵਿਦਿਆ ਲਿਆਂਦੀ। ਕਿਉਂਕਿ ਵਿਦਿਆ ਬ੍ਰਹਮ ਵਿਦਿਆ ਜਿਹੜੀ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ 'ਚ ਪਹੁੰਚਾਉਣੀ ਚਾਹੁੰਦੇ ਸੀ। ਪਰ ਅੱਜ ਫਿਰ ਅਸੀਂ ਉਸੇ ਤਰ੍ਹਾਂ ਬੈਕ ਗੇਅਰ, ਸਾਡਾ ਰਿਵਰਸ ਗੇਅਰ ਲੱਗਾ ਹੋਇਆ, ਫਿਰ ਅਸੀਂ ਉੱਧਰ ਅਗਿਆਨਤਾ ਵੱਲ ਜਾ ਰਹੇ ਹਾਂ। ਨਹੀਂ, ਵਿਦਿਆ ਪੜ੍ਹੋ। ਵਿਦਿਆ ਜਿਹੜੀ ਹੈ ਇਹ ਸਾਡਾ ਤੀਜਾ ਨੇਤਰ ਹੈ, ਅੰਦਰ ਪ੍ਰਕਾਸ਼ ਕਰਦੀ ਬ੍ਰਹਮ ਦਾ, ਪਰਮੇਸ਼ਰ ਦਾ, ਗੁਰਬਾਣੀ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸੋ ਸਾਧ ਸੰਗਤ ਜੀ, ਤੁਸੀਂ ਉਪਰਾਲਾ ਕਰੋ। ਇਹ ਵਿਦਵਾਨ ਮਹਾਂਪੁਰਸ਼ ਆਏ ਹੋਏ ਨੇ ਸਾਰੇ ਹੀ, ਇਹਨਾਂ ਕੋਲੋਂ ਲਾਭ ਪ੍ਰਾਪਤ ਕਰਕੇ ਇੱਕ ਦੂਜੀ ਨਾਲ ਤੁਸੀਂ ਸਾਰੇ ਜਗਿਆਸੂ, ਇਹ ਮੈਨੂੰ ਪਤਾ ਹੈ। ਭਾਈ ਗੁਰਜੀਵਨ ਸਿੰਘ ਹੋਰਾਂ ਨੇ, ਭਾਈ ਕੁਲਵਿੰਦਰ ਸਿੰਘ, ਜਿੰਨੇ ਵੀ ਇਹ ਸਿੱਖ ਯੂਥ ਦੇ ਬੱਚੇ ਨੇ, ਇਹ ਸਾਰਿਆਂ ਨੇ ਇਸੇ ਕਰਕੇ ਉਪਰਾਲਾ ਕੀਤਾ ਹੈ ਨਾ ਵੀ ਸਾਡੀ ਪਨੀਰੀ ਅੱਗੇ ਗੁਰਮਤਿ ਨੂੰ ਧਾਰਨ ਕਰੇ, ਗਾਂ ਨੂੰ ਸਿੱਖੀ ਜਿਉਂਦੀ ਰਹੇ। ਇੱਕ ਬਾਬਾ ਸਾਡੇ ਬੁੱਢੇ ਦਲ ਦੇ ਜਥੇਦਾਰ ਬਾਬਾ ਸੁਰਜੀਤ ਸਿੰਘ ਜੀ ਬਚਨ ਸੁਣਾਉਂਦੇ ਹੁੰਦੇ ਸੀ, ਸਿੰਘ ਸਾਹਿਬ ਜੀ। ਉਹ ਕਹਿੰਦੇ ਸਮਾਂ ਇਹੋ ਜਿਹਾ ਇੱਕੋ ਸਿੰਘ ਰਹਿ ਗਿਆ, ਕਹਿੰਦੇ ਸਿੰਘ ਵੀ ਇੱਕੋ ਤੇ ਇਹਦੀ ਬਾਂਹ ਵੀ ਇੱਕੋ, ਇੱਕੋ ਹੀ ਲੱਤ, ਇੱਕੋ ਹੀ ਅੱਖ ਜੰਗ 'ਚ। ਕਹਿੰਦੇ ਉਹਨੇ ਇਕੱਲੇ ਨੇ ਪਿੰਡ ਫਿਰ ਕੇ ਕਿੰਨੇ ਸਿੰਘ ਫਿਰ ਹੋ ਬਣਾਤੇ। ਸਿੱਖ ਜਿਹੜਾ ਨਾ 1.25 ਲੱਖ ਵੀ ਬੜਾ ਕੁਝ ਕਰ ਜਾਂਦਾ। ਕਹਿੰਦੇ ਜੇ ਆਪਾਂ ਇੰਨੇ ਹੁਣ ਤਾਂ ਇੰਨੀ ਫੌਜ ਆ, ਜੇ ਆਪਾਂ 5 ਸਿੰਘਾਂ ਨੂੰ ਵੀ ਜੋੜੀਏ ਤਾਂ ਫਿਰ ਲੱਖਾਂ ਫੌਜਾਂ ਬਣ ਜਾਣੀਆਂ। ਸਿੱਖੀ ਖਤਮ ਨਹੀਂ ਹੋਣੀ, ਆਪਾਂ ਨੂੰ ਥੋੜ੍ਹਾ ਜਿਹਾ ਸੁਚੇਤ ਹੋਣਾ ਪੈਣਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ।
ਸੋ ਬਾਣੀ ਪੜ੍ਹਦਿਆਂ ਕਥਾ ਵਿਚਾਰ ਕਰਦਿਆਂ ਬੜੀਆਂ ਭੁੱਲਾਂ ਹੋ ਜਾਂਦੀਆਂ। ਸੰਗਤ ਬਖਸ਼ਣ, ਸਮੇਂ ਦਾ ਵੀ ਕੋਈ ਪਤਾ ਨਹੀਂ ਲੱਗਦਾ। ਕਈ ਵਾਰੀ ਮੈਂ ਪੁੱਛ ਬੈਠਾ ਭਾਈ ਗੁਰਜੀਵਨ ਸਿੰਘ ਹੋਰਾਂ ਨੇ ਅਜੇ ਤਾਈਂ ਉਂਗਲੀ ਖੜੀ ਨਹੀਂ ਕੀਤੀ ਵੀ ਭੋਗ ਪਾ ਦਿਓ। ਹਾਂਜੀ, ਤੇ ਚਲੋ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲੋਂ ਤੂੰ ਮਨ ਮੇਰੇ ਦੁਖ ਸਭ ਵਿਸਾਰ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਤੇਰਾ ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਪਰਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੇ ਸ਼ਬਦ ਵਾਜੇ ਕਲਾ ਚਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਚਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ